बहुत ही सत्कारयोग साथियों, ਅੱਜ ਅਸੀਂ ਜੋ ਵਿਸ਼ਵ ਪੱਧਰ ਤੇ ਮਹਾਮਾਰੀ ਕਰੋਨਾ ਵਾਇਰਸ ਫੈਲ ਰਿਹਾ ਹੈ, ਸਾਰੇ ਸਾਥੀ ਸਾਰੇ ਵਿਅਕਤੀ ਘਰਾਂ ਦੇ ਵਿੱਚ ਬੰਦ ਨੇ। ਲੋਕਡਾਊਨ ਦਾ ਸਮਾਂ ਚੱਲ ਰਿਹਾ, ਕਰਫਿਊ ਚੱਲ ਰਿਹਾ ਪੰਜਾਬ ਦੇ ਵਿੱਚ। ਇਸ ਨੂੰ ਦੇਖਦੇ ਹੋਏ ਬੀਤੀ 12 ਅਪ੍ਰੈਲ ਨੂੰ ਅਸੀਂ ਇੱਕ ਆਨਲਾਈਨ ਮਿੰਨੀ ਕਹਾਣੀ ਗੋਸ਼ਟੀ ਕੀਤੀ ਸੀ, ਜਿਹਦਾ ਤਜਰਬਾ ਬਹੁਤ ਸਫਲ ਰਿਹਾ। ਉਸ ਤੋਂ ਉਤਸ਼ਾਹਿਤ ਹੋ ਕੇ ਅਸੀਂ ਅੱਜ 10 ਮਈ ਨੂੰ ਦੁਬਾਰਾ ਫੇਰ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਮਿੰਨੀ ਕਹਾਣੀ ਪਾਠ 'ਤੇ ਚਰਚਾ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਏ ਹਾਂ। ਅੱਜ ਦੇ ਪ੍ਰੋਗਰਾਮ ਦਾ ਸਾਡਾ ਮੁੱਖ ਮਕਸਦ ਜਿੱਥੇ ਮਿੰਨੀ ਕਹਾਣੀ ਨੂੰ ਸੁਣਨਾ ਹੈ, ਉੱਥੇ ਉਹਦੇ ਉੱਪਰ ਨਾਲ ਦੀ ਨਾਲ ਸੰਵਾਦ ਰਚਾਉਣਾ ਵੀ ਹੈ। ਅੱਜ ਦੀ ਇਸ ਗੋਸ਼ਟੀ ਵਿੱਚ 8 ਮਿੰਨੀ ਕਹਾਣੀ ਲੇਖਕਾਂ ਵੱਲੋਂ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ ਜਾਵੇਗਾ ਅਤੇ ਉਸ ਦੇ ਉੱਪਰ 4 ਵਿਦਵਾਨ ਆਲੋਚਕਾਂ, ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ, ਡਾਕਟਰ ਪ੍ਰਦੀਪ ਕੌੜਾ, ਨਿਰੰਜਨ ਬੋਹਾ ਜੀ, ਡਾਕਟਰ ਨੈਬ ਸਿੰਘ ਮੰਡੇਰ ਜੀ ਵੱਲੋਂ ਗੱਲਬਾਤ ਕੀਤੀ ਜਾਵੇਗੀ। ਉਸ ਤੋਂ ਬਾਅਦ 2 ਵਿਸ਼ੇਸ਼ ਟਿੱਪਣੀਕਾਰ, ਜਿਨ੍ਹਾਂ ਦੇ ਵਿੱਚ ਸ਼੍ਰੀ ਸੁਰਿੰਦਰ ਕੈਲੇ ਜੀ ਅਤੇ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ, ਉਹ ਗੱਲਬਾਤ ਕਰਨਗੇ। ਉਸ ਤੋਂ ਇਸ ਦੇ ਨਾਲ ਹੀ ਅਸੀਂ ਅੱਜ ਡਾਕਟਰ ਸ਼ਾਮ ਸੁੰਦਰ ਦੀਪਤੀ ਦੀ ਸੰਪਾਦਨਾ ਹੇਠ ਨਵੇਂ ਸ਼ੁਰੂ ਹੋਏ ਪਰਚੇ, ਚੌਮਾਸਕ ਪਰਚੇ ਗੁਫ਼ਤਗੂ ਦਾ ਦੂਸਰਾ ਅੰਕ ਵੀ ਰਿਲੀਜ਼ ਕਰਨਾ ਹੈ। ਇਸ ਦੇ ਨਾਲ ਹੀ ਬਠਿੰਡਾ ਤੋਂ ਛਪਦੇ ਮੰਗਤ ਕੁਲਜਿੰਦੀ ਸੰਪਾਦਨਾ ਹੇਠ ਪਰਚੇ ਸ਼ਬਦ ਤਰਿੰਜਣ ਦਾ ਨਵਾਂ ਅੰਕ ਜਨਵਰੀ ਮਾਰਚ 2020 ਵੀ ਰਿਲੀਜ਼ ਕੀਤਾ ਜਾਣਾ ਹੈ। ਇਹਨਾਂ ਪਰਚਿਆਂ ਉੱਪਰ ਗੁਫ਼ਤਗੂ ਉੱਪਰ ਕੁਲਵਿੰਦਰ ਕੌਸ਼ਲ ਅਤੇ ਸ਼ਬਦ ਤਰਿੰਜਣ ਉੱਪਰ ਮਹਿੰਦਰਪਾਲ ਮਹਿੰਦਾ ਜੀ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਕਿ ਮੈਂ ਮੈਗਜ਼ੀਨ ਰਿਲੀਜ਼ ਕਰਨ ਲਈ ਸਾਥੀਆਂ ਨੂੰ ਸੱਦਾ ਦੇਵਾਂ, ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਮੰਚ ਦੇ ਕਨਵੀਨਰ ਹਰਭਜਨ ਸਿੰਘ ਖੇਮਕਰਨੀ ਜੀ ਨੂੰ ਕਿ ਉਹ ਰਸਮੀ ਤੌਰ 'ਤੇ ਸਭ ਦਾ ਸਵਾਗਤ ਕਰਨ। ਖੇਮਕਰਨੀ ਜੀ। ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਮਿੰਨੀ ਤ੍ਰੈਮਾਸਕ ਅਤੇ ਕੁਲਰੀਆ ਜੀ ਦੇ ਸਹਿਯੋਗ ਨਾਲ ਐਪ ਰਾਹੀਂ ਆਪਾਂ ਅੱਜ ਫਿਰ ਦੂਸਰੀ ਵਾਰ ਮਿੰਨੀ ਕਹਾਣੀ ਦੇ ਦਰਬਾਰ ਵਿੱਚ ਇਕੱਤਰ ਹੋ ਰਹੇ ਹਾਂ। ਮੈਂ ਸਾਰੇ ਦੋਸਤਾਂ ਨੂੰ, ਲੇਖਕਾਂ ਨੂੰ ਅਤੇ ਨਾਲ ਵਿਦਵਾਨ ਆਲੋਚਕਾਂ ਨੂੰ ਜੀ ਆਇਆਂ ਕਹਿੰਦਾ ਹਾਂ। ਜਿਸ ਤਰ੍ਹਾਂ ਅਸੀਂ ਸਾਰੇ ਵੇਖ ਹੀ ਰਹੇ ਹਾਂ ਕਿ ਇਸ ਵੇਲੇ ਕਰੋਨਾ ਦੀ ਮਾਰ ਹੇਠ ਤਕਰੀਬਨ ਸਾਰੀ ਦੁਨੀਆ ਹੀ ਆਈ ਹੈ ਅਤੇ ਇਸ ਦਾ ਨਾ ਕੋਈ ਇਲਾਜ ਲੱਭ ਰਿਹਾ ਹੈ। ਅਤੇ ਇਸ ਨੂੰ ਜੋ ਵੀ ਬਚਣ ਵਾਸਤੇ ਦੱਸਿਆ ਜਾ ਰਿਹਾ ਉਹਦੇ ਬਾਰੇ ਆਪਾਂ ਸਾਰੇ ਸੁਚੇਤ ਹੀ ਹਾਂ। ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਲੇਖਕ ਲੋਕ ਵੀ ਲੋਕਾਂ ਨੂੰ ਜਾਗਰਤ ਕਰ ਸਕਦੇ ਨੇ। ਐਵੇਂ ਜਿਵੇਂ ਕਿਹਾ ਜਾਂਦਾ ਹੈ ਕਿ ਹਨੇਰੇ ਵਿੱਚ ਤੀਰ ਚਲਾਓ ਤਾਂ ਕੋਈ ਨਾ ਕੋਈ ਕਿਰਨ ਸਾਨੂੰ ਮਿਲ ਹੀ ਜਾਂਦੀ ਹੈ। ਉਹ ਕਿਰਨ ਸਾਡੀ ਲੇਖਣੀ ਹੈ, ਸਾਡੀ ਕਲਮ ਹੈ, ਜਿਸ ਰਾਹੀਂ ਅਸੀਂ ਲੋਕਾਂ ਦੇ ਮਨਾਂ ਨੂੰ ਰਚਨਾਉਣਾ ਹੈ। ਜਿਸ ਤਰ੍ਹਾਂ ਉਹ ਟੈਂਦੀ ਕਲਾ ਵਿੱਚ ਜਾ ਰਹੇ ਨੇ, ਉਹਨਾਂ ਨੂੰ ਅਸੀਂ ਬੂਸਟ ਅਪ ਕਰਨਾ ਹੈ। ਅਤੇ ਮੈਂ ਉਮੀਦ ਕਰਦਾ ਹਾਂ ਕਿ ਆਪਾਂ ਸਾਰੇ ਇਸ ਦਾ ਸਹਿਯੋਗ ਦਿਆਂਗੇ ਆਪਣੇ ਪਰਿਵਾਰ ਵਿੱਚ, ਆਪਣੇ ਆਲੇ ਦੁਆਲੇ ਔਰ ਆਪਣੇ ਦੋਸਤਾਂ ਮਿੱਤਰਾਂ ਨੂੰ ਇਸ ਮੌਕੇ 'ਤੇ ਉਹਨਾਂ ਦੇ ਪੂਰੀ ਉਹਨਾਂ ਦਾ ਸਹਿਯੋਗ ਕਰਾਂਗੇ। ਅਤੇ ਆਓ ਆਪਾਂ ਇਸ ਸਮਾਗਮ ਦਾ ਆਨੰਦ ਮਾਣੀਏ। ਮੈਂ ਕੁਲਰੀਆ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਗਲਾ ਪ੍ਰੋਗਰਾਮ ਚਲਾਵੇ। ਧੰਨਵਾਦ। ਬਹੁਤ ਬਹੁਤ ਧੰਨਵਾਦ ਖੇਮਕਰਨੀ ਜੀ। ਉਹਨਾਂ ਨੇ ਸਾਰਿਆਂ ਨੂੰ ਰਸਮੀ ਜੀ ਆਇਆਂ ਨੂੰ ਕਿਹਾ। ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਡਾਕਟਰ ਪ੍ਰਦੀਪ ਕੌੜਾ ਜੀ, ਜਸਵੀਰ ਢੰਡ ਜੀ, ਅਗਰਵਾਲ ਸਾਹਿਬ ਜੁੜ ਚੁੱਕੇ ਨੇ, ਇਹਨਾਂ ਦਾ ਸਵਾਗਤ ਹੈ। ਹੁਣ ਮੈਂ ਕੁਲਵਿੰਦਰ ਕੌਸ਼ਲ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੈਗਜ਼ੀਨ ਰਿਲੀਜ਼ ਕਰਨ। ਸ਼ੁਕਰੀਆ ਜਗਦੀਸ਼ ਜੀ। ਅੱਜ ਜੋ ਮੈਗਜ਼ੀਨ ਗੁਫ਼ਤਗੂ ਰਿਲੀਜ਼ ਕੀਤਾ ਜਾਣਾ ਹੈ, ਉਹਦੇ ਬਾਰੇ ਮੈਂ ਕੁਝ ਦੱਸਣਾ ਚਾਹਾਂਗਾ। ਗੁਫ਼ਤਗੂ ਦਾ ਇਹ ਦੂਸਰਾ ਅੰਕ ਹੈ, ਜਿਸ ਦੇ ਸੰਪਾਦਕ ਸ਼ਿਆਮ ਸੁੰਦਰ ਦੀਪਤੀ ਜੀ ਹਨ। ਮੈਗਜ਼ੀਨ ਸ਼ੁਰੂ ਕਰਨ ਦਾ ਮੰਤਵ ਦੱਸਦੇ ਹੋਏ ਉਹ ਲਿਖਦੇ ਹਨ ਕਿ ਤੁਹਾਡੇ ਆਲੇ ਦੁਆਲੇ ਕਿੰਨੇ ਹੀ ਅਜਿਹੇ ਪਾਤਰ ਹਨ ਜਿਨ੍ਹਾਂ ਨਾਲ ਗੱਲ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਕਿਸੇ ਅਹਿਮ ਪਲ ਨੂੰ ਸਾਂਝਾ ਕੀਤਾ ਜਾ ਸਕਦਾ ਹੈ। ਅਜਿਹੇ ਹੀ ਪਲਾਂ ਨੂੰ ਫੜਨ ਲਈ ਇਹ ਮੈਗਜ਼ੀਨ ਸ਼ੁਰੂ ਕੀਤਾ ਗਿਆ ਹੈ, ਗੁਫ਼ਤਗੂ। ਇਸ ਮੈਗਜ਼ੀਨ ਦੇ ਸਾਲ ਵਿੱਚ 3 ਅੰਕ ਹੋਣਗੇ, ਨਵੇਂ ਸਾਲ ਤੇ ਨਵੀਂ ਸਵੇਰ। ਵਿਚਾਰਕ ਅੰਕ ਹੋਵੇਗਾ ਦੂਸਰਾ, ਜੋ ਮਾਰਕਸ ਦੇ ਜਨਮ ਦਿਨ ਤੇ ਹੈ, ਤੇ ਸੰਘਰਸ਼ ਅੰਕ ਤੀਸਰਾ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਹੋਵੇਗਾ। ਤੇ ਇਹ ਦੂਸਰਾ ਅੰਕ ਹੈ ਵਿਚਾਰਕ ਅੰਕ, ਜੋ ਕਿ ਮਾਰਕਸ ਦੇ ਜਨਮ ਦਿਨ ਨੂੰ ਲੈ ਕੇ ਹੈ, ਜਿਸ ਨੂੰ ਸਦੀ ਦਾ ਸਭ ਤੋਂ ਵੱਧ ਪ੍ਰਭਾਵ ਪਾਉਣ ਵਾਲਾ ਵਿਚਾਰਕ ਮੰਨਿਆ ਗਿਆ ਹੈ।
ਮਾਰਕਸ ਨਾਲ ਮੁਲਾਕਾਤ ਦਾ ਇੱਕ ਕਾਲਮ ਹੈ ਇਸ ਵਿੱਚ, ਜਿਹਦੇ ਵਿੱਚ ਸਬੱਬ ਇਹ ਬਣਾਇਆ ਗਿਆ ਹੈ ਕਿ ਉਹ ਭਾਰਤ ਵਿੱਚ ਆਇਆ ਹੋਇਆ ਹੈ। ਵਿਲੱਖਣ ਸ਼ਖਸੀਅਤਾਂ ਅਧੀਨ ਇੱਕ ਕਾਲਮ ਹੈ ਜਿਸ ਵਿੱਚ ਸਾਹਿਤ ਦੀ ਸਰਪ੍ਰਸਤੀ ਤਲਾਸ਼ਦਾ ਸਕੂਲ ਕੇਰਾ ਖੇੜਾ ਪਿੰਡ ਦੇ ਸੰਚਾਲਕ ਰਜੇਸ਼ ਕੁਮਾਰ ਨਾਲ ਮੁਲਾਕਾਤ ਹੈ, ਜਿਨ੍ਹਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਸੇਧ ਲਿਖਾਰੀ ਹੀ ਦੇ ਸਕਦੇ ਹਨ। ਮੇਰੀ ਨਜ਼ਰ ਅਧੀਨ ਇੱਕ ਕਾਲਮ ਵਿੱਚ ਸਾਡੇ ਘਰਾਂ ਵਿੱਚ ਕੰਮ ਕਰਨ ਵਾਲੇ ਬਹੁਤ ਮਿਹਨਤਕਸ਼ ਲੋਕ ਆਉਂਦੇ ਹਨ, ਜਿਨ੍ਹਾਂ ਨੂੰ ਅਸੀਂ ਅਣਗੌਲਿਆ ਹੀ ਕਰਦੇ ਹਾਂ। ਅਜਿਹੇ ਹੀ ਮਿਹਨਤਕਸ਼ ਪਾਪਾ ਅਮਰੀਕ ਸਿੰਘ ਜੀ ਬਾਰੇ ਆਪਣੇ ਵਿਚਾਰ ਲਿਖੇ ਹਨ ਊਸ਼ਾ ਦੀਪਤੀ ਜੀ ਨੇ। ਲੇਖਕ ਪਤੀ ਨਾਲ ਅਧੀਨ ਸੁਖਬੀਰ ਜੀ ਦੀ ਪਤਨੀ ਜਸਵੀਰ ਕੌਰ ਜੀ ਨੇ ਆਪਣੇ ਬਹੁਤ ਸਾਰੇ ਖਾਸ ਪਲ ਸਾਂਝੇ ਕੀਤੇ ਹਨ। ਇਸ ਤੋਂ ਇਲਾਵਾ ਸਵੈ ਕਥਨ, ਸ਼ਬਦ ਚਿੱਤਰ, ਮੁਲਾਕਾਤ, ਸਾਹਿਤ ਸਿਰਜਣਾ ਅਧੀਨ ਪੰਜਾਬੀ ਤੇ ਅਨੁਵਾਦਿਤ ਕਵਿਤਾਵਾਂ, ਮਿੰਨੀ ਕਹਾਣੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਭੀਸ਼ਮ ਸਾਹਨੀ ਜੀ ਦੇ ਜੀਵਨ ਅੰਸ਼ ਹਨ ਤੇ ਫੈਜ਼ ਸਾਹਿਬ ਦੇ ਖਤ ਵੀ। ਮੇਰੀ ਪਸੰਦ ਕਿਤਾਬ ਅਧੀਨ ਇੱਥੋਂ ਰੇਗਿਸਤਾਨ ਦਿਸਦਾ ਹੈ, ਲੇਖਕ ਜਸਵੀਰ ਰਾਣਾ ਬਾਰੇ ਬਹੁਤ ਦਿਲਚਸਪ ਲੇਖ ਲਿਖਿਆ ਹੈ, ਯਾਨੀ ਕਿ ਮੈਂ। ਮੇਰੀ ਕਹਾਣੀ ਦੇ ਪਾਤਰ ਦਰਸ਼ਨ ਬਰੇਟਾ ਜੀ ਨੇ ਰਿਸ਼ਤਿਆਂ ਦੀ ਬੁਨਿਆਦ, ਮਿੰਨੀ ਕਹਾਣੀ ਦੇ ਪਾਤਰ ਮਿੰਨੀ ਕਹਾਣੀ ਦੇ ਪਾਤਰ ਰਾਮਪਾਲ ਬਾਰੇ ਆਪਾਂ ਆਪਣੇ ਵਿਚਾਰ ਸਾਂਝੇ ਕੀਤੇ ਨੇ। ਪਰਮਜੀਤ ਪੰਮਾ ਜੀ ਬਾਰੇ ਵਿਵੇਕ ਜੀ ਨੇ ਲਿਖਿਆ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫੀਚਰ ਹਨ ਜੋ ਕਿ ਨਵੇਂ ਵਿਚਾਰਾਂ ਵਾਲੇ ਲੋਕਾਂ ਬਾਰੇ ਸਮੱਗਰੀ ਹੈ। ਅਸੀਂ ਇਸ ਮੈਗਜ਼ੀਨ ਨੂੰ ਜੀ ਆਏ ਆਖਦੇ ਹਾਂ। ਧੰਨਵਾਦ। ਬਹੁਤ ਬਹੁਤ ਧੰਨਵਾਦ ਕੁਲਵਿੰਦਰ ਕੌਸ਼ਲ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮੈਡਮ ਸੀਮਾ ਵਰਮਾ ਜੀ, ਵਿਵੇਕ ਕੋਟਿਸੇ ਖਾਂ, ਵੀਰਿੰਦਰ ਭਨਮੌਰੀ ਜੀ ਅਤੇ ਹੋਰ ਸਾਥੀ ਜੁੜ ਰਹੇ ਨੇ। ਹੁਣ ਮੈਂ ਬੇਨਤੀ ਕਰਾਂਗਾ ਮਹਿੰਦਰਪਾਲ ਮਹਿੰਦਾ ਜੀ ਨੂੰ ਕਿ ਉਹ ਸ਼ਬਦ ਤ੍ਰਿੰਜਣ ਮੈਗਜ਼ੀਨ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਨ। ਮਹਿੰਦਰਪਾਲ ਮਹਿੰਦਾ ਜੀ। ਸਾਡੀ ਸੋਚ ਹੋਵੇ ਭਾਵੇਂ ਵੱਖ-ਵੱਖ, ਨਹੀਂ ਪੈਣ ਦੇਣਾ ਪੰਛੀ ਅਸੀਂ ਅੱਖ ਵਿੱਚ ਕੱਖ। ਅਸਾਂ ਏਕੇ ਦੀ ਮਿਸਾਲ ਜਗਾਈ ਰੱਖਣੀ, ਪਿੰਡ ਪਿੰਡ ਗਲੀ ਗਲੀ ਰੁਸ਼ਨਾਈ ਰੱਖਣੀ। ਸਰਦਾਰ ਪੰਛੀ ਦੀਆਂ ਇਹ ਲਾਈਨਾਂ ਇਸ ਮੈਗਜ਼ੀਨ ਵਿੱਚੋਂ ਹੀ ਲਈਆਂ ਹਨ। ਬਹੁਤ ਹੀ ਸਤਿਕਾਰਯੋਗ ਲੇਖਕ ਸਾਥੀਓ, ਮੇਰੇ ਵੱਲੋਂ ਅਭਿਵਾਦਨ, ਸਤਿਕਾਰ, ਨਮਸਕਾਰ। ਕਿਤਾਬਾਂ ਮਨੁੱਖ ਦੀਆਂ ਵਧੀਆ ਮਿੱਤਰ ਹੁੰਦੀਆਂ ਹਨ। ਅਜੋਕੇ ਦੌਰ ਲਾਕਡਾਊਨ ਦੇ ਸਮੇਂ ਕਿਤਾਬਾਂ ਅਤੇ ਮੈਗਜ਼ੀਨ ਸੱਚੀ ਮਿੱਤਰਤਾ ਦਾ ਰੋਲ ਅਦਾ ਕਰ ਰਹੇ ਹਨ। ਉੱਥੇ ਹੀ ਅਜਿਹੀਆਂ ਸਾਹਿਤਕ ਗੋਸ਼ਟੀਆਂ ਮਨ ਨੂੰ ਸਕੂਨ ਦਿੰਦੀਆਂ ਹਨ। ਬੇਸ਼ੱਕ ਨਵੀਆਂ ਕਿਤਾਬਾਂ ਅਤੇ ਮੈਗਜ਼ੀਨ ਇਸ ਮਾੜੇ ਦੌਰ ਵਿੱਚ ਛਪ ਨਹੀਂ ਰਹੇ, ਪਰ PDF ਦੇ ਰੂਪ ਵਿੱਚ ਸਾਡੇ ਕੋਲ ਪਹੁੰਚ ਰਹੇ ਹਨ। 2020 ਦਾ ਸ਼ਬਦ ਤ੍ਰਿੰਜਣ ਅੰਕ ਤੁਹਾਡੇ ਰੂਬਰੂ ਕਰ ਰਹੇ ਹਾਂ। ਇਸ ਮੈਗਜ਼ੀਨ ਦਾ ਮੁੱਖ ਪੰਨਾ ਕਰੋਨਾ ਵਿਸ਼ਵ ਮਹਾਮਾਰੀ ਦੇ ਕਾਰਨ ਆਪਣੇ ਹੀ ਘਰਾਂ ਵਿੱਚ ਲੌਕ ਹੋਏ ਲੋਕਾਂ ਨੂੰ ਸਮਰਪਿਤ ਅਮਰਜੀਤ ਸਿੰਘ ਪੇਂਟਰ ਦੁਆਰਾ ਤਿਆਰ ਬਹੁਤ ਹੀ ਪ੍ਰਭਾਵਸ਼ਾਲੀ ਹੈ। ਦੂਜੇ ਮੁੱਖ ਪੰਨੇ ਤੇ ਜਗਦੀਸ਼ ਰਾਏ ਕੁਲਰੀਆ ਜੀ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ਰਣਜੀਤ ਆਜ਼ਾਦ ਕਾਂਝਲਾ ਜੀ ਦੁਆਰਾ ਰਚਿਤ ਸ਼ਬਦ ਰੇਖਾ ਚਿੱਤਰ ਮੈਗਜ਼ੀਨ ਨੂੰ ਚਾਰ ਚੰਨ ਲਾ ਰਿਹਾ ਹੈ। ਬੇਸ਼ੱਕ ਇਹ ਹਾਸ ਵਿਅੰਗ ਮੈਗਜ਼ੀਨ ਹੈ, ਪਰ ਇਸ ਵਿੱਚ ਬਹੁਤ ਸਾਰੀਆਂ ਵਿਧਾਵਾਂ ਨੂੰ ਥਾਂ ਦਿੱਤੀ ਗਈ ਹੈ, ਜਿਸ ਨਾਲ ਇਹ ਮੈਗਜ਼ੀਨ ਫੁੱਲਾਂ ਦਾ ਗੁਲਦਸਤਾ ਜਿਹਾ ਲੱਗਦਾ ਹੈ। ਵਿੱਚ ਹਾਸ ਵਿਅੰਗ, ਹਾਸ ਰਸੀ ਕਵਿਤਾਵਾਂ ਤੇ ਗੀਤ ਲੇਖ ਸ਼ਾਮਿਲ ਹਨ। ਸਫ਼ਰਨਾਮਾ ਤੇ ਰਵਾਈਆਂ ਦਾ ਅਨੋਖਾ ਮਿਸ਼ਰਣ ਹੈ। ਮਿੰਨੀ ਕਹਾਣੀ ਦੇ ਸਥਾਪਕ ਲੇਖਕਾਂ ਡਾਕਟਰ ਦੀਪਤੀ ਅਗਰਵਾਲ, ਨੂਰ ਖੇਮਕਰਨੀ ਅਤੇ ਕੁਲਰੀਆ ਜੀ ਦੀਆਂ ਰਚਨਾਵਾਂ ਦੀ ਆਪਣੀ ਹੀ ਮਹੱਤਤਾ ਹੈ। ਮੁੱਖ ਤੌਰ ਤੇ ਡਾਕਟਰ ਕੁਲਦੀਪ ਸਿੰਘ ਦੀਪ ਦਾ ਆਲੋਚਨਾਤਮਕ ਇਸ ਅੰਕ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਕਵਿਤਾ ਮੁਕਾਬਲੇ ਦੀਆਂ ਰਚਨਾਵਾਂ ਨੂੰ ਵੀ ਥਾਂ ਦਿੱਤੀ ਗਈ ਹੈ। ਪੁਸਤਕ ਰਿਵਿਊ ਤੇ ਸਰਗਰਮੀਆਂ ਦੀ ਤਾਂ ਗੱਲ ਹੀ ਵੱਖਰੀ ਹੈ। ਕੁੱਲ ਮਿਲਾ ਕੇ ਇਹ ਮੈਗਜ਼ੀਨ ਸਾਹਿਤਕ ਭੁੱਖ ਦੀ ਤ੍ਰਿਪਤੀ ਪੂਰੀ ਕਰਦਾ ਹੈ। ਇਸ ਲਈ ਅੱਜ ਇਸ ਦੇ ਲੋਕ ਅਰਪਣ ਤੇ ਇਸ ਮੈਗਜ਼ੀਨ ਦੇ ਸੰਪਾਦਕ ਮੰਗਤ ਰਾਏ ਮਿੱਤਲ ਜੀ ਅਤੇ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਸ਼ੁਕਰੀਆ ਮਹਿੰਦਰਪਾਲ ਜੀ।
ਸਭ ਤੋਂ ਪਹਿਲਾਂ ਮੈਂ ਹੁਣ ਬੇਨਤੀ ਕਰਾਂਗਾ ਸ਼੍ਰੀ ਸ਼ਿਆਮ ਸੁੰਦਰ ਅਗਰਵਾਲ ਜੀ ਨੂੰ ਕਿ ਉਹ ਮਿੰਨੀ ਕਹਾਣੀ ਦਾ ਪਾਠ ਕਰਨਾ। ਸ਼ਿਆਮ ਸੁੰਦਰ ਅਗਰਵਾਲ। साथियों, मेरी मिनी कहानी है जलियांवाला बाग। सरताज ते महक आटो तो उतरे ते जलियांवाले बाग दे भीड़े ਜਿਹੇ रास्ते तो अंदर जान लगे। सरताज बोलिया, बाग दे अंदर जान ते बाहर आउण दा यही एक तंग जिहा रस्ता है। अंग्रेज सिपाहियां ने इस रस्ते ਨੂੰ रोक के ਵਿਸਾਖੀ ਦੇ ਦਿਨ ਇੱਥੇ ਹੋ ਰਹੀ ਸਭਾ 'ਚ ਸ਼ਾਮਲ ਨਿਹੱਥੇ ਲੋਕਾਂ ਉੱਤੇ ਬਿਨਾਂ ਕੋਈ ਵਾਰਨਿੰਗ ਦਿੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ। ਗੋਲੀਆਂ ਚਲਾਉਣ ਵਾਲੇ ਆਪਣੇ ਟਾਰਗੇਟ ਦੇ ਭੱਜਣ ਦੇ ਸਾਰੇ ਰਾਹ ਬੰਦ ਕਰ ਦਿੰਦੇ ਹਨ। ਮੈਂ ਬੋਲੀ, ਹਰ ਹਮਲਾਵਰ ਦੀ ਇਹੀ ਰਣਨੀਤੀ ਰਹਿੰਦੀ ਹੈ। ਬਾਗ ਅੰਦਰ ਜਾ ਕੇ ਜੀਦੀ ਖੂਹ ਦਿਖਾਉਂਦੇ ਹੋਏ ਬੋਲਿਆ, ਜਾਨ ਬਚਾਉਣ ਲਈ ਬਹੁਤ ਸਾਰੇ ਲੋਕ ਇਸ ਖੂਹ ਵਿੱਚ ਡਿੱਗ ਕੇ ਮਰ ਗਏ ਸਨ। ਯਾਨੀ ਗੋਲੀਆਂ ਤੋਂ ਬਚਣ ਦਾ ਰਾਹ ਖੂਹ ਵੱਲ ਹੀ ਜਾਂਦਾ ਹੈ। ਉਦਾਸ ਆਵਾਜ਼ ਵਿੱਚ ਮਹਿਕ ਬੋਲੀ। ਆਟੋ ਵਿੱਚ ਹੱਸ ਕੇ ਗੱਲਾਂ ਕਰਨ ਵਾਲੀ ਮਹਿਕ ਬਾਗ ਵਿੱਚ ਆ ਕੇ ਇੱਕਦਮ ਉਦਾਸ ਹੋ ਗਈ ਸੀ। ਬਾਗ ਦੀ ਦੀਵਾਰ ਉੱਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਦਿਖਾਉਂਦੇ ਹੋਏ ਸਰਤਾਜ ਬੋਲਿਆ, ਵੇਖ ਮਹਿਕ, ਜੋ ਗੋਲੀਆਂ ਦੀਵਾਰ ਉੱਤੇ ਲੱਗੀਆਂ ਉਹਨਾਂ ਦੇ ਨਿਸ਼ਾਨ 100 ਸਾਲ ਬਾਅਦ ਵੀ ਸਾਫ਼ ਦਿਖਾਈ ਦੇ ਰਹੇ ਹਨ। ਰੋਣ ਹੱਕੀ ਹੋਈ ਮਹਿਕ ਬੋਲੀ, ਗੋਲੀਆਂ ਦੇ ਨਿਸ਼ਾਨ 100 ਸਾਲ ਤੱਕ ਵੀ ਬਣੇ ਰਹਿੰਦੇ ਹਨ। ਤੇ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਨਿਕਲੇ। ਕੀ ਗੱਲ ਮਹਿਕ, ਤੂੰ ਰੋ ਕਿਉਂ ਰਹੀ ਹੈ? ਕੀ ਕਸੂਰ ਸੀ ਉਹਨਾਂ ਨਿਰਦੋਸ਼ ਲੋਕਾਂ ਦਾ? ਇਸ ਬੇਜਵਾਨ ਬੇਕਸੂਰ ਦੀਵਾਰ ਦੇ 100 ਸਾਲ ਪੁਰਾਣੇ ਜ਼ਖਮ ਅਜੇ ਵੀ ਹਰੇ ਨੇ। ਹੁਣ ਇਹ ਇਤਿਹਾਸ ਹੈ ਮਹਿਕ, ਇੰਨੀ ਭਾਵੁਕ ਨਾ ਹੋ। ਉਸ ਵੱਲ ਮੂੰਹ ਕਰਦੀ ਮਹਿਕ ਬੋਲੀ, ਗੋਲੀਆਂ ਦੇ ਅਜਿਹੇ ਬਹੁਤ ਸਾਰੇ ਨਿਸ਼ਾਨ ਮੇਰੇ ਦਿਲ ਤੇ ਵੀ ਹਨ। ਉਹਨਾਂ ਗੋਲੀਆਂ ਦੇ ਜੋ ਮੇਰੇ ਪਹਿਲੇ ਸੱਸ ਸਹੁਰੇ, ਪਤੀ ਤੇ ਦਿਓਰ ਮੇਰੇ ਹਿਰਦੇ ਤੇ ਚਲਾਉਂਦੇ ਰਹੇ। ਕੋਈ ਨਿਸ਼ਾਨ ਮੇਰੇ ਭਰਾ ਭਰਜਾਈ ਵੱਲੋਂ ਦਾਗੀਆਂ ਗੋਲੀਆਂ ਦੇ ਵੀ ਨੇ। ਜਾਨ ਬਚਾਉਣ ਲਈ ਭੱਜਣ ਦਾ ਮੇਰੇ ਕੋਲ ਵੀ ਕੋਈ ਰਾਹ ਨਹੀਂ ਸੀ। ਭੱਜਦੀ ਤਾਂ ਮੈਂ ਵੀ ਖੂਹ 'ਚ ਡਿੱਗ ਕੇ ਮਰ ਜਾਂਦੀ। ਸਰਤਾਜ ਦੇ ਮੋਢੇ ਉੱਤੇ ਸਿਰ ਟਿਕਾ ਕੇ ਉਹ ਕੋਈ ਦੇਰ ਸਿਸਕਦੀ ਰਹੀ ਤੇ ਫਿਰ ਬੋਲੀ, ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਮਿਲਿਆ ਸਰਤਾਜ? ਮਿਲ ਜਾਂਦਾ ਤਾਂ ਕੀ ਹੁੰਦਾ, ਮੇਰਾ ਦਿਲ ਜਲਿਆਂਵਾਲਾ ਬਾਗ ਬਣਨ ਤੋਂ ਬਚ ਜਾਂਦਾ। ਧੰਨਵਾਦ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਸ਼ਿਆਮ ਸੁੰਦਰ ਅਗਰਵਾਲ ਜੀ ਜਿਨ੍ਹਾਂ ਨੇ ਆਪਣੀ ਮਿੰਨੀ ਕਹਾਣੀ। ਹਾਂਜੀ, ਮੈਂ ਹੁਣ ਬੇਨਤੀ ਕਰਦਾ ਵੀਰਿੰਦਰ ਪਨਮੋਰੀ ਜੀ ਨੂੰ, ਮੈਂ ਉਹਨਾਂ ਨੂੰ ਅਨਮਿਊਟ ਕਰਨ ਲੱਗਿਆ ਇੱਕ ਸਕਿੰਟ, ਫਿਰ ਉਹ ਆਪਣੀ ਰਚਨਾ ਦਾ ਪਾਠ ਕਰਨਗੇ। ਵੀਰਿੰਦਰ ਪਨਮੋਰੀ ਜੀ। ਮੇਰੀ ਕਹਾਣੀ ਦਾ ਸਿਰਲੇਖ ਹੈ ਨਾਇਕ। ਲੌਬੀ ਵਿੱਚੋਂ ਚੜ੍ਹਦੀਆਂ ਪੌੜੀਆਂ ਹੇਠਲੀ ਕੰਧ ਤੇ ਟੰਗੀ LED ਤੇ ਚੱਲ ਰਿਹਾ ਪ੍ਰੋਗਰਾਮ ਬਿਗ ਬੌਸ। ਬਿਗ ਬੌਸ ਦੇ ਘਰ ਵਿੱਚ ਸੈਲੀਬ੍ਰਿਟੀਆਂ ਦਾ ਇਕੱਠ। ਆਪਣੀ ਈਗੋ ਵਿੱਚ ਗੁੜਚ ਸੈਲੀਬ੍ਰਿਟੀ ਲੜ ਰਹੇ ਨੇ, ਗਾਲਾਂ ਕੱਢ ਰਹੇ ਨੇ, ਇੱਕ ਦੂਜੇ ਨੂੰ ਥੱਲੇ ਲਾਉਣ ਦੀਆਂ ਵਿਉਂਤਾਂ ਗੁੰਦ ਰਹੇ ਨੇ। ਮੇਰੇ ਬੱਚੇ ਤੇ ਪਤਨੀ LED ਦੀ ਸਕਰੀਨ ਵਿੱਚ ਅੱਖਾਂ ਗੱਡੀ ਬੈਠੇ ਹਨ। ਉਹ ਕਦੀ ਹੱਸਦੇ ਹਨ, ਕਦੀ ਗੁੱਸੇ ਨਾਲ ਬੋਲਦੇ ਹਨ। ਬਿਗ ਬੌਸ ਦੇ ਘਰ ਵਿਚਲੇ ਸੈਲੀਬ੍ਰਿਟੀਆਂ ਦੇ ਕਿਰਦਾਰਾਂ ਬਾਰੇ ਆਪੋ ਆਪਣੀ ਰਾਏ ਦੇ ਰਹੇ ਹਨ। ਦੇਖੋ ਮੰਮਾ, ਕਿੰਨੀ ਭੈੜੀ ਲੱਗਦੀ ਹੈ ਇਹ ਬਾਂਦਰੀ ਜੀ। ਸਮਝਦੀ ਕੀ ਹੈ ਆਪਣੇ ਆਪ ਨੂੰ? ਨਾ ਸੂਰਤ, ਨਾ ਅਕਲ, ਨਾ ਮੌਤ। ਇਹ ਆਵਾਜ਼ ਮੇਰੀ ਬੇਟੀ ਦੀ ਹੈ। ਤੇ ਆਹ ਦੇਖੋ, ਸਾਲਾ ਨਾਰਦ ਮੁਨੀ, ਅੱਗ ਲਾਊ ਮਹਿਕਮਾ। ਜੇਕਰ ਕਿਧਰੇ ਮੈਂ ਬਿਗ ਬੌਸ ਵਿੱਚ ਦੇ ਘਰ ਵਿੱਚ ਹੋਵਾਂ ਤਾਂ ਇਹਦਾ ਨੱਕ ਭੰਨਦਾ ਸਾਲੇ ਦਾ। ਇਹ ਆਵਾਜ਼ ਮੇਰੇ ਬੇਟੇ ਦੀ ਹੈ, ਉਹ ਵੀ ਆਪਣੀ ਭੜਾਸ ਕੱਢ ਰਿਹਾ ਹੈ। ਮੇਰੇ ਹੱਥ ਵਿੱਚ ਅਖਬਾਰ ਹੈ। ਖਬਰ ਹੈ, ਰੁਜ਼ਗਾਰ ਮੰਗਦੇ ਬੇਰੁਜ਼ਗਾਰ ਟੈਂਕੀਆਂ ਤੇ ਚੜੇ। ਖਬਰ ਹੈ, ਨਾਗਰਿਕਤਾ ਸੋਧ ਬਿੱਲ ਦੀ ਆੜ ਵਿੱਚ ਲਾਇਬ੍ਰੇਰੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਤੇ ਪੁਲਿਸ ਦਾ ਅੰਨਾ ਤਸ਼ੱਦਦ। ਖਬਰ ਹੈ, ਕਸ਼ਮੀਰ ਵਿੱਚ ਕਰਫਿਊ ਜਾਰੀ, ਇੰਟਰਨੈਟ ਤੇ ਹੋਰ ਜ਼ਰੂਰੀ ਸੇਵਾਵਾਂ ਬੰਦ। ਕੁਝ ਸਮੇਂ ਬਾਅਦ ਮੇਰੀ ਪਤਨੀ ਮੇਰੇ ਕੋਲ ਕਮਰੇ ਵਿੱਚ ਆ ਗਈ ਹੈ। TV ਉੱਤੇ ਸ਼ਾਇਦ ਕਮਰਸ਼ੀਅਲ ਬ੍ਰੇਕ ਆਈ ਹੈ।
ਉਹ ਅਖਬਾਰ ਚੁੱਕਦੀ ਹੈ, ਖਬਰ ਦਾ ਹੈਡਿੰਗ ਪੜ੍ਹਦੀ ਹੈ ਤੇ ਫਿਰ ਬੁੜਬੜਾਉਂਦੀ ਹੈ। ਯੂਨੀਵਰਸਿਟੀਆਂ ਵਿੱਚ ਪੜ੍ਹਨ ਥੋੜੀ ਜਾਂਦੇ ਨੇ, ਇਹ ਬਦਮਾਸ਼ੀਆਂ ਕਰਦੇ ਨੇ, ਬਦਮਾਸ਼ੀਆਂ। ਇਹਨਾਂ ਨਾਲ ਇੰਜੀ ਹੋਣਾ ਚਾਹੀਦਾ ਸੀ, ਇਹਨਾਂ ਨੂੰ ਤਾਂ ਜੇਲ੍ਹ ਹੀ ਡੱਕ ਦੇਣਾ ਚਾਹੀਦਾ ਹੈ। ਉਹ ਫਿਰ ਬੜਬੜਾਉਂਦੀ ਹੈ। ਨਾ ਟੈਂਕੀਆਂ ਤੇ ਚੜ੍ਹ ਕੇ ਕੀ ਸਾਬਤ ਕਰਨਾ ਚਾਹੁੰਦੇ ਨੇ ਇਹ? ਸਰਕਾਰ ਵੀ ਕਿੱਥੋਂ ਲਿਆਵੇ ਨੌਕਰੀਆਂ? ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਹੈ ਇਹਨਾਂ ਤੇ, ਬਿਨਾਂ ਵਜ੍ਹਾ ਰੌਲਾ ਪਾਉਣ ਵਾਲਿਆਂ ਖਿਲਾਫ। ਇੰਨੇ ਨੂੰ ਮੇਰੇ ਬੱਚੇ ਵੀ ਕਮਰੇ ਵਿੱਚ ਆ ਜਾਂਦੇ ਹਨ। ਉਹ ਵੀ ਆਪਣੀਆਂ ਨੌਕਰੀਆਂ ਅਤੇ ਆਜ਼ਾਦੀ ਲਈ ਸੰਘਰਸ਼ ਲੜ ਰਹੇ ਲੋਕਾਂ ਪ੍ਰਤੀ ਆਪਣੀ ਮਾਂ ਦੀ ਹਾਂ ਵਿੱਚ ਹਾਂ ਹੀ ਮਿਲਾਉਂਦੇ ਹਨ। ਟੀਵੀ ਤੇ ਬਿੱਗ ਬਾਸ ਮੁੜ ਸ਼ੁਰੂ ਹੋ ਗਿਆ ਹੈ। ਮੇਰੀ ਪਤਨੀ ਤੇ ਬੱਚੇ ਮੁੜ LED ਮੂਹਰੇ ਜਾ ਬੈਠੇ ਹਨ। ਮੈਂ ਕਮਰੇ ਵਿੱਚ ਪਏ ਕਿਤਾਬਾਂ ਵਾਲੇ ਰੈਕ ਅੱਗੇ ਜਾ ਖੜਦਾ ਹਾਂ। ਰੈਕ ਵਿੱਚੋਂ ਇੱਕ ਕਿਤਾਬ ਕੱਢਦਾ ਹਾਂ। ਕਿਤਾਬ ਦੇ ਟਾਈਟਲ ਤੇ ਭਗਤ ਸਿੰਘ, ਸੁਭਾਸ਼ ਚੰਦਰ ਬੋਸ, ਚੰਦਰ ਸ਼ੇਖਰ ਆਜ਼ਾਦ ਦੀਆਂ ਤਸਵੀਰਾਂ ਹਨ। ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਹੈ, ਆਜ਼ਾਦੀ ਦੀ ਲੜਾਈ ਦੇ ਨਾਇਕ। ਉਧਰੋਂ ਲੌਬੀ ਵਿੱਚੋਂ ਲੱਗੀ LED ਤੇ ਚੱਲ ਰਹੇ ਪ੍ਰੋਗਰਾਮ ਬਿੱਗ ਬਾਸ ਦੇ ਸੈਲੀਬ੍ਰਿਟੀਆਂ ਦੇ ਆਪਸ ਵਿੱਚ ਲੜਨ ਦੀ ਆਵਾਜ਼ ਮੁੜ ਆਉਣ ਲੱਗਦੀ ਹੈ। ਧੰਨਵਾਦ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਵੀਰੇਂਦਰ ਭੰਬੋਰੀ ਜੀ, ਜਿਨ੍ਹਾਂ ਨੇ ਆਪਣੀ ਮਿੰਨੀ ਕਹਾਣੀ ਦਾ ਪਾਠ ਕੀਤਾ। ਨਾਇਕ ਮਿੰਨੀ ਕਹਾਣੀ ਸੀ ਇਹਨਾਂ ਦੀ। ਮੈਂ ਹੁਣ ਬੇਨਤੀ ਕਰਾਂਗਾ ਭੁਪਿੰਦਰ ਸਿੰਘ ਮਾਨ ਜੀ ਨੂੰ ਕਿ ਉਹਨਾਂ ਦੀ ਮਿੰਨੀ ਕਹਾਣੀ ਹੈ ਕਾਇਆ ਕਲਪ, ਉਸ ਦਾ ਪਾਠ ਕਰਨ। ਭੁਪਿੰਦਰ ਸਿੰਘ ਮਾਨ ਜੀ। ਹਾਂਜੀ ਕਰੋ। ਸਰ, ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹੋਇਆ ਆਪਣੀ ਮਿੰਨੀ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰਦਾ। ਮੇਰੀ ਮਿੰਨੀ ਕਹਾਣੀ ਦਾ ਸਿਰਲੇਖ ਹੈ ਆਪਣਾ ਮੂਲ ਪਛਾਣ। ਆਪਣਾ ਮੂਲ ਪਛਾਣ। ਸੂਰਜ ਢਲ ਚੁੱਕਿਆ ਸੀ। ਇੱਕਾ ਦੁੱਕਾ ਲੋਕ ਸ਼ਾਮ ਦੀ ਸੈਰ ਕਰਨ ਆ ਜਾ ਰਹੇ ਸਨ। ਦਿਨੇ ਪਈ ਗਰਮੀ ਦੇ ਝੰਬੇ ਲੋਕ ਹੁਣ ਆਉਂਦੇ ਠੰਡੀ ਹਵਾ ਦੇ ਬੁੱਲਿਆਂ ਦਾ ਆਨੰਦ ਲੈ ਰਹੇ ਸਨ। ਗੰਡਾ ਸਿੰਘ ਆਥਣ ਦੀ ਰੋਟੀ ਦਾ ਕੰਮ ਨਿਬੇੜ ਨਿੱਤ ਦੀ ਆਦਤ ਮੁਤਾਬਕ ਬਾਹਰ ਚੌਂਕੜੀ ਤੇ ਆ ਬਿਰਾਜਿਆ। ਵਾਹਿਗੁਰੂ ਵਾਹਿਗੁਰੂ, ਕੈਸਾ ਜ਼ਮਾਨਾ ਆ ਗਿਆ। ਬੰਦਾ ਬੰਦੇ ਤੋਂ ਭੈ ਖਾਂਦਾ ਹੈ। ਦਿਨਾਂ 'ਚ ਹੀ ਦੁਨੀਆ ਜਾਮ ਹੋ ਗਈ। ਸਭ ਦੇ ਖੇਡਣੇ ਜੇ ਖਿੰਡ ਗਏ, ਖਿੰਡਾ ਤੇ ਉੱਪਰਲੇ ਨੇ। ਮੈਂ ਕਿਹਾ, ਸ਼ਕਲੀਆਂ ਮੰਨੀਆਂ ਤਾਇਆ, ਕਿਵੇਂ ਇਕੱਲਾ ਹੀ? ਚਿੰਤਾ ਤਾਂ ਨਹੀਂ ਕੋਈ? ਗੀਤੂ ਅਮਲੀ ਨੇ ਪੱਥਰ ਦਾ ਢਾਸਣਾ ਲਾਉਂਦਿਆਂ ਤਾਏ ਨਾਲ ਤਾਰ ਜੋੜੀ। ਆਪ ਤਲੀ ਮਰਨ 'ਚ ਗਲਤਾਨ ਹੋ ਗਿਆ। ਓਏ ਗੀਤੂ ਅਮਲੀਆ, ਸਾਰੇ ਮੁਲਕ ਤਰਾਹ ਤਰਾਹ ਕਰਨ ਲਾਤੇ ਪਲਾਂ 'ਚ। ਵਾਹ ਓਏ ਬੰਦਿਆ ਤੇਰੀਆਂ ਤਰੱਕੀਆਂ। ਬੰਦੇ ਨੇ ਕਾਸਤੇ ਨਹੀਂ ਕਬਜ਼ਾ ਕੀਤਾ। ਆਕਾਸ਼ ਪਤਾਲ, ਪਹਾੜ, ਗਰਮੀ ਸਰਦੀ, ਸਭ ਕੁਝ ਤੇ ਕਬਜ਼ਾ ਇਸ ਬੰਦੇ ਦਾ। ਬਾਕੀ ਤੂੰ ਅਮਲੀਆ ਐਡਾ ਪਾਰਖੂ ਕਦੋਂ ਤੋਂ ਬਣ ਗਿਆ? ਚਿਹਰੇ ਪੜ ਕੇ ਬੁੱਝਣ ਲੱਗ ਗਿਆ। ਹੁਣ ਖੈਰ ਨਹੀਂ। ਤੂੰ ਨਾ ਪਤੰਦਰਾ ਕਿਸੇ ਪੁੱਛਾ ਵਾਲੇ ਦਾ ਤੋਰੀ ਫੁਲਕਾ ਡੋਬਦੀ। ਤੂੰ ਆ ਗਿਆ ਵੱਡਾ ਭਾਂਡਾ। ਤਾਏ ਨੇ ਅਮਲੀ ਨੂੰ ਚੁੱਭ ਲਾਈ। ਉਹ ਤਾਇਆ, ਤੂੰ ਤਾਂ ਮੇਰੇ ਯਾਰ ਉਹੀ ਦਿਲ ਤੇ ਲਾ ਗਿਆ। ਮੈਂ ਤਾਂ ਮਜ਼ਾਕ 'ਚ ਸਿੱਧੂ ਵਾਲਾ ਛੱਕਾ ਜੜਿਆ ਸੀ। ਚੱਲ ਗਿਆ। ਨਾਲੇ ਤਾਇਆ ਆਪਾਂ ਤਾਂ ਪੁੱਛਾ ਵਾਲਿਆਂ ਦੀ ਮਕਾਨ ਨਹੀਂ ਜਾਂਦੇ। ਨਸ਼ਾ ਪੱਤਾ ਤਾਂ ਜ਼ਰੂਰ ਮਾੜਾ ਮੋਟਾ ਕਰ ਲੈਂਦਾ, ਪਰ ਤਾਇਆ ਬੰਦੇ ਆਪਾਂ ਪੂਰੇ ਤਰਕਸ਼ੀਲ ਹਾਂ। ਹਾਂ ਸੱਚ, ਆ ਚੰਦਰੀ ਬਿਮਾਰੀ ਤੋਂ ਕਦੋਂ ਖੜਾ ਛੁੱਡੂ? ਪਤੰਦਰ ਨੇ ਸਾਰੇ ਕੁੱਕੜਾਂ ਵਾਂਗੂ ਤਾੜ ਤੇ ਘਰਾਂ 'ਚ। ਬੜੀ ਨਾਮਰਾਦ ਬਿਮਾਰੀ ਹੈ ਸਾਲੇ ਦੀ। ਨਾਲੇ ਸੱਚ ਤਾਇਆ, ਕਹਿੰਦੇ ਕੋਈ ਦਵਾਈ ਦਵੂਈ ਵੀ ਨਹੀਂ ਬਣੀ ਹਾਲੇ ਤੱਕ ਇਹਦੀ। ਗੀਤੂ ਅਮਲੀ ਨੇ ਜਰਦੇ ਦੀ ਚੁੰਡੀ ਲਾਉਂਦਿਆਂ ਗੇਂਦ ਤਾਏ ਦੇ ਪਾਲੇ 'ਚ ਠੱਲਤੀ। ਉਹ ਭਰਾਵਾ, ਇੱਕ ਗੱਲ ਤਾਂ ਹੈ, ਇੱਕੋ ਸੱਟੇ ਸਭ ਬਰਾਬਰ ਕਰਤੇ ਅਮੀਰ ਗਰੀਬ। ਆਖੇ 100 ਸੁਨਿਆਰ ਦੀ ਇੱਕ ਲੋਹਾਰ ਦੀ। ਹੁਣ ਸਭ ਬਿਟਰ ਬਿਟਰ ਝਾਕਦੇ ਆ ਇੱਕ ਦੂਜੇ ਵੱਲ ਦੂਰੋਂ ਦੂਰੋਂ। ਨਾਲੇ ਬੰਦਾ ਇਹੋ ਜਿਹੇ ਵੇਲੇ ਹੀ ਇੱਕ ਦੂਜੇ ਬਾਰੇ ਮਾੜਾ ਮੋਟਾ ਚੰਗਾ ਸੋਚਦਾ ਹੈ, ਨਹੀਂ ਤਾਂ ਬਸ ਠੱਗੀ ਠੋਰੀ, ਬੇਈਮਾਨੀ, ਚਤਰਾਈ, ਹਉਮੈ ਤੇ ਤੇਰ ਮੇਰ ਤੋਂ ਹੀ ਵੇਲ ਨਹੀਂ ਮਿਲਦੀ ਇਹਨੂੰ। ਬਾਕੀ ਰਹੀ ਗੱਲ ਦਵਾਈ ਦੀ, ਦਵਾਈ ਤਾਂ ਭਰਾਵਾ ਤਾਂ ਬਣਾਵੇ
ਇਹ ਤਾਂ ਬੇਈਮਾਨ ਬੰਦੇ ਦੀ ਆਪਣੀ ਖੁਦ ਦੀ ਕਤਿੱਤਾ ਖਾਮ ਖਾਦੀ। ਬੰਦਾ ਆਇਆ ਇੱਥੇ ਮੁਸਾਫਰ, ਖਾਣਾ ਜੰਗੀ, ਹਵਾ ਪਾਣੀ ਧਰਤੀ ਨੌਰ ਪੰਛੀ ਸਭ ਨਾ ਕਰਤੇ ਆਪਣੇ ਸਵਾਰਥ ਲਈ। ਹੁਣ ਹਰ ਚਿਹਰੇ ਤੇ ਚਿੰਤਾ ਤੇ ਤਿਉੜੀ, ਸਮਝ ਨਹੀਂ ਆਉਂਦੀ ਬਣੂ ਕੀ ਬੰਦੇ ਦਾ। ਹੁਣ ਤਾਏ ਨੇ ਪਰਨੇ ਦਾ ਲੜ ਸੂਤ ਕਰਦਿਆਂ ਅਮਲੀ ਨੂੰ ਵਾਰੀ ਦਿੱਤੀ। ਤਾਇਆ ਬਾਕੀ ਤਾਂ ਖਾਦੀ ਕੜੀ ਸਾਲੀ, ਸਾਰੇ ਪਾਸੇ ਕਰੋਨਾ ਕਰੋਨਾ ਹੋਈ ਪਈ ਹੈ। ਇੰਨੀ ਚਰਚਾ ਤਾਂ ਮੈਂ ਕਦੇ ਭੁੱਕੀ ਦੀ ਨਹੀਂ ਸੁਣੀ। ਰੇਡੀਓ ਟੀਵੀ ਅਖਬਾਰ ਤੇ ਬੱਚਾ ਬੁੱਢਾ ਸਭ ਕਰੋਨਾ ਦਾ ਹੀ ਜਾਪ ਕਰਦਾ ਦਿਨ ਰਾਤ। ਬਾਕੀ ਤਾਇਆ ਹੁਣ ਭੁੱਕੜ ਤਾਂ ਮਿਲਦਾ ਨਹੀਂ, ਆਪਾਂ ਤਾਂ ਸਾਲੇ ਜਰਦੇ ਦੀਆਂ 2 ਤਲੀਆਂ ਵੱਧ ਲਾ ਲੈਂਦੀਆਂ ਨੇ। ਪਰ ਤਾਇਆ ਐਂ ਲੋਕ ਅੰਦਰ ਵੜ ਕੇ ਕਿੰਨਾ ਕੁ ਚਿਰ ਟਾਈਮ ਲੰਘਾਉਣਗੇ ਭਲਾ? ਢਿੱਡ ਭਰਨ ਲਈ ਤਾਂ ਕੁਝ ਨਾ ਕੁਝ ਕਰਨਾ ਹੀ ਪਊ। ਗੀਤੂ ਅਮਲੀ ਵੀ ਹੁਣ ਗੰਭੀਰ ਮੁਦਰਾ 'ਚ ਵਿਚਾਰਾਂ 'ਚ ਡੁੱਬਦਾ ਜਾ ਰਿਹਾ ਸੀ। ਅਮਲੀਆ, ਬੰਦੇ ਨੂੰ ਕਾਦਰ ਨੇ ਕੁਦਰਤ ਦੇ ਰੂਪ 'ਚ ਅਨੇਕਾਂ ਨਿਆਮਤਾਂ ਦਿੱਤੀਆਂ ਸੀ, ਤੋਹਫੇ ਦੇ ਰੂਪ 'ਚ। ਹੰਕਾਰੀ ਮਨੁੱਖ ਨੇ ਅਖੌਤੀ ਚਤਰਾਈ ਕਰਕੇ ਸਭ ਸੰਤੁਲਨ ਵਿਗਾੜਤੇ, ਮਲੀਆ ਮੇਟ ਕਰਤਾ ਸਭ ਕੁਝ। ਬੇਸ਼ਰਮ ਬੰਦਾ ਹੁਣ ਵਿੱਚ ਵੱਜਦਾ ਫਿਰਦਾ ਇੱਕ ਦੂਜੇ ਦੇ, ਤੈਂ ਕੀਤਾ ਦੀ ਤੋਹਮਤਬਾਜ਼ੀ ਕਰੀ ਜਾਂਦਾ, ਪਰ ਬੰਦਾ ਅਜੇ ਵੀ ਨਹੀਂ। ਗੰਡਾ ਸਿਉਂ ਦੀ ਗੰਭੀਰਤਾ ਸਾਫ਼ ਨਜ਼ਰ ਆ ਰਹੀ ਸੀ। ਤਾਇਆ, ਮੈਨੂੰ ਲੱਗਦਾ ਹੈ ਮੋਬਾਈਲ ਕੰਪਨੀ ਵਾਂਗੂ ਇਹ ਕਰੋਨਾ ਬਿਮਾਰੀ ਬੰਦੇ ਨੂੰ ਕੁਦਰਤ ਨੇ ਆਖਰੀ ਮੈਸੇਜ ਭੇਜਿਆ, ਨਹੀਂ ਤਾਂ ਬਣ ਜਾ ਬੰਦਾ, ਨਹੀਂ। ਫੇਰ ਬੋਲਦਿਆਂ ਗੀਤੂ ਅਮਲੀ ਦਾ ਗੱਚ ਭਰ ਆਇਆ। ਉਹ ਅੱਗੇ ਹੋਰ ਨਾ ਕੁਝ ਬੋਲ ਸਕਿਆ। ਸਹੀ ਆ ਅਮਲੀਆ, ਹੁਣ ਵੀ ਜੇ ਬੰਦਾ ਨਾ ਸਮਝਿਆ ਤਾਂ ਬਸ ਦੁਨੀਆ। ਵਾਹਿਗੁਰੂ ਸਮਤ ਬਖਸ਼ੇ ਬੰਦੇ ਨੂੰ। ਚੰਗਾ ਫਿਰ ਗੀਤੂਆ, ਮੈਂ ਸੁਹੇਲੇ ਦਾ ਪਾਠ ਕਰਨਾ, ਮੈਂ ਚੱਲਦਾ। ਗੀਤੂ ਕਾਫੀ ਚਿਰ ਨੀਵੀਂ ਪਾਣੀ ਸੁੰਨ ਹੋਇਆ ਸੋਚਦਾ ਹੀ ਰਿਹਾ। ਧੰਨਵਾਦ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਦਰਸ਼ਨ ਬਰੇਟਾ ਜੀ, ਜਿਨ੍ਹਾਂ ਨੇ ਆਪਣੀ ਨਵੀਂ ਮਿੰਨੀ ਕਹਾਣੀ ਆਪਣਾ ਮੂਲ ਪਛਾਣ ਇਹਦਾ ਪਾਠ ਕੀਤਾ। ਬੋਹਾ ਜੀ, ਅਮਰਜੀਤ ਭੋਲਾ ਜੀ, ਮੰਗਤ ਕੁਲਜਿੰਦ ਜੀ, ਰਣਜੀਤ ਆਜ਼ਾਦ ਕਾਂਜਲਾ ਜੀ, ਡਾਕਟਰ ਸਾਧੂ ਰਾਮ ਲੰਗਿਆਣਾ ਜੀ, ਪ੍ਰਤਿਭਾ ਰਹਿਮ ਜੀ, ਤੇ ਕਾਫੀ ਹੋਰ ਸਾਥੀ ਜੁੜੇ ਨੇ। ਸਾਰਿਆਂ ਦਾ ਸਵਾਗਤ ਕਰਦੇ ਹਾਂ। ਤੇ ਹੁਣ ਭੁਪਿੰਦਰ ਸਿੰਘ ਮਾਨ ਜੀ, ਆਵਾਜ਼ ਆ ਗਈ ਤੁਹਾਨੂੰ ਮਾਨ ਸਾਹਿਬ? ਮੰਗਾ ਜੀ, ਤੁਸੀਂ ਆਪਣੀ ਰਚਨਾ ਦਾ ਪਾਠ ਕਰੋ। ਅੱਛਾ, ਮੈਂ ਠੀਕ ਹੈ। ਸਤਿਕਾਰਯੋਗ ਦੋਸਤੋ, ਸਭ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਤੇ ਮੇਰੀ ਕਹਾਣੀ ਦਾ ਸਿਰਲੇਖ ਹੈ ਬਾਬੇ ਦੀ ਕੁਰਸੀ। ਆ ਰਹੀ ਹੈ ਆਵਾਜ਼ ਜੀ? ਬਹੁਤ ਵਧੀਆ ਜੀ, ਆ ਰਹੀ ਹੈ ਜੀ। ਹਾਂਜੀ, ਬਾਬੇ ਦੀ ਕੁਰਸੀ। 75 ਸਾਲਾਂ ਨੂੰ ਢੁੱਕ ਚੁੱਕੇ ਪੂਰਨ ਚੰਦ ਦੇ ਪੁੱਤਾਂ ਨੂੰਹਾਂ ਨੇ ਕਬੀਲਦਾਰੀ ਦਾ ਬੋਝ ਮੋਢਿਆਂ ਤੇ ਚੁੱਕ ਲਿਆ। ਸਰੀਰਕ ਅੰਗਾਂ ਤੇ ਖਾਸ ਕਰਕੇ ਗੋਡੇ ਲੱਤਾਂ ਦੇ ਸਤਾਏ ਪੂਰਨ ਚੰਦ ਦਾ ਜ਼ਿਆਦਾ ਸਮਾਂ ਮੰਜੇ ਤੇ ਜਾਂ ਕੁਰਸੀ ਤੇ ਗੁਜ਼ਰਦਾ। ਰਾਤ ਤਾਂ ਮੰਜੇ ਨਾਲ ਕੱਟੀ ਜਾਂਦੀ, ਪਰ ਦਿਨ ਬੂਹੇ ਅੱਗੇ ਕੁਰਸੀ ਜਾਂ ਕਦੇ ਸੜਕ ਜਾਂ ਪਾਰਕ 'ਚ ਤੋਰਾ ਫੇਰਾ। ਪੰਜਾਬ 'ਚ ਅੱਤਵਾਦ ਦੇ ਦਿਨਾਂ 'ਚ 2 ਜਵਾਨ ਪੁੱਤਾਂ ਦੀਆਂ ਲਾਸ਼ਾਂ ਮੋਢੇ ਤੇ ਢੋ ਚੁੱਕੇ ਪੂਰਨ ਚੰਦ ਨੇ ਆਪਣੇ ਆਪ ਨੂੰ ਸੰਭਾਲ ਲਿਆ ਸੀ, ਕੁਦਰਤ ਦੇ ਨਾਲ ਪ੍ਰੇਮ ਪਾ ਕੇ। ਪਰ ਅੱਜ ਸੰਸਾਰਕ ਤੀਸਰੀ ਜੰਗ ਦੇ ਟ੍ਰੇਲਰ ਨੇ ਸਾਰਾ ਕੁਝ ਹੀ ਤਹਿਸ-ਨਹਿਸ ਕਰ ਦਿੱਤਾ। ਜਾਂ ਪ੍ਰਦੂਸ਼ਣ ਤੋਂ ਮੁਕਤ ਤਾਂ ਹੋ ਗਈ, ਪਰ ਦਹਿਸ਼ਤ ਦੇ ਭਾਰ ਨਾਲ ਦਬ ਗਈ। ਤੇ ਦਹਿਸ਼ਤ ਨੇ ਲੋਕਾਂ ਨੂੰ ਆਪਣੀ ਗ੍ਰਿਫਤ 'ਚ ਲੈ ਲਿਆ। ਕੁਝ ਅੱਗ ਤੇ ਤੇਲ ਪਾ ਰਹੇ ਸੀ ਚੈਨਲ, ਖਬਰਾਂ ਦੀ ਪੇਸ਼ਕਾਰੀ ਅਤੇ ਕੁਝ ਝੂਠੀਆਂ ਅਫਵਾਹਾਂ। ਭਾਰੀ ਅਜਿਹਾ ਚੱਲ ਚੁੱਕਿਆ ਸੀ, ਇਹੀ ਖਤਰਨਾਕ, ਦੂਰੋਂ ਨੇੜਿਓਂ ਸੱਜਿਓਂ ਖੱਬਿਓਂ ਮਾਰ ਕਰਨ ਵਾਲਾ ਅਦ੍ਰਿਸ਼ ਕਰੋਨਾ ਵਾਇਰਸ। ਪਤਾ ਵੀ ਨਹੀਂ ਸੀ ਲੱਗਣ ਦਿੱਤਾ ਕਦੋਂ ਅੰਦਰ ਘੁਸਪੈਠ ਕਰ ਗਿਆ। ਲਈ ਸਖਤ ਹੁਕਮ ਵੀ ਸਨ, ਸਮੇਂ ਦੀ ਜ਼ਰੂਰਤ ਵੀ ਸੀ ਕਿ ਘਰਾਂ 'ਚ ਬੈਠੋ, ਬਾਹਰ ਨਾ ਨਿਕਲੋ, ਇੱਕ ਦੂਜੇ ਤੋਂ ਸਰੀਰਕ ਬਣਾਈ ਰੱਖੋ, ਮੂੰਹ ਤੇ ਮਾਸਕ ਪਹਿਨ ਕੇ ਰੱਖੋ, ਬਾਰ-ਬਾਰ ਹੱਥ ਸਾਬਣ ਨਾਲ ਧੋਵੋ, ਸੈਨੀਟਾਈਜ਼ਰ ਪਾਸੇ ਚੁੱਪ। ਕੋਈ ਟਾਵਾਂ ਟੱਲਾ ਬੰਦਾ ਬੁੜੀ ਉਹ ਵੀ ਕਦੇ ਦਿਖਾਈ ਦਿੰਦਾ, ਜਾਂ ਪੁਲਿਸ ਦੇ ਜਵਾਨ ਅਫਸਰ, ਉਹਨਾਂ ਦੀਆਂ ਘੁੰਮਦੀਆਂ ਜਿਪਸੀਆਂ, ਮੋਟਰਸਾਈਕਲ।
ਅੱਜ ਦੇ ਸਾਹਮਣੀ ਹੂਟਰ ਜਿਨ੍ਹਾਂ ਨਾਲ ਵਾਤਾਵਰਨ ਜ਼ਿਆਦਾ ਡਰਾਵਨਾ ਲੱਗਣ ਲੱਗਦਾ। ਨੂੰਹਾਂ ਸਮਝਾਉਂਦੇ ਬਾਪੂ ਅੰਦਰ ਬਹਿ ਜਾ ਕਰ, ਕਿਸੇ ਦਿਨ ਨਾਲੇ ਆਪਦੀ ਬੇਇੱਜ਼ਤੀ ਕਰਵਾਏਗਾ ਤੇ ਨਾਲੇ ਸਾਡੀ। ਓਏ ਕੋਈ ਨਹੀਂ ਕਰਦਾ ਮੇਰੀ ਬੇਇੱਜ਼ਤੀ, ਫਿਰ ਸਿੱਟੀ ਜਾਂਦਾ ਸਭ ਨੂੰ ਧਿਆਨ ਹੁੰਦਾ ਹੈ। ਬਾਪੂ ਉਹ ਵੀ ਮਜਬੂਰ ਨੇ ਕਰਨ, ਕਰੋਨੇ ਨੇ ਸਾਰੀ ਦੁਨੀਆ ਡਰਾ ਛੱਡੀ ਹੈ। ਅਚਾਨਕ ਹੀ ਪੁਲਿਸ ਦੀ ਜਿਪਸੀ ਦਾ ਮੂੰਹ ਸੜਕ ਤੋਂ ਗਲੀ ਵੱਲ ਹੋ ਗਿਆ। ਗਲੀ ਵਿੱਚ ਅੱਡ-ਅੱਡ ਬੂਹਿਆਂ ਅੱਗੇ ਬੈਠੇ ਕੁਝ ਲੋਕ ਤੁਰੇ ਫਿਰਦੇ ਲੋਕ, ਉਹਨਾਂ ਲਈ ਤਾਂ ਦਬਕੇ ਦੀ ਵੀ ਲੋੜ ਨਹੀਂ ਪਈ। ਗੱਡੀ ਵੇਹਦਿਆਂ ਅਲੋਪ ਹੋ ਗਏ। ਬਾਬਾ ਨਾਲੇ ਆਪ ਮਰੇਗਾ ਨਾਲੇ ਲੋਕਾਂ ਨੂੰ ਮਰਵਾਏਗਾ, ਇੱਥੋਂ ਅੰਦਰ ਨਹੀਂ ਟਿਕ ਕੇ ਬੈਠਾ ਜਾਂਦਾ। ਉਹ ਪੁੱਤਰਾ ਕਿੱਥੇ ਬੈਠਾ ਜਾਂਦਾ ਹੈ 24 ਘੰਟੇ ਅੰਦਰ, ਬਾਹਰ ਬੈਠ ਕੇ ਜੀਸ ਰੱਸਾ ਜਿਹਾ ਹੋ ਜਾਂਦਾ ਹੈ। ਮੈਂ ਇਹ ਗੱਲ ਅਜੇ ਮੂੰਹ 'ਚ ਹੀ ਸੀ ਕਿ ਪੁਲਸੀ ਆਵਾਜ਼ ਨੇ ਬਾਬੇ ਦੇ ਗਲੇ ਨੂੰ ਲਗਵਾ ਕਰ ਦਿੱਤਾ। ਬਾਬਾ ਬਾਹਲੀਆਂ ਗੱਲਾਂ ਨਾ ਮਾਰ, ਤੇਰੀ ਉਮਰ ਦਾ ਲਿਹਾਜ਼ ਕਰਕੇ ਛੱਡ ਜਾਂਦੇ ਆ, ਕਿ ਤੂੰ ਫਿਰ ਵੀ ਨਾ ਹਟਿਆ ਤਾਂ ਚੁੱਕ ਕੇ ਲੈ ਜਾਾਂਗੇ, ਉੱਥੇ ਬੈਠਾ ਰਹੀ ਜੇਲ੍ਹ 'ਚ। ਆਵਾਜ਼ ਤਾਂ ਚਲੀ ਗਈ, ਪਰ ਦਹਿਸ਼ਤ ਦਾ ਸਾਇਆ ਬਾਬੇ ਦੇ ਮਨ ਤੋਂ ਉਦੋਂ ਧੁੰਦਲਾ ਪਿਆ ਜਦ ਪੁੱਤ ਨੇ ਕਿਹਾ, ਉਹ ਬਾਪੂ ਕਰ ਲੈ ਕੁਰਸੀ ਹੁਣ ਤਾਂ ਅੰਦਰ, ਨਹੀਂ ਉਹ ਸਾਡੀ ਵੀ ਲਾਪਤ ਕਰਨਗੇ। ਬੱਚਿਆਂ ਦੀ ਲਾਪਤ, ਉਹ ਵੀ ਮੇਰੇ ਕਾਰਨ। ਨਾ 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 ਨਾ, ਚੱਲ ਪੁੱਤ ਚੱਕ ਮੇਰੀ ਕੁਰਸੀ, ਤੋਰਤੀ ਸੰਭਾਲ ਦੇ, ਔਖਾ ਸੌਖਾ ਬੈਠਾ ਰਿਹਾ ਕਰੂੰ ਕਮਰੇ 'ਚ। ਹਾਂਜੀ ਹਾਂਜੀ ਭੁਪਿੰਦਰ ਮਾਨ ਜੀ, ਹੁਣ ਤਾਂ ਆ ਰਹੀ ਤੁਹਾਡੇ ਕੋਲ ਆਵਾਜ਼? ਹਾਂਜੀ ਹਾਂ, ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਹਾਂਜੀ ਹਾਂਜੀ, ਸੁਣਾਓ ਕਹਾਣੀ ਸੁਣਾਓ। ਹਾਂਜੀ, ਸਤਿਕਾਰਯੋਗ ਦੋਸਤੋ, ਮੇਰੀ ਕਹਾਣੀ ਦਾ ਨਾਮ ਹੈ ਕਾਇਆ ਕਲਪ। ਸੁਰਿੰਦਰ ਨੇ ਅਖਬਾਰ ਪੜ੍ਹ ਕੇ ਆਪਣੇ ਗੁਰਗੇ ਦੀਪੀ ਨੂੰ ਆਵਾਜ਼ ਮਾਰੀ, ਓਏ ਦੀਪੀ ਗੱਲ ਸੁਣ, ਇਉਂ ਕਰ 2 ਕੁਆਂਟਲ ਕਣਕ ਪਿਹਾ ਕੇ ਲਿਆ ਤੇ ਨਾਲ ਹੀ 50 ਕਿਲੋ ਦਾਲ ਲੈ ਆਈ, ਆ ਫੜ ਪੈਸੇ। ਬਾਈ ਜੀ ਇੰਨਾ ਸਮਾਨ ਆਪਾਂ ਕੀ ਕਰਨਾ? ਦੀਪੀ ਨੇ ਪ੍ਰਸ਼ਨ ਕੀਤਾ। ਦਾਨ ਕਰਾਂਗੇ, ਹੋਰ ਕੀ ਕਰਨਾ? ਸੁਰਿੰਦਰ ਨੇ ਉੱਤਰ ਮੋੜਿਆ। ਦੀਪੀ ਨੂੰ ਦਾਨ ਦੀ ਗੱਲ ਸੁਣ ਕੇ ਕਾਫੀ ਹੈਰਾਨੀ ਹੋਈ, ਕਿਉਂਕਿ ਉਹ ਜਾਣਦਾ ਸੀ ਕਿ ਦਾਨ ਤੇ ਸੁਰਿੰਦਰ ਦੋਵੇਂ ਇੱਕ ਦੂਜੇ ਦੇ ਉਲਟ ਗੱਲਾਂ ਸਨ। ਹੱਥ ਵਿੱਚ ਫੜੇ ਪੈਸੇ ਉਸਨੂੰ ਹੋਰ ਅਚੰਭਤ ਕਰਦੇ ਸਨ, ਕਿਉਂਕਿ ਉਹ ਜਾਣਦਾ ਸੀ ਕਿ ਉਸਦਾ ਸੁਭਾਅ ਇਸ ਤਰ੍ਹਾਂ ਕਿ ਉਹ ਬਿਨਾਂ ਮਤਲਬ ਤੋਂ ਸਕੇ ਬਾਪ ਦਾ ਵੀ ਨਹੀਂ ਸੀ। ਪੂਰਾ ਸ਼ਹਿਰ ਸੁਰਿੰਦਰ ਦੇ ਕੰਮਾਂ ਤੋਂ ਜਾਣੂ ਸੀ। ਨਸ਼ੇ, ਬਲੈਕ, 2 ਨੰਬਰ ਦੇ ਕੰਮ, ਲੜਾਈ ਝਗੜੇ ਉਸਦੇ ਰੋਜ਼ਮਰਾ ਜੀਵਨ ਦਾ ਹਿੱਸਾ ਸਨ। ਕਈ ਕੇਸ ਉਸ ਤੇ ਚੱਲਦੇ ਸਨ। ਸ਼ਹਿਰ ਵਿੱਚ ਉਸਦੀ ਦਿੱਖ ਬਦਮਾਸ਼ ਤੇ 2 ਨੰਬਰੀ ਕੰਮ ਕਰਨ ਵਾਲੇ ਦੀ ਸੀ। ਭਈਆ ਤੁਹਾਨੂੰ ਕੀ ਸੁੱਝੀ? ਦੀਪੀ ਨੇ ਆਪਣੀ ਉਤਸੁਕਤਾ ਸ਼ਾਂਤ ਕਰਨ ਲਈ ਪੁੱਛਿਆ। ਓਏ ਬੁੱਧੂਆ, ਕਦੇ ਅਖਬਾਰ ਵਗੈਰਾ ਵੀ ਪੜ੍ਹ ਲਿਆ ਕਰ। ਸੰਕਟ ਦੀ ਘੜੀ ਚੱਲ ਰਹੀ ਹੈ, ਕਰੋਨਾ ਕਰਕੇ ਪ੍ਰਸ਼ਾਸਨ ਨੇ ਮਦਦ ਕਰਨ ਦੀ ਅਪੀਲ ਕੀਤੀ ਹੈ। ਜਿੱਥੇ ਸਹੀ ਸਮਾਜ ਸੇਵੀ ਕੰਮ ਕਰਨਗੇ ਉੱਥੇ ਆਪਾਂ ਵੀ ਆਪਣਾ ਘੋੜਾ ਭਜਾ ਲਾਂਗੇ। ਆਪਾਂ ਇਹ ਸਮਾਨ ਅਫਸਰਾਂ ਦੀ ਮੌਜੂਦਗੀ 'ਚ ਲੋਕਾਂ ਨੂੰ ਵੰਡਾਂਗੇ, ਦੇਖੀ ਫਿਰ ਆਪਣੀ ਚੜ੍ਹਾਈ ਹੁੰਦੀ, ਸੁਰਿੰਦਰ ਨੇ ਪੂਰੇ ਮਾਣ ਨਾਲ ਕਿਹਾ। ਦੀਪੀ ਲਈ ਗੱਲ ਹਾਲੇ ਵੀ ਬੁਝਾਰਤ ਸੀ, ਕਿਉਂਕਿ ਸੁਰਿੰਦਰ ਤਾਂ ਹਮੇਸ਼ਾ ਉਸ ਨਾਲ ਲੜਾਈ ਝਗੜਿਆਂ ਦੇ ਕੇਸਾਂ, ਵਕੀਲਾਂ ਦੀਆਂ ਗੱਲਾਂ ਹੀ ਕਰਦਾ ਸੀ। ਉਸਨੇ ਦੁਹਰਾ ਕੇ ਪੁੱਛਿਆ, ਬਾਈ ਗੱਲ ਸਮਝ ਨਹੀਂ ਲੱਗੀ, ਚੜ੍ਹਾਈ ਕਿਵੇਂ ਹੋਊ? ਓਏ ਮੂਰਖਾ, ਤੇਰੇ ਬੁੱਥੇ 'ਚ ਕੋਈ ਸਿੱਧੀ ਗੱਲ ਨਹੀਂ ਵੜਦੀ। ਛੋਟੇ ਹੁੰਦੇ ਮਾਂ ਕਥਾ ਸੁਣਾਉਂਦੀ ਹੁੰਦੀ ਸੀ, ਇੱਕ ਰਾਜਕੁਮਾਰੀ ਨੂੰ ਰਾਜਾ ਕੋੜੀ ਨਾਲ ਵਿਆਹ ਦਿੰਦਾ ਤੇ ਫਿਰ ਰਾਜਕੁਮਾਰੀ ਇੱਕ ਦਿਨ ਕੋੜੀ ਨੂੰ ਸਰੋਵਰ ਦੇ ਕਿਨਾਰੇ ਛੱਡ ਕੇ ਰੋਟੀ ਮੰਗਣ ਚਲੀ ਜਾਂਦੀ ਹੈ। ਕੋੜੀ ਉੱਥੇ ਇੱਕ ਕੌਤਕ ਦੇਖਦਾ, ਸਰੋਵਰ ਵਿੱਚ ਕਾਲੇ ਕਾਂ ਵੜਦੇ ਹਨ ਤੇ ਚਿੱਟੇ ਹੰਸ ਬਣ ਕੇ ਉੱਡ ਜਾਂਦੇ ਹਨ। ਉਹ ਵੀ ਉਸ ਵਿੱਚ ਜਾ ਕੇ ਕੋੜ ਤੋਂ ਛੁਟਕਾਰਾ ਪਾ ਲੈਂਦਾ। ਚੱਲ ਉਹ ਤਾਂ ਸਤਿਯੁਗ ਦੀਆਂ ਗੱਲਾਂ ਸਨ, ਉਸ ਕਥਾ ਵਾਂਗ ਤਾਂ ਨਹੀਂ, ਪਰ ਅੱਜ ਦੀ ਲੁੱਚ ਪਾਉ ਨਾਲ ਹੁਣ ਆਪਾਂ ਕਾਂ ਤੋਂ ਹੰਸ ਬਣ ਜਾਾਂਗੇ ਤੇ ਨਾਲੇ ਆਪਾਂ ਨੂੰ ਕੋੜ ਤੋਂ ਛੁਟਕਾਰਾ ਪਾਉਣ ਦਾ ਸਮਾਂ ਆ ਗਿਆ। ਦੀਪੀ ਨੇ ਮੂਰਖਾਂ ਵਾਂਗੂ ਅੱਖਾਂ ਝਪਕਾਈਆਂ ਤੇ ਬੋਲਿਆ, ਉਹ ਕਿਵੇਂ ਬਾਈ? ਨਾਲੇ ਆਪਾਂ ਨੂੰ ਖਰਚਾ ਕਰਨ ਦੀ ਕੀ ਲੋੜ ਹੈ? ਸੁਰਿੰਦਰ ਮੁਸਕਰਾ ਕੇ ਬੋਲਿਆ, ਦੇਖ ਇੱਕ ਵਾਰੀ ਆਪਾਂ ਸਮਾਨ ਵੰਡ ਦੇਵਾਂਗੇ, ਹੋਰ ਦਾਨੀ ਲੋਕ ਆਪਾਂ ਨੂੰ ਸਮਾਨ ਦੇਣਗੇ, ਅੱਧਾ ਪਚੱਧਾ ਵੰਡ ਦੇਵਾਂਗੇ, ਬਾਕੀ ਅੰਦਰ ਕਰ ਲਵਾਂਗੇ। ਜਿੱਥੇ ਦੂਜੇ ਸਮਾਜ ਸੇਵੀ ਕੰਮ ਕਰਨਗੇ ਉੱਥੇ ਆਪਾਂ ਕੰਮ ਘੱਟ ਤੇ ਪ੍ਰਚਾਰ ਤੇ ਜ਼ੋਰ ਰੱਖਾਂਗੇ। ਪ੍ਰਸ਼ਾਸਨ ਵਿੱਚ ਬੱਲੇ ਬੱਲੇ ਹੋ ਜਾਊ। ਅਫਸਰਾਂ ਨੂੰ ਸਮਾਜ ਸੇਵੀਆਂ ਨਾਲ ਆਪਣਾ ਸਨਮਾਨ ਵੀ ਕਰਨਾ ਪਊ। ਆਪਾਂ ਉਹ ਤਸਵੀਰਾਂ ਅਖਬਾਰ 'ਚ ਪਾ ਦੇਵਾਂਗੇ। ਹੋ ਸਕਦਾ ਕੋਈ ਵੱਡਾ ਰਾਜਨੀਤਿਕ ਹੱਥ ਹੀ ਮਾਰ ਲਈਏ। ਹੁਣ ਆਪਣੇ ਕੰਮ ਲਈ ਰਾਜਨੀਤਿਕ ਸ਼ਕਤੀ ਲੋੜ ਹੈ। ਨਾਲੇ ਆ ਬਲੈਕੀਏ 10 ਨੰਬਰੀ ਵਾਲਾ ਕੋਡ ਲੈ ਜਾਓ। ਕਮਲਿਆ, ਇਹ ਸੰਕਟ ਦੀ ਘੜੀ ਨਹੀਂ, ਕਾਇਆ ਕਲਪ ਦਾ ਟਾਈਮ ਹੈ। ਦੀਪੀ ਨੂੰ ਗੱਲ ਸਮਝ ਆ ਚੁੱਕੀ ਸੀ। ਉਹ ਸਿਰ ਹਿਲਾਉਂਦਾ ਹੁਕਮ ਵਜਾਉਣ ਤੁਰ ਗਿਆ। ਧੰਨਵਾਦ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਭੁਪਿੰਦਰ ਮਾਨ ਜੀ, ਜਿਨ੍ਹਾਂ ਨੇ ਆਪਣੀ ਮਿੰਨੀ ਕਹਾਣੀ ਦਾ ਪਾਠ ਕੀਤਾ। ਹੁਣ ਮੈਂ ਬੇਨਤੀ ਕਰਾਂਗਾ ਹਰਪ੍ਰੀਤ ਰਾਣਾ ਜੀ ਨੂੰ। ਹਾਂਜੀ,
ਮੇਰੀ ਮਿੰਨੀ ਕਹਾਣੀ ਦਾ ਸਿਰਲੇਖ ਹੈ ਜੀ ਝੱਖਰ। ਤਰਕਾਲਾਂ ਦੇ ਵੇਲੇ ਚਬਾਰੇ ਉੱਤੇ ਦਾਰੂ ਪੀਂਦਿਆਂ ਜ਼ਿਮੀਂਦਾਰ ਧੰਨਾ ਸਿੰਘ ਨੇ ਦੂਰ ਤੱਕ ਆਪਣੇ ਖੇਤਾਂ ਵਿੱਚ ਲਹਿਰਾਉਂਦੇ ਸੋਨੇ ਵਰਗੀਆਂ ਕਣਕ ਦੀਆਂ ਬਲੀਆਂ ਵੇਖ ਮੁੱਛਾਂ ਨੂੰ ਤਾਹ ਦਿੰਦਿਆਂ ਉੱਚੀ ਸਾਰੀ ਬਰਕ ਮਾਰੀ। ਵਾਹ ਬਈ ਵਾਹ, ਐਤਕੀ ਤਾਂ ਆਪਣੀ ਫਸਲ ਬੜੀ ਲਾਜਵਾਬ ਹੋਈ ਹੈ। ਸੀਕਿਆਂ ਦੀਆਂ ਛਾਤੀਆਂ ਉੱਤੇ ਵੀ ਸੱਪ ਮੇਲਦਾ ਹੋਣਾ। ਧੰਨਾ ਸਿੰਘ ਕੋਲ ਬੈਠੇ ਜੋਟੀਦਾਰਾਂ ਨੇ ਹਾਂ 'ਚ ਹਾਂ ਮਿਲਾਈ, ਪਰ ਆਪਣੇ ਬਜ਼ੁਰਗ ਸ੍ਰੀ ਘੋਲੀ ਨੂੰ ਚੁੱਪ ਦੇ ਬੈਠਾ ਵੇਖ ਕੇ ਉਸਨੇ ਟੀਚਰ ਕੀਤੀ, ਕੀ ਗੱਲ ਘੋਲੀਆ, ਤੈਨੂੰ ਕੀ ਸੱਪ ਸੁੰਘ ਗਿਆ? ਕਿਤੇ ਸੀਕਿਆਂ ਨਾਲ ਤਾਂ ਨਹੀਂ ਮਿਲਿਆ ਹੋਇਆ? ਸਰਦਾਰ ਜੀ, ਕਿੰਨੀਆਂ ਹੀ ਪੀੜ੍ਹੀਆਂ ਤੋਂ ਤੁਹਾਡਾ ਨਮਕ ਖਾ ਰਹੇ ਹਾਂ, ਪਰ ਰੱਬ ਤੋਂ ਡਰ ਕੇ ਰਹੀਦਾ। ਵਿਸਾਖੀ ਤੱਕ ਮੌਸਮ ਠੀਕ ਰਹੇ। ਘੋਲੀ ਹਲੀਮੀ ਨਾਲ ਬੋਲਿਆ। ਘੋਲੀ, ਐਵੇਂ ਡਰੀਦਾ ਨਹੀਂ। ਅਸਮਾਨ ਵੱਲ ਤਾਰਿਆਂ ਦੀਆਂ ਖਿੱਤੀਆਂ ਨੂੰ ਨਿਹਾਰਦਾ ਦੇਖ ਧੰਨਾ ਸਿੰਘ ਨੇ ਸਰੂਰ ਜਿਹਾ ਆ ਗਿਆ। ਉਸਨੇ ਦਾਰੂ ਦਾ ਇੱਕ ਮੋਟਾ ਸਾਰਾ ਪੈਗ ਅੰਦਰ ਸੁੱਟਦਿਆਂ ਆਪਣੇ ਇੱਕ ਜੋਟੀਦਾਰ ਨੂੰ ਗੁੱਝੀ ਸੈਨਤ ਕੀਤੀ। ਰਾਤੀ ਇੱਕ ਮਟਿਆਰ ਧੰਨਾ ਸਿੰਘ ਦੇ ਸੌਣ ਕਮਰੇ ਵਿੱਚ ਪੁੱਜ ਚੁੱਕੀ ਸੀ। ਉਹ ਮਟਿਆਰ ਦੀ ਖੂਬਸੂਰਤੀ ਨੂੰ ਨਿਹਾਰਦਿਆਂ ਬੋਲਿਆ, ਆ ਮੇਰੀ ਜਾਨ, ਮੇਰੇ ਅੰਦਰਲੇ ਝੱਖਰ ਨੂੰ ਸ਼ਾਂਤ ਕਰ ਦੇ। ਅਚਾਨਕ ਬਾਹਰ ਬਿਜਲੀ ਕੜਕੀ, ਝੱਖਰ ਅਤੇ ਮੀਂਹ ਸ਼ੁਰੂ ਹੋ ਚੁੱਕਾ ਸੀ। ਵਾਹ, ਅੱਜ ਰੱਬ ਵੀ ਮੇਰੇ ਉੱਤੇ ਮਿਹਰਬਾਨ ਹੈ। ਮੌਸਮ ਵੀ ਸੁਹਾਵਣਾ ਹੋ ਗਿਆ ਹੈ। ਮਟਿਆਰ ਨੂੰ ਘੁੱਟ ਕੇ ਜੱਫੀ ਚ ਲੈਂਦਿਆਂ ਨਸ਼ੇ ਦੇ ਲੋੜ ਵਿੱਚ ਝੂਮਦਿਆਂ ਧੰਨਾ ਸਿੰਘ ਦੇ ਮੂੰਹੋਂ ਨਿਕਲਿਆ। ਧੰਨਾ ਸਿੰਘ ਜਦੋਂ ਉੱਠਿਆ ਤਾਂ ਸਵੇਰ ਦੇ 10 ਵੱਜ ਚੁੱਕੇ ਸਨ। ਮਟਿਆਰ ਜਾ ਚੁੱਕੀ ਸੀ ਤੇ ਮੌਸਮ ਵੀ ਸਾਫ਼ ਹੋ ਚੁੱਕਾ ਸੀ। ਉਸ ਚੁਬਾਰੇ ਦੇ ਵਿਹੜੇ ਚ ਆ ਕੇ ਆਪਣੀ ਫਸਲ ਵਾਲੀ ਝਾਤ ਮਾਰੀ। ਰਾਤੀ ਝੱਖਰ, ਗੜੇਮਾਰ ਤੇ ਮੀਂਹ ਕਾਰਨ ਸਾਰੀ ਫਸਲ ਧਰਤੀ ਉੱਤੇ ਵਿਛੀ ਹੋਈ ਸੀ। ਹਾਏ ਓ ਰੱਬਾ, ਇਹ ਕੀ ਅਨਹੋਣੀ ਵਾਪਰ ਗਈ। ਧੰਨਾ ਸਿੰਘ ਝੱਖਰ ਚੱਬਿਆ ਤੇ ਪੀਲਾ ਧੂਤ ਹੋਇਆ ਟਿਕ ਟਿਕੀ ਲਾਈ ਆਪਣੀ ਫਸਲ ਦੀ ਤਬਾਹੀ ਨੂੰ ਤੱਕ ਰਿਹਾ ਸੀ। ਧੰਨਵਾਦ ਜਿਹੜਾ ਵੀ ਦਾਨਗਰ ਜੀ, ਹਾਂਜੀ ਸਰ, ਤੁਸੀਂ ਆਪਣੀ ਰਚਨਾ ਦਾ ਪਾਠ ਕਰੋ। ਸਤਿਕਾਰਯੋਗ ਸਾਰੇ ਪ੍ਰਬੰਧਕੀ ਕਮੇਟੀ, ਮਿੰਨੀ ਪੰਜਾਬ ਮੰਚ ਦੇ ਵੱਲੋਂ ਬਹੁਤ ਬਹੁਤ ਧੰਨਵਾਦੀ ਹਾਂ ਜੀ। ਤੇ ਮੇਰੀ ਕਹਾਣੀ ਸਿਰਲੇਖ ਹੈ ਬਹੁਤ ਦੂਰ ਪੰਜਾਬ। ਸਿੰਘ ਚੜ੍ਹਦੇ ਸੂਰਜ ਦੀ ਲਾਲੀ ਵੱਲ ਟਿਕਟਿਕੀ ਲਗਾਈ, ਪਤਾ ਨਹੀਂ ਕਿਹੜੀਆਂ ਡੂੰਘੀਆਂ ਸੋਚਾਂ ਦੇ ਵਿੱਚ ਬਹਿ ਪਿਆ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰ ਦੀ ਸੈਰ ਕਰਨ ਮਗਰੋਂ ਐਲਗਰੀ ਦੇ ਪਾਰਕ ਵਿੱਚ ਅੱਪ ਹੋ ਕੇ ਬੈਠਾ ਹੋਇਆ ਸੀ। ਸ੍ਰੀ ਅਕਾਲ ਜੀ, ਅਗਨ ਚੇਤ ਪਿੱਛੋਂ ਆਈ ਗੜਕਦੀ ਆਵਾਜ਼ ਨੇ ਅੰਤ ਧਿਆਨ ਭੰਗ ਕਰ ਦਿੱਤਾ। ਮੋਰਮਾ ਆਵਾਜ਼ ਦਾ ਬੋਲਿਆ, ਸ੍ਰੀ ਅਕਾਲ ਜੀ, ਸ੍ਰੀ ਅਕਾਲ ਭਾਈ ਜੀ, ਮੈਂ ਗੁਰਨਾਮ ਸਿੰਘ ਮੁੱਗੇ ਤੋਂ ਜੀ ਕਰਨੀ ਬੈਠੇ ਵਾ। ਉਹ ਸੁਣਾਓ ਕਿਹੜਾ ਇਲਾਕਾ ਜੀ ਆਪਣਾ? ਤਾਂ ਤੁਸੀਂ ਨਹੀਂ ਗਏ ਕਦੇ ਪੰਜਾਬ? ਨਾਲੇ ਅੱਜ ਕੱਲ ਜਾਣਾ ਕੀ ਔਖਾ ਵਾ। ਹੁਣ ਤਾਂ ਇਉਂ ਲੱਗਦਾ ਜਿਵੇਂ ਪੰਜਾਬ ਆ ਖੜਾ ਹੋਵੇ। ਗੁਰਨਾਮ ਆਪਣੇ ਆਪ ਕਈ ਸਵਾਲ ਜਵਾਬ ਕਰ ਰੱਖੇ ਆ ਜੀ। ਜੇ ਸੱਚ ਪੁੱਛੋ ਇਹ ਆਖਦੇ ਆ ਨਹਿਲ ਅੱਖਾਂ ਭਰ ਆਇਆ, ਤੁਹਾਡਾ ਕਿਹੜਾ ਵੀਜ਼ਾ ਨਹੀਂ ਲੱਗਦਾ। ਪੰਜਾਬ ਨਾਮ ਨੇ ਨਾਲ ਕਿਹਾ, ਸੁਣ ਕੇ ਨਹਿਲ ਅੱਖਾਂ ਪੂੰਝਦਾ ਬੋਲਿਆ, ਉਹ ਤਾਂ ਤੁਹਾਡੀ ਗੱਲ ਠੀਕ ਹੈ, ਪਰ ਭਰਾਵਾ ਮੈਂ ਤਾਂ ਕਿੰਨੇ ਸਾਲ ਪਹਿਲਾਂ ਹੀ ਆਪਣੀ ਸਾਰੀ ਜ਼ਮੀਨ ਜਾਇਦਾਦ ਆਇਆ ਸੀ। ਕਿੱਥੇ ਹੀ ਪੰਜਾਬ ਤਾਂ ਮੈਨੂੰ ਬਹੁਤ ਦੂਰ ਹੋ ਗਿਆ, ਬਹੁਤ ਦੂਰ ਹੋ ਗਿਆ। ਬੇਨਤੀ ਕਰਦੇ ਆ ਮੈਡਮ ਹਰਜਿੰਦਰ। ਮੇਰੀ ਅੱਜ ਦੀ ਕਹਾਣੀ ਹੈ ਮੈਂ ਕ੍ਰਿਸ਼ਤੀਆਂ ਦੀ। ਨਾਸ਼ਤਾ ਕਰਦਿਆਂ ਕਮਲਦੀਪ ਨੂੰ 2 ਦਿਨ ਪਹਿਲਾਂ
ਫੜੇ ਖਲੋਤੇ ਉੱਚੀ ਬੋਲੀ ਬੋਲਦੇ 3 ਸਾਲ ਦੇ ਬੱਚੇ ਦੀ ਆਵਾਜ਼ ਦੀ ਯਾਦ ਆ ਰਹੀ ਸੀ। ਹੋ ਲੋਤੀ ਲੈ ਲਓ ਤੁਸੀਂ, ਬਾਲ ਦੂਰ ਚੱਲੇ ਹੋ ਵਿੱਚ ਆਪਣੇ ਮੰਜੇ ਤੇ ਬੈਠੇ ਰੋਟੀ ਦੀ ਪਹਿਲੀ ਬੁਰਕੀ ਤੋੜ ਕੇ ਖਾਂਦੇ ਦਾ ਉਹਦਾ ਭੁੱਬਾ ਮਾਰ ਕੇ ਰੋਣਾ ਨਿਕਲ ਗਿਆ। ਨਿੰਮੀ ਨਿੰਮੀ ਟਿਊਨ ਤੇ ਗੁਣ ਗਣਾਉਂਦਾ ਉਸ ਤੋਂ 2 ਫੁੱਟ ਦੀ ਦੂਰੀ ਤੇ ਆਪਣੇ ਮੰਜੇ ਦੀ ਚਾਦਰ ਸਵਾਰੀ ਕਰਦਾ ਹੋਇਆ ਉਸਦਾ ਸਾਥੀ ਉਸਨੂੰ ਚੁੱਪ ਕਰਵਾਉਣ ਲੱਗਾ। ਉਸ ਤੋਂ 6 ਮੀਟਰ ਤੇ ਕਮਰੇ ਦੀ ਦੂਸਰੀ ਨੁੱਕਰ ਤੇ ਹੋਇਆ ਬੈਠਾ ਸਤੀਸ਼ ਕੁਮਾਰ ਆਪਣੀਆਂ ਅੱਖਾਂ ਨੂੰ ਪਰਨੇ ਨਾਲ ਪੂੰਝਦਿਆਂ ਉਸਨੂੰ ਦੂਰ ਤੋਂ ਹੀ ਦਿਲਾਸਾ ਦੇ ਰਿਹਾ ਸੀ। ਆਪਾਂ ਸਾਰੇ ਤੇਰੇ ਨਾਲ ਹਾਂ ਜੀ, ਫਿਰ ਵਾਪਸ ਆਪਣੇ ਘਰ ਪਰਿਵਾਰ ਵਿੱਚ ਕਮਲ ਨਾਲ ਜਾਵਾਂਗੇ। ਕਮਲਦੀਪ ਪਤਾ ਹੁੰਦਾ ਜਾ ਰਿਹਾ ਸੀ। ਕੁਆਰੰਟਾਈਨ ਤੋਂ ਉਸਦਾ ਭਾਵ ਸਦਾ ਲੈਂਦਾ ਹੈ। ਉਸਨੂੰ ਬਾਰ-ਬਾਰ ਗੇਟ 'ਚ ਖਲੋ ਰਹੇ ਆਡਲੇ ਬੱਚੇ ਦੀ ਯਾਦ ਆ ਰਹੀ ਸੀ। ਇੱਕ ਹੱਥ ਨਾਲ ਆਪਣੀ ਮਾਂ ਦੀ ਉਂਗਲ ਘੁੱਟ ਕੇ ਫੜੀ ਹੋਈ ਸੀ ਤੇ ਦੂਸਰੇ ਹੱਥ ਦੇ ਨਾਲ ਟਾ ਕਰ ਰਿਹਾ ਸੀ। ਮਾਂ ਅੱਖਾਂ ਨੂੰ ਪੂੰਝ ਕੇ ਇਹਦੇ ਉੱਤੇ ਕੋਈ ਦਰਦ ਨਾ ਹੋਣ ਦਾ ਝੂਠਾ ਦਿਖਾਵਾ ਕਰ ਰਹੀ ਸੀ। ਉਸਦੀ ਤਸਵੀਰ ਤੇ ਉਸਦੇ ਬੱਚੇ ਦੀ ਤਸਵੀਰ ਅੱਖਾਂ ਸਾਹਮਣੇ ਘੁੰਮੀ ਜਾ ਰਹੀ ਸੀ। ਉਸ ਨਾਲ ਉਹ ਰਹਿੰਦਾ ਸੀ, ਉਸਦੇ ਚੇਤੇ ਤੋਂ ਬਾਹਰ ਸੀ। ਧੰਨਵਾਦ। ਹੁਣ ਸਾਡੇ ਨਾਲ ਸੈਟਲ ਅਮਰੀਕਾ ਤੋਂ ਜੁੜ ਚੁੱਕੇ ਨੇ ਬਲਿਹਾਰ ਸਿੰਘ ਜੀ। ਧੰਨਵਾਦ ਮੈਡਮ ਹਰਜਿੰਦਰਪਾਲ ਜੀ ਦਾ, ਜਿਨ੍ਹਾਂ ਨੇ ਆਪਣੀ ਮਿੰਨੀ ਕਹਾਣੀ ਦਾ ਪਾਠ ਕੀਤਾ। ਹੁਣ ਮੈਂ ਆਲੋਚਨਾ ਲਈ ਸੱਦਾ ਦਿਆਂਗਾ ਸਭ ਤੋਂ ਪਹਿਲਾਂ ਡਾਕਟਰ ਪ੍ਰਦੀਪ ਕੌੜਾ ਜੀ ਨੂੰ ਕਿ ਉਹ 2 ਮਿੰਨੀ ਕਹਾਣੀਆਂ ਦੇ ਉੱਪਰ ਆਪਣੇ ਵਿਚਾਰ ਰੱਖਣ। ਡਾਕਟਰ ਪ੍ਰਦੀਪ ਕੌੜਾ ਜੀ। ਬਹੁਤ ਹੀ ਸਤਿਕਾਰਯੋਗ ਮਿੰਨੀ ਕਹਾਣੀਕਾਰ ਸਾਹਿਬਾਨ, ਬਹੁਤ ਵਧੀਆ ਉਪਰਾਲਾ ਮਿੰਨੀ ਕਹਾਣੀ ਮੰਚ ਜਗਦੀਸ਼ ਕੁੱਲਰ ਜੀਆਂ ਵੱਲੋਂ। ਔਰ ਅੱਜ ਦੇ ਇਸ ਕਹਾਣੀ ਪਾਠ ਦੇ ਵਿੱਚ 8 ਕਹਾਣੀਆਂ ਪੜ੍ਹੀਆਂ ਗਈਆਂ। ਮੈਂ ਉਹਨਾਂ ਦੇ ਵਿੱਚੋਂ 2 ਕਹਾਣੀਆਂ ਦੇ ਉੱਤੇ ਗੱਲ ਕਰਨੀ ਹੈ। ਪਹਿਲੀ ਕਹਾਣੀ ਸ਼੍ਰੀ ਸ਼ਿਆਮ ਸੁੰਦਰ ਅਗਰਵਾਲ ਜੀ है, जलियांवाला बाग। तमाम शहर में बेचेहरा लोग रहते हैं, कभी कभी कोई चेहरा दिखाई पड़ता है। बहुत सोहनी बाकमाल और एक मॉडल मिनी कहानी दे मैं इस मिनी कहानी नूं लैना। एक वधिया रचना शुरू हुंदी है। कार्ल गुस्ताव जुंग लिखता है कि साडा एक समूहक अवचेतन हुंदा है। ਉਹ ਚੇਤਨ ਜਿਹੜਾ ਇਕੱਲੇ ਸਾਡੇ ਬਜ਼ੁਰਗਾਂ ਦਾ ਨਹੀਂ, ਸਾਡੀ ਇੱਕ ਸੱਭਿਆਚਾਰ ਦਾ ਅਵਚੇਤਨ ਹੈ ਤੇ ਸਾਡੇ ਸੱਭਿਆਚਾਰ ਦੇ ਅਵਚੇਤਨ ਪਿਆ ਜਲਿਆਂਵਾਲਾ ਬਾਗ। ਔਰ ਉਸ ਜਲਿਆਂਵਾਲੇ ਬਾਗ ਦੀ ਇੱਕ ਬਹੁਤ ਦਰਦਨਾਕ ਘਟਨਾ, ਜੇ ਅਸੀਂ ਕਿਸੇ ਚੀਜ਼ ਦੀ ਅੱਤ ਦਿਖਾਉਣੀ ਹੈ ਤਾਂ ਉਹ ਇੱਕ ਬਹੁਤ ਵੱਡਾ ਚਿਹਨ ਹੈ ਸਾਡੀ ਹਿਸਟਰੀ ਦਾ, ਸਾਡੇ ਇਤਿਹਾਸ ਦਾ। ਇਸ ਕਹਾਣੀ ਨੂੰ ਜਦੋਂ ਮੈਂ ਦੇਖਦਾ ਤਾਂ ਅੰਤ ਤੱਕ ਇੱਕ ਰੌਚਕਤਾ ਬਣੀ ਰਹਿੰਦੀ ਹੈ ਕਿ ਜਲਿਆਂਵਾਲਾ ਬਾਗ ਕਿਸ ਦ੍ਰਿਸ਼ਟੀ ਤੋਂ, ਕਿਸ ਐਂਗਲ ਤੋਂ ਇਸ ਕਹਾਣੀ ਵਿੱਚ ਪ੍ਰਸਤੁਤ ਹੁੰਦਾ ਹੈ। ਬਹੁਤ ਸੋਹਣਾ ਬਿਰਤਾਂਤ ਸਿਰਜਿਆ। ਬਿਰਤਾਂਤ ਸਿਰਜਦੇ ਹੋਏ 2 ਚੀਜ਼ਾਂ ਨੇ, ਇੱਕ ਜਲਿਆਂਵਾਲੇ ਬਾਗ ਦੀ ਇਤਿਹਾਸਿਕ ਘਟਨਾ, ਸਾਡਾ ਸਮੂਹਿਕ ਅਵਚੇਤਨ ਹੈ, ਔਰ ਇੱਕ ਵਰਤਮਾਨ ਦੇ ਵਿੱਚ ਚੱਲਦਾ ਹੋਇਆ ਸਰਤਾਜ ਔਰ ਲੜਕੀ ਦਾ ਨਾਮ ਹੈਗਾ ਮਹਿਕ, ਦੋਨਾਂ ਦਾ ਪ੍ਰਸੰਗ ਹੈ। ਜਦੋਂ ਵੀ ਕਦੇ ਇਸ ਤਰ੍ਹਾਂ ਦੀ ਕਹਾਣੀ ਲਿਖੀ ਜਾਂਦੀ ਹੈ, ਇੱਥੇ ਇੱਕ ਸਮਝਣ ਤੇ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਕਹਾਣੀ ਦੇ ਵਿੱਚ 2 ਘਟਨਾਵਾਂ ਨੇ, ਇੱਕ ਅਤੀਤ ਦੀ ਘਟਨਾ ਤੇ ਇੱਕ ਚੱਲ ਰਿਹਾ ਵਰਤਮਾਨ ਹੈ। ਬਿਲਕੁਲ ਇਉਂ ਸਮਝੀਏ ਕਿ ਪਾਣੀ ਦੇ ਵਿੱਚ 2 ਕਿਸ਼ਤੀਆਂ ਚੱਲ ਰਹੀਆਂ ਨੇ ਔਰ ਬੜੇ ਸਾਵਧਾਨੀ ਨਾਲ ਲੇਖਕ ਨੇ ਪਾਠਕਾਂ ਨੂੰ ਇੱਕ ਕਿਸ਼ਤੀ ਤੋਂ ਦੂਜੀ ਕਿਸ਼ਤੀ ਵਿੱਚ ਲੈ ਕੇ ਆਉਣਾ ਹੈ। ਜਲਿਆਂਵਾਲੇ ਬਾਗ ਦੀ ਘਟਨਾ ਤੋਂ ਇੱਕ ਵਰਤਮਾਨ ਦੀ ਘਟਨਾ, ਇੱਕ ਵਿਅਕਤੀਗਤ ਘਟਨਾ ਨਾਲ ਜੋੜਨਾ ਹੈ। ਔਰ ਉਸ ਜੋੜਨ ਵੇਲੇ ਉਹ ਕਿੰਨੀ ਸਾਵਧਾਨੀ ਨੂੰ ਦੇਖਦਾ, ਕਿੰਨੀ ਸਾਵਧਾਨੀ ਵਰਤਦਾ, ਮੇਰੇ ਵਾਸਤੇ ਕਹਾਣੀ ਵਿੱਚ ਦੇਖਣ ਵਾਲੀ ਇਹ ਗੱਲ ਸੀ। ਮੈਂ ਕਹਾਣੀ ਨੂੰ ਵਾਰ-ਵਾਰ ਪੜ੍ਹਿਆ, ਬਹੁਤ ਸੋਹਣੀ ਕਹਾਣੀ ਲੱਗੀ। ਪਰ ਜਿਵੇਂ ਕਿ ਸੋਨਾ ਆਪਣੇ ਆਪ ਦੇ ਵਿੱਚ, ਸੋਨੇ ਨਾਲ ਹਰ ਇੱਕ ਗਹਿਣਾ ਬਣਦਾ ਹੈ, ਪਰ ਸੋਨੇ ਨੂੰ ਗਹਿਣਾ ਬਣਾਉਣ ਲਈ ਉਹਦੇ ਵਿੱਚ ਇੱਕ ਖੋਟ ਲਾਉਣਾ ਪੈਂਦਾ ਹੈ,
ਉਵੇਂ ਹੀ ਹਰ ਇੱਕ ਘਟਨਾ ਜਿਹੜੀ ਘਟਨਾ ਨੂੰ ਕਹਾਣੀ ਬਣਾਉਣ ਵਾਸਤੇ ਜਿਹੜਾ ਖੋਟ ਹੈ ਉਹ ਕਹਾਣੀ ਨੂੰ ਬਣਾਉਣ ਵਾਸਤੇ ਉਹ ਲੇਖਕ ਹੈ ਜਿਹੜਾ ਉਹ ਹੈ। ਅਗਰ ਉਹ ਖੋਟ ਕਿਤੇ ਇੱਕ ਜਗ੍ਹਾ ਦੇ ਉੱਤੇ ਆ ਜੇ ਤਾਂ ਉਹ ਗਾਣਾ ਵਧੀਆ ਨਹੀਂ ਬਣਦਾ, ਉੱਥੋਂ ਟੁੱਟਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਕੋਈ ਰਚਨਾ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਕਿਤੇ ਇੱਕੋ ਜਗ੍ਹਾ ਤੇ ਆ ਜੇ ਜਿੱਥੇ ਤੈ ਸੁਭਾਵਿਕ ਵਾਪਰਦੀਆਂ ਘਟਨਾਵਾਂ ਨੂੰ ਕੋਈ ਲੇਖਕ ਆਪਣੇ ਹੱਥ 'ਚ ਲੈ ਲੇ ਤੇ ਉਸ ਤੇ ਘੋੜੇ ਵਾਂਗ ਸਵਾਰ ਹੋ ਜੇ ਤਾਂ ਉਹ ਚੀਜ਼ਾਂ ਅਟਪਟੀਆਂ ਲੱਗਦੀਆਂ। ਪਰ ਇਸ ਕਹਾਣੀ ਦੇ ਵਿੱਚ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਵਾਪਰਿਆ। ਬਹੁਤ ਹੀ ਸ਼੍ਰੀ ਸ਼ਿਆਮ ਸੁੰਦਰ ਅਗਰਵਾਲ ਜੀ ਨੇ, ਕਿਉਂਕਿ ਉਹ ਬੜੇ ਪੁਰਾਣੇ ਮਿੰਨੀ ਕਹਾਣੀ ਲੇਖਕ ਨੇ, ਨਾ ਇਕੱਲੇ ਲੇਖਕ ਨੇ, ਉਹਨਾਂ ਨੇ ਬਰਤਾਂਤ ਸ਼ਾਸਤਰ ਮਿੰਨੀ ਕਹਾਣੀ ਦਾ ਲਿਖਣ ਦੇ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ। ਤਾਂ ਕਰਕੇ ਉਹਨਾਂ ਨੇ ਬੜੀ ਸਾਵਧਾਨੀ ਨਾਲ, ਚਾਹੇ ਕਿ ਇਸ ਕਹਾਣੀ ਨੂੰ ਲਿਖਣ ਦੇ ਵਿੱਚ ਇੱਕ ਬਹੁਤ ਮੂਲ ਸਮੱਸਿਆ ਸੀ। ਉਹ ਸਮੱਸਿਆ ਇਹ ਸੀ ਕਿ ਜਦੋਂ ਜਲਿਆਂਵਾਲੇ ਬਾਗ ਦੀ ਤੁਸੀਂ ਘਟਨਾ ਨੂੰ ਦੇਖਦੇ ਹੋ, ਉੱਥੇ ਗੋਲੀਆਂ ਦੇ ਨਿਸ਼ਾਨ ਨੇ, ਕੰਧ ਤੇ ਗੋਲੀਆਂ ਦੇ ਨਿਸ਼ਾਨ ਨੇ, ਪਰ ਜਦੋਂ ਅਸੀਂ ਕਿਸੇ ਨੂੰ ਤਾਨੇ ਮਿਹਣੇ ਮਾਰਦੇ ਹਾਂ ਉਦੋਂ ਅਸੀਂ ਸ਼ਬਦਾਂ ਦੇ ਬਾਣ ਚਲਾਉਣੇ ਆ। ਸ਼ਬਦਾਂ ਦੇ ਬਾਣਾਂ ਨਾਲ ਕੋਈ ਜਿਹੜੀ ਚੀਜ਼ ਆ ਉਹ ਵਿੰਨੀ ਜਾਂਦੀ ਹੈ, ਕੋਈ ਚੀਜ਼ ਹੈ ਜਿਹੜੀ ਦਿਲ ਜਿਹੜਾ ਉਹ ਛਲਣੀ ਹੋ ਜਾਂਦਾ ਹੈ। ਤੇ ਇੱਥੇ ਕੰਧ ਤੇ ਨਿਸ਼ਾਨ। ਪਰ ਜਦੋਂ ਤੁਸੀਂ ਸਾਹਿਤ ਕਰਦੇ ਹੋ, ਸਾਹਿਤ ਨਿਰੀ ਫੋਟੋਗ੍ਰਾਫੀ ਨਹੀਂ ਹੁੰਦਾ, ਘਟਨਾਵਾਂ ਦਾ ਜੋੜ ਨਹੀਂ ਹੁੰਦਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਗੋਲੀਆਂ ਦੇ ਨਿਸ਼ਾਨ ਜਾਂ ਸ਼ਬਦਾਂ ਨਾਲ ਬਿੰਨੇ ਹੋਏ ਚੀਜ਼, ਚਾਹੇ ਉੱਥੇ ਜਦੋਂ ਤੁਸੀਂ 5ਵੀਂ 7ਵੀਂ 10ਵੀਂ ਪੜ੍ਹਤ ਕਰੋਗੇ ਇਸ ਕਹਾਣੀ ਦੀ, ਉਦੋਂ ਇੱਕ ਹਲਕਾ ਜਿਹਾ ਝੋਲਾ ਤੁਹਾਨੂੰ ਜ਼ਰੂਰ ਪੈਂਦਾ ਹੈ। ਪਰ ਇਹ ਚੀਜ਼ਾਂ ਬਹੁਤ ਖਾਸ ਨੇ ਕਹਾਣੀ ਦੇ ਵਿੱਚ, ਔਰ ਕਈ ਵਾਰੀ ਲੇਖਕ ਜਾਣ ਕੇ ਵੀ ਵਾਪਰਦਾ। ਇੱਕ ਵਾਰ ਮੰਟੋ ਨੂੰ ਪੁੱਛਿਆ ਗਿਆ ਸੀ ਕਿ ਤੁਹਾਡੀਆਂ ਕਹਾਣੀਆਂ, ਤੁਸੀਂ ਕਿਸ ਤਰ੍ਹਾਂ ਦੇ ਕਹਾਣੀਆਂ ਦੇ ਪਾਤਰ ਚਾਹੁੰਦੇ ਹੋ? ਉਹ ਕਹਿੰਦਾ ਕਿ ਸਪੋਜ਼ ਕਿਸੇ ਬੁੱਢੇ ਨੇ, ਮਰਦ ਨੇ ਆਪਣੀ ਤੀਵੀਂ ਦੇ ਪੇੜ ਮਾਰੀ ਔਰ ਉਹ ਜਨਾਨੀ ਰੋ ਧੋ ਕੇ ਹਟ ਗਈ, ਇਹੋ ਜਿਹੇ ਪਾਤਰ ਨਹੀਂ ਚਾਹੀਦੇ, ਮੈਨੂੰ ਇਹੋ ਜਿਹੇ ਪਾਤਰ ਚਾਹੀਦੇ ਆ। ਇੱਕ ਮਰਦ ਨੇ ਆਪਦੀ ਜਨਾਨੀ ਦੇ ਚਪੇੜ ਮਾਰੀ, ਉਹ ਕਹਿੰਦੀ ਮੈਂ ਗੱਡੀ ਥੱਲੇ ਆਉਣ ਚੱਲੀ ਆ, ਤੇ ਸ਼ਾਮ ਨੂੰ ਆ ਕੇ ਕਹਿ ਦੇ ਕਿ ਮੈਂ ਤਾਂ ਫਿਲਮ ਦੇਖ ਕੇ ਆਈ ਆ, ਮੂਵੀ ਦੇਖ। ਤਾਂ ਕੁੱਲ ਮਿਲਾ ਕੇ ਇਹ ਇੱਕ ਮਾਡਲ ਕਹਾਣੀ ਹੈ। ਜਲਿਆਂਵਾਲਾ ਬਾਗ ਬਹੁਤ ਵਧੀਆ ਕਹਾਣੀ ਹੈ। ਕਹਾਣੀ ਦਾ ਜਿਹੜਾ ਸ਼ਿਫਟ ਹੈ, ਜੇਕਰ ਸ਼ਿਆਮ ਸੁੰਦਰ ਅਗਰਵਾਲ ਜੀ ਬੜੇ ਸਮਰੱਥ ਲੇਖਕ ਨੇ, ਜੇਕਰ ਇਹਨਾਂ ਨੂੰ ਕੰਧ ਦੇ ਨਿਸ਼ਾਨਾਂ ਨਾਲ ਕੋਈ ਕਿਸੇ ਚਿਹਰਿਆਂ ਤੇ ਲੈ ਆਉਣ, ਛਲਣੀ ਹੋਏ ਦਿਲਾਂ ਤੇ ਲੈ ਆਉਣ, ਤੇ ਉਹ ਦਿਲਾਂ ਦੇ ਛਲਣੀ ਹੋਣ ਦਾ, ਮਹਿਕ ਦੇ ਛਲਣੀ ਹੋਏ ਦਿਲ ਨਾਲ ਜੋੜ ਲੈਣ, ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਇਹਦਾ ਸ਼ਿਫਟ ਹੈ ਉਹ ਹੋਰ ਵੀ ਬਹੁਤ ਸਿੱਧ ਪੱਧਰਾ ਹੋ ਜਾਊਗਾ। ਅਦਰਵਾਈਜ਼ ਬਹੁਤ ਵਧੀਆ ਕਹਾਣੀਆਂ ਔਰ ਮਾਡਲ ਕਹਾਣੀ ਹੈ। ਮੈਂ ਸ਼ਿਆਮ ਸੁੰਦਰ ਅਗਰਵਾਲ ਜੀ ਨੂੰ ਇਹੋ ਜਿਹੀ ਕਹਾਣੀ ਲਿਖਣ ਲਈ ਵਧਾਈ ਦਿੰਦਾ। ਮੇਰੇ ਕੋਲ ਦੂਸਰੀ ਇੱਕ ਵੀਰਿੰਦਰ ਭੌਰੀ ਜੀ ਦੀ ਹੈ। ਵੀਰਿੰਦਰ ਭੌਰੀ ਜੀ ਇੱਕ ਸਮਰੱਥ ਮਿੰਨੀ ਕਹਾਣੀ, ਅਕਸਰ ਮੈਂ ਉਹਨਾਂ ਨੂੰ ਪਾਰਾਂ ਦੇ ਵਿੱਚ, ਰਸਾਲਿਆਂ ਵਿੱਚ, ਮੈਗਜ਼ੀਨਾਂ ਦੇ ਵਿੱਚ ਪੜ੍ਹਦਾ ਰਹਿਣਾ। ਮਿੰਨੀ ਕਹਾਣੀ ਦਾ ਜੁੱਸਾ ਜਿਹੜਾ ਉਹ ਕਰੋੜੋਂ ਵੱਧ ਸ਼ਬਦਾਂ ਨੂੰ ਝੱਲਣ ਦੇ, ਮੈਨੂੰ ਲੱਗਦਾ ਕਿ ਲੇਖਕ ਨੂੰ ਬਹੁਤ ਉਹਦੇ ਤੇ ਜ਼ੋਰ ਨਹੀਂ ਪਾਉਣਾ ਚਾਹੀਦਾ। ਲੌਬੀ ਵਿੱਚ ਚੜ੍ਹਦਿਆਂ ਪੌੜੀਆਂ ਹੇਠਲੀ ਕੰਧ ਤੇ ਟੰਗੀ LED, ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਦੀ ਕੋਈ, ਕਿਉਂਕਿ ਮਿੰਨੀ ਕਹਾਣੀ ਦੇ ਵਿੱਚ ਅਸੀਂ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਕਿ ਮਿੰਨੀ ਕਹਾਣੀ ਅੱਧ ਵਿਚਕਾਰੋਂ ਸ਼ੁਰੂ ਹੁੰਦੀ ਹੈ। ਦੂਸਰਾ ਮਿੰਨੀ ਕਹਾਣੀ ਦਾ ਨਾਮ ਹੈ ਸਰਲੇਖ ਹੈ ਨਾਇਕ, ਬੜਾ ਆਪਣੇ ਆਪ ਦੇ ਵਿੱਚ ਹੀ ਡਿਪਿਕਟ ਕਰਦਾ ਸਾਰੀ ਕਹਾਣੀ ਨੂੰ ਬਹੁਤੀ ਪੜ੍ਹਨ ਤੇ ਉਸ ਦੇ ਵਿਚਲੀ ਜਿਹੜੀ ਉਤਸੁਕਤਾ ਹੈ ਉਹ ਨਾ ਕਿਤੇ ਆਪਦੇ ਨਾਇਕ ਬਿਗ ਬੌਸ ਦੇ ਪਾਤਰ ਸਿਰਜ ਲਈ। ਕਹਾਣੀ ਅੱਗੇ ਜਾਂਦੀ ਹੋਈ ਇਸ ਪਾਸੇ ਹੋਰ ਦ੍ਰਿਸ਼ਟਮਾਨ ਕਰਨ ਵੱਲ ਵੱਧਦੀ ਹੈ, ਪਰ ਇੱਕੋਦਮ ਕਹਾਣੀ ਦੇ ਵਿੱਚ ਕੱਟ ਆਉਂਦਾ ਤੇ ਖਬਰਾਂ ਹੋ ਜਾਂਦੀਆਂ ਕਿ ਨਾਇਕ ਉਹ ਨੇ ਜੋ ਬਿਗ ਬੌਸ ਚ ਆ ਰਹੇ ਨੇ, ਜਾਂ ਲੇਖਕ ਉਹਨਾਂ ਨੂੰ ਨਾਇਕ ਪੇਸ਼ ਕਰਨਾ ਚਾਹੁੰਦਾ ਹੈ ਜਿਹੜੇ ਬੇਰੁਜ਼ਗਾਰ ਨੇ, ਟੈਂਕੀਆਂ ਤੇ ਚੜੇ ਨੇ, ਹੜਤਾਲਾਂ ਕਰਦੇ ਨੇ। ਇੱਕ ਵਾਰ ਫਿਰ ਪ੍ਰਤੀਕਿਰਿਆਵਾਂ ਆਉਂਦੀਆਂ ਨੇ। ਪਤਨੀ ਦੀ ਪ੍ਰਤੀਕਿਰਿਆ ਕਿਸ ਸੰਦਰਭ ਦੇ ਵਿੱਚ ਹੈ, ਉਹਨੂੰ ਕਿਸ ਸੰਦਰਭਾਂ ਦੇ ਵਿੱਚ ਲਿਆ ਜਾਵੇ, ਪਤਨੀ ਦੀ ਜਿਹੜੇ ਡਾਇਲੌਗ ਨੇ ਉਹਨਾਂ ਨੂੰ ਕਿਸ ਕੰਟੈਕਸਟ ਚ ਲਿਆ ਜਾਵੇ। ਉਹ ਕਹਿੰਦੀ ਹੈ ਕਿ ਹੜਤਾਲਾਂ ਚ ਜਾਂਦੇ ਨੇ, ਤੇ ਜੋ ਵੀਰਿੰਦਰ ਭੌਰੀ ਜੀ ਨੇ ਮੈਨੂੰ ਲੱਗਦਾ ਕਿ ਜਿਹੜੀ ਕਹਾਣੀ ਦਾ ਐਂਡ ਮੈਨੂੰ ਭੇਜਿਆ ਵੀਰਪਿੰਦਰ ਸਿੰਘ, ਉਹ ਆਪਣੇ ਆਪ ਵਿੱਚ ਜ਼ਿਆਦਾ ਮਕਬੂਲ ਹੈ। ਇਸ ਦੀ ਬਜਾਏ ਕਿ ਕਈ ਵਾਰ ਲੇਖਕ ਨੂੰ ਇਹ ਲੱਗਦਾ ਕਿ ਮੇਰੇ ਪਾਤਰ ਹਜੇ ਨਹੀਂ ਕਹਿ ਪਾਏ ਜੋ
ਇਸ ਕਰਕੇ ਸਾਰੀ ਕਹਾਣੀ ਦੇ ਵਿੱਚ ਨਾਟਕਾਂ ਦੇ ਐਂਡ ਵਿੱਚ ਲਿਖਿਆ ਜਾਂਦਾ ਹੈ ਕਿ ਲੇਖਕ ਆਪਣੇ ਸਾਰੇ ਪਾਤਰਾਂ ਨੂੰ ਇਕੱਠੇ ਕਰਕੇ ਆਪ ਸਟੇਜ ਦੇ ਉੱਤੇ ਆ ਜਾਂਦਾ ਤੇ ਆਪ ਆਪਦੀ ਕਹਾਣੀ ਉਹ ਮੰਤਵ ਜ਼ਾਹਰ ਕਰਦਾ ਹੈ। ਤਾਂ ਮੇਰਾ ਵੀਰਿੰਦਰ ਭੰਬੋਰੀ ਜੀ ਸਿੰਘ ਜੀ ਨੂੰ ਇੱਕ ਜ਼ਰੂਰ ਸੁਝਾਅ ਹੈ ਕਿ ਜੋ ਉਹਨਾਂ ਨੇ ਪਹਿਲਾਂ ਰੱਖਿਆ ਕਿ ਕਿਤਾਬ ਦੇ ਟਾਈਟਲ ਦੀ ਆਜ਼ਾਦੀ ਦੀ ਲੜਾਈ ਦੇ ਨਾਇਕ, ਉਹ ਜ਼ਿਆਦਾ ਸਹੀ ਹੈ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਤੁਹਾਡੇ ਫੋਕਸ ਦੇ ਵਿੱਚ ਹੈ ਕੀ? ਤੁਹਾਡੇ ਫੋਕਸ ਦੇ ਵਿੱਚ ਨਾਇਕ ਨੇ ਪੁਰਾਣੇ ਅਤੀਤ ਵਿੱਚ ਪਏ ਨਾਇਕ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਨੇ। ਤੁਹਾਡੇ ਫੋਕਸ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੂੰ ਉਭਾਰ ਰਹੇ ਨੇ, ਇਹਨਾਂ ਨੂੰ ਤੁਸੀਂ ਖਬਰਾਂ ਦੇ ਰੂਪ ਦੇ ਪ੍ਰਸੰਗ ਦੇ ਵਿੱਚ ਪੇਸ਼ ਕੀਤਾ ਹੈ, ਉਹ ਨਾਇਕ ਨੇ। ਜਾਂ ਆਉਣ ਵਾਲੀ ਪੀੜ੍ਹੀ ਦੇ ਜਿਹੜੇ ਨਾਇਕ ਬੱਚਿਆਂ ਨੂੰ ਦਲਕ ਰਹੇ ਨੇ, ਜਿਹੜੇ ਸਾਡੇ ਬਿਗ ਬੌਸ ਤੇ ਆ ਰਹੇ ਨੇ, ਮੈਂ ਕਹਿਣਾ ਇਹ ਚਾਹ ਰਿਹਾ ਹੈਗਾ ਕਿ ਤੁਸੀਂ ਕਾਫੀ ਘਟਨਾਵਾਂ ਨੂੰ ਲੈ ਲਿਆ। ਅੱਜ ਥੋੜਾ ਜਿਹਾ ਮੇਰੀ ਇੱਕ ਤੁਹਾਨੂੰ ਹੱਥ ਬੰਨ ਕੇ ਗੁਜ਼ਾਰਿਸ਼ ਹੈ ਕਿ ਬਹੁਤ ਵਧੀਆ ਔਰ ਇੰਨਾ ਕਿ ਬਰਨਿੰਗ ਇਸ਼ੂ ਹੈ, ਇੰਨਾ ਕਿ ਇਹ ਕਿ ਹਰ ਘਰ ਦੀ ਕਹਾਣੀ ਆ, ਹਰ ਜਗ੍ਹਾ ਤੇ ਵਰਤੀ ਜਾਣ ਵਾਲੀ ਚੀਜ਼ ਹੈ। ਇਸ ਕਹਾਣੀ ਦੇ ਵਿੱਚ ਇੱਕ ਬਹੁਤ ਵਧੀਆ ਕਹਾਣੀ ਬਹੁਤ ਸੰਭਾਵਨਾਵਾਂ, ਪਰ ਤੁਸੀਂ ਜਿਹੜਾ ਬਿਗ ਬੌਸ ਤੋਂ ਕਿਤਾਬਾਂ ਤੇ ਜਾਂਦੇ ਹੋ, ਬਿਗ ਬੌਸ ਤੋਂ ਕਿਤਾਬ ਤੇ ਜਾਣਾ ਦੇ ਵਿੱਚ ਹੈ, ਪਰ ਬਿਗ ਬੌਸ ਤੋਂ ਖਬਰਾਂ ਤੇ ਆ ਕੇ ਫਿਰ ਕਿਤਾਬ ਦੇ ਇੱਕ ਆਜ਼ਾਦੀ ਦੇ ਨਾਇਕਾਂ ਤੇ ਜਾਣਾ, ਮੈਨੂੰ ਲੱਗਦਾ ਕਿ ਉਸ ਪ੍ਰਸੰਗ ਨੂੰ ਹਜੇ ਥੋੜਾ ਜਿਹਾ ਦੁਬਾਰਾ ਵਾਚ ਲਓ। ਕਹਾਣੀ ਬਹੁਤ ਖੂਬਸੂਰਤ ਹੈ ਔਰ ਮੈਂ ਵਧਾਈ ਦਿੰਦਾ ਕਿ ਮੇਰੀਆਂ ਜਿਹੜੀਆਂ, ਮੈਨੂੰ ਐ ਲੱਗਦਾ ਕਿ ਮੇਰੇ ਕੋਲੇ ਦੋਨੇ ਹੀ ਕਹਾਣੀਆਂ ਆਈਆਂ, ਉਹ ਆਲਾ ਦਰਜੇ ਦੀਆਂ ਕਹਾਣੀਆਂ ਸੀ। ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਮਿੰਨੀ ਕਹਾਣੀ ਦੇ ਵਿੱਚ ਇਹ ਕਹਾਣੀਆਂ ਬਹੁਤ ਸਮੇਂ ਤੱਕ ਜਿਉਂਦੀਆਂ ਰਹਿਣਗੀਆਂ। ਅਗਰ ਕੋਈ ਮੈਂ ਵੱਧ ਘੱਟ ਗੱਲ ਕਹਿ ਗਿਆ ਤਾਂ ਉਸ ਲਈ ਖਿਮਾ ਗੁਸਤਾਖੀ ਮਾਫ। ਹਾਂਜੀ, ਬਹੁਤ ਬਹੁਤ ਧੰਨਵਾਦ ਡਾਕਟਰ ਪ੍ਰਦੀਪ ਕੌੜਾ ਜੀ ਦਾ, ਜਿਨ੍ਹਾਂ ਨੇ ਬਹੁਤ ਡਿਟੇਲ ਦੇ ਵਿੱਚ ਆਪਣੀ ਗੱਲਬਾਤ ਰੱਖੀ। ਸਾਡੇ ਨਾਲ ਨਰਿੰਜਨ ਬੋਹਾ ਜੀ, ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਵੀ ਜੁੜੇ ਹੋਏ ਨੇ। ਹੁਣ ਮੈਂ ਬੇਨਤੀ ਕਰਾਂਗਾ ਪ੍ਰੋਫੈਸਰ ਗੁਰਦੇਵ ਸਿੰਘ ਢਿੱਲੋਂ ਨੂੰ ਕਿ ਉਹ 2 ਮਿੰਨੀ ਕਹਾਣੀਆਂ ਦੇ ਉੱਪਰ ਆਪਣੇ ਵਿਚਾਰ ਰੱਖਣ। ਪ੍ਰੋਫੈਸਰ ਢਿੱਲੋਂ ਜੀ। ਮੇਰੇ ਕੋਲ ਭੁਪਿੰਦਰ ਸਿੰਘ ਮਾਨ ਹੋਰਾਂ ਦੀ ਤੇ ਮੰਗਤ ਕੁਲਜਿੰਦਰ ਹੋਰਾਂ ਦੀਆਂ 2 ਕਹਾਣੀਆਂ ਪਹੁੰਚੀਆਂ ਸੀ। ਬਾਬੇ ਦੀ ਕੁਰਸੀ ਅਤੇ ਦੂਸਰੀ ਹੈ ਕਾਇਆ ਕਲਪ। ਕੌੜਾ ਸਾਹਿਬ ਬੜੇ ਇਸ ਮਾਮਲੇ 'ਚ, ਸਿਧਾਂਤਕਾਰੀ ਦੇ ਮਾਮਲੇ 'ਚ ਬੜੇ ਬਰੀਕੀ ਨਾਲ ਗੱਲਾਂ ਕਰਦੇ ਆ। ਤੇ ਇੱਕ ਤਾਂ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅੱਜ 8 ਕਹਾਣੀਆਂ ਜਿਹੜੀਆਂ ਪੜ੍ਹੀਆਂ ਗਈਆਂ, ਉਹਦੇ ਵਿੱਚੋਂ 4 ਕਹਾਣੀਆਂ ਦਾ ਸਿੱਧੇ ਰੂਪ ਦੇ ਵਿੱਚ ਸਮਕਾਲ ਦੀ ਜਿਹੜੀ ਵਾਸਤਵਿਕਤਾ ਹੈ ਉਹਦੇ ਨਾਲ ਸਿੱਧਾ ਵਾਵਸਤਾ। ਕਿਉਂਕਿ ਜਿਹੜਾ ਦੌਰ ਹੁਣ ਚੱਲ ਰਿਹਾ ਕਰੋਨਾ, ਇਸ ਤੋਂ ਬਾਅਦ ਜਿਹੜਾ ਅਸੀਂ ਉੱਤਰ ਕਰੋਨਾ ਦੌਰ ਦੇ ਵਿੱਚ ਗੁਜ਼ਰਨਾ, ਇਸ ਲਈ ਇਹ ਜਿਹੜਾ ਸਮਾਂ ਹੈ ਇਹਦਾ ਇੱਕ ਇਤਿਹਾਸ ਆਪਣੇ ਆਪ ਦੇ ਵਿੱਚ ਬਣਨਾ। ਸਾਡੇ ਕੋਲ ਇਤਿਹਾਸ ਨਾਲ ਸੰਬੰਧਿਤ 2 ਅਹਿਮ ਪਹਿਲੂ ਹੁੰਦੇ ਨੇ। ਇੱਕ ਪਹਿਲੂ ਦੇ ਵਿੱਚ ਹੁੰਦਾ ਹੈ ਕਿ ਲੋਕ ਮੁਖੀ ਇਤਿਹਾਸਕਾਰੀ, ਜਿਹਨੂੰ ਆਵਾਮ ਅਸੀਂ ਕਹਿੰਦੇ ਹਾਂ। ਦੂਸਰਾ ਹੁੰਦਾ ਕਿ ਸੱਤਾ ਮੁਖੀ ਇਤਿਹਾਸਕਾਰੀ। ਹੁਣ ਸਿਰਜਕ ਦੇ ਸਾਹਮਣੇ ਬਹੁਤ ਵੱਡਾ ਇੱਕ ਸਵਾਲ ਹੁੰਦਾ, ਕਿਉਂਕਿ ਸਿਰਜਕ ਨੇ ਸਿਰਜਣਕਾਰੀ ਜਰੀਏ ਇਤਿਹਾਸਕਾਰੀ ਕਰਨੀ ਹੁੰਦੀ ਹੈ, ਖਾਸ ਕਰ ਜਦੋਂ ਉਹ ਸਪੈਸੀਫਿਕ ਟਾਈਮ ਪੀਰੀਅਡ ਦੇ ਉੱਤੇ ਕੋਈ ਕਹਾਣੀ ਲਿਖੇ। ਸਾਡੇ ਸਾਹਮਣੇ ਜਦੋਂ ਅਸੀਂ ਇਸ ਫੀਲਡ ਦੇ ਵਿੱਚ ਕਹਾਣੀ ਖਾਸ ਕਰ ਪੇਸ਼ਕਾਰੀ ਦੀ ਇੱਕ ਆਪਣੀ ਤਰ੍ਹਾਂ ਦੀ ਉਹਦੀ ਰਾਜਨੀਤੀ ਹੋਵੇਗੀ। ਹੁਣ ਜਦੋਂ ਉਹਦੇ ਵਿੱਚ ਹਰਾਰੀ ਦਾ ਬਹੁਤ ਕਮਾਲ ਦਾ ਇੱਕ ਪਰਸਪੈਕਟਿਵ ਸਾਡੇ ਸਾਹਮਣੇ ਆ। ਕੁਲਦੀਪ ਸਿੰਘ ਦੀਪ ਦਾ ਆਪਣੀ ਤਰ੍ਹਾਂ ਦਾ ਕੰਮ ਹੈ। ਅਮਰਜੀਤ ਗਰੇਵਾਲ ਦਾ ਇੱਕ ਆਪਣੀ ਤਰ੍ਹਾਂ ਦਾ ਉੱਤਰ ਕਰੋਨਾ ਦੌਰ ਜਿਹੜਾ ਆਵੇਗਾ ਉਹਦੇ ਬਾਰੇ, ਭਵਿੱਖ ਬਾਰੇ। ਜਵਿੰਦਰ ਰਵੀ ਹੋਰਾਂ ਦਾ ਇੱਕ ਇਸ ਤਰ੍ਹਾਂ ਦਾ ਕੰਮ ਹੈ। ਮੈਨੂੰ ਕਿ ਦੌਰ ਹੁੰਦਾ ਖਾਸ ਕਰ 1984 ਵਾਪਰਦਾ ਹੈ, ਇਸ ਤੋਂ ਪਹਿਲਾਂ 47 ਵਾਪਰਦਾ। ਬਹੁਤ ਵੱਡੇ ਕਹਾਣੀਕਾਰ ਵੀ ਇਹ ਕਹਿੰਦੇ ਨੇ ਕਿ ਕਿਸੇ ਨੇ ਕਿਰਪਾਲ ਖਿਜਾਕ ਉਹਨਾਂ ਨੂੰ ਪੁੱਛਿਆ ਕਿ ਤੁਸੀਂ 84 ਬਾਰੇ ਅਜੇ ਤੱਕ ਕਹਾਣੀ ਕਿਉਂ ਨਹੀਂ ਲਿਖੀ, ਤਾਂ ਉਹਨੇ ਬੜਾ ਸੰਖੇਪ ਦੇ ਵਿੱਚ ਉੱਤਰ ਦਿੱਤਾ ਕਿ ਉਸਦੀਆਂ ਲੇਅਰਸ ਅਜੇ ਮੈਂ ਪੂਰੀ ਤਰ੍ਹਾਂ ਨਿਸ਼ਾਨ ਕਰ ਲਿਆ। ਤਾਂ ਕਰਕੇ ਜਦੋਂ ਅਸੀਂ ਕਿਸੇ ਵੱਡੇ ਮਸਲੇ ਬਾਰੇ, ਜਿਹੜਾ ਮਸਲਾ ਚੱਲ ਰਿਹਾ ਹੁੰਦਾ ਉਹਦੇ ਬਾਰੇ ਕਹਾਣੀ ਲਿਖਣੀ ਹੈ, ਤਾਂ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਉਹਦੀਆਂ ਉਹ ਪਰਤਾਂ ਨਹੀਂ ਫਰੋਲ ਸਕਦੇ ਹੁੰਦੇ ਜਿਹੜੀਆਂ ਪਰਤਾਂ ਉਹਦੇ ਅੰਦਰ ਪਈਆਂ ਹੁੰਦੀਆਂ। ਕਿਉਂਕਿ ਦਮਨ ਕਰਨ ਵਾਲੀਆਂ ਧਿਰਾਂ ਨੇ, ਮੇਰੇ ਸਾਹਮਣੇ 2 ਕਹਾਣੀਆਂ ਸੀ ਭੁਪਿੰਦਰ ਮਾਨ ਹੋਰਾਂ ਦੀ, ਤੇ ਦਮਨ ਕਰਨ ਵਾਲੀਆਂ ਧਿਰਾਂ ਹੁੰਦੀਆਂ ਨੇ, ਲੁੱਟਣ ਵਾਲੀਆਂ ਧਿਰਾਂ ਹੁੰਦੀਆਂ ਨੇ। ਇਹ ਸਾਡੇ ਅੰਦਰ ਬੜੇ ਗੰਭੀਰ ਤਰੀਕੇ ਨਾਲ ਧਸੀਆਂ ਪਈਆਂ ਹੁੰਦੀਆਂ।
ਤੇ ਸਾਡੀ ਸਿਰਜਣਾ ਨੂੰ ਕਿਤੇ ਨਾ ਕਿਤੇ ਅਚੇਤ ਸੁਚੇਤ ਰੂਪ ਦੇ ਵਿੱਚ ਇਹ ਪ੍ਰਭਾਵਿਤ ਕਰਦੀਆਂ ਰਹਿੰਦੀਆਂ। ਜਿਹਨੂੰ ਮੈਨੂੰ ਲੱਗਦਾ ਕਿ ਜਦੋਂ ਅਸੀਂ ਪਾਵਰ ਡਿਸਕੋਰਸ ਨੂੰ ਸਮਝਣਾ, ਖਾਸ ਕਰ ਕਿਸੇ ਮਸਲੇ ਬਾਰੇ ਕਹਾਣੀ ਲਿਖਣੀ ਹੈ, ਖਾਸ ਕਰ ਪਾਵਰ ਡਿਸਕੋਰਸ ਨੂੰ ਸਾਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ। ਉਹਦੇ ਸੰਬੰਧ ਵਿੱਚ ਸਾਨੂੰ ਫੂਕੋ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉੱਥੋਂ ਪਤਾ ਚੱਲਦਾ ਕਿ ਪਾਵਰ ਡਿਸਕੋਰਸ ਬੰਦੇ ਅੰਦਰ ਧੱਸਦਾ ਕਿਵੇਂ ਆ। ਕਈ ਥਾਈਂ ਨਾ ਸਾਡੀ ਕਹਾਣੀ ਸੱਤਾ ਦੇ ਵਿਰੋਧ ਵਿੱਚ ਖੜ ਕੇ ਵੀ ਸੱਤਾ ਦੀ ਵਕਾਲਤ ਕਰ ਰਹੀ ਹੁੰਦੀ। ਮੇਰੇ ਸਾਹਮਣੇ ਦੋ ਕਹਾਣੀਆਂ ਸੀ। ਪਹਿਲੀ ਕਹਾਣੀ ਮੰਗਤ ਕੁਲਜਿੰਦ ਹੋਰਾਂ ਦੀ ਆ, ਬਾਬੇ ਦੀ ਕੁਰਸੀ। ਇਹ ਸਮਕਾਲ ਦੀ ਵਾਸਤਵਿਕਤਾ ਮੈਂ ਸਮਝਦਾ ਕਿ ਇਹ ਉਵੇਂ ਦੀ ਘਟਨਾ ਹੈ ਜਿਵੇਂ ਸਾਡੇ ਸੱਥਾਂ ਦੇ ਵਿੱਚ ਖੜ ਕੇ ਲੋਕ ਇੱਕ ਫਰੇਮਵਰਕ ਤਿਆਰ ਕਰਿਆ ਹੋਇਆ ਸੀ, ਉਹਦੇ ਅੰਦਰਲੀ ਕੋਈ ਜਿਹੜੀਆਂ ਬਰੀਕ ਲੇਅਰਸ ਨੇ ਉਹਨੂੰ ਨਹੀਂ ਫੜਦੀ। ਇੱਕ ਸਿੱਧੀ ਸਪਾਟ ਘਟਨਾ ਹੈ ਵੀ ਸੈਨੀਟਾਈਜ਼ ਕਰੋ, ਐ ਕਰੋ। ਉਹਦੇ ਵਿੱਚ ਇੱਕ ਗੱਲ ਪਈ ਹੋਈ ਹੈ, ਕਿਤੇ ਨਾ ਕਿਤੇ ਜਿਹੜੀ ਗੱਲ ਹੈਗੀ ਹੈ ਵੀ ਰਿਸ਼ਤਿਆਂ ਦੇ ਅੰਦਰ ਤਰੇੜਾਂ ਜਿਹੜੀਆਂ ਉਹ ਕਿਵੇਂ ਆ ਜਾਂਦੀਆਂ ਨੇ। ਇਹਦਾ ਪਾਤਰ ਜਿਹੜਾ ਬੰਦਾ ਉਹ ਅੰਦਰੋਂ ਤੇ ਬਾਹਰੋਂ ਦੋਵੇਂ ਤਰੀਕੇ ਨਾਲ ਟੁੱਟਿਆ ਹੋਇਆ। ਅੰਦਰੋਂ ਟੁੱਟਿਆ ਕਿਉਂਕਿ ਉਹ ਘਰ ਤੋਂ ਬਾਹਰ ਜਾਣਾ ਚਾਹੁੰਦਾ, ਘਰ ਤੋਂ ਬਾਹਰ ਜਾ ਨਹੀਂ ਸਕਦਾ। ਇੱਕ ਪਾਵਰ ਡਿਸਕੋਰਸ ਬਾਹਰ ਚੱਲ ਰਿਹਾ ਪੁਲਿਸ ਦੇ ਰੂਪ ਦੇ ਵਿੱਚ, ਘਰ ਅੰਦਰ ਦੇ ਰਹਿ ਨਹੀਂ ਸਕਦਾ। ਉਹਦੀਆਂ ਸਮੱਸਿਆਵਾਂ ਨੇ। ਇਹ ਕਹਾਣੀ ਦੀ ਸਭ ਤੋਂ ਵੱਡੀ ਜਿਹੜੀ ਖੂਬਸੂਰਤੀ ਵੀ ਇਸ ਗੱਲ ਦੇ ਵਿੱਚ ਹੀ ਹੈ, ਸੀਮਾ ਵੀ ਇਸ ਗੱਲ ਦੇ ਵਿੱਚ ਆ। ਸੀਮਾ ਇਹ ਬਣਦੀ ਹੈ ਕਿ ਕਹਾਣੀ ਕੋਈ ਇਸ ਤਰ੍ਹਾਂ ਦਾ ਮੈਟਾਫਰ ਨਹੀਂ ਸਿਰਜ ਸਕੀ ਜਿਹੜੇ ਮੈਟਾਫਰ ਦੇ ਜ਼ਰੀਏ ਇਹ ਕਹਾਣੀ ਦੇ ਆਰ ਪਾਰ ਝਾਕਿਆ ਜਾ ਸਕਦਾ ਹੁੰਦਾ। ਤਾਂ ਕਰਕੇ ਅਜੇ ਇਸ ਕਹਾਣੀ ਕੋਲੇ ਕੱਚਾ ਮਸਾਲਾ ਜਿਹਨੂੰ ਹੈਗਾ ਉਹਨੇ ਅਜੇ ਤਿਆਰ ਹੋਣਾ ਬਣ, ਕਿਉਂਕਿ ਉਹਦੇ ਚ ਇੱਕ ਵਾਕ ਹੈ, ਅੰਦਰ ਬਹਿ ਜਾ ਕਰ, ਨਾਲੇ ਆਪਣੀ ਬੇਇੱਜ਼ਤੀ ਕਰਵਾਵੇਂਗਾ ਨਾਲੇ ਸਾਡੀ ਕਰਾਵੇਂਗਾ। ਉਹ ਸਾਹਮਣੇ ਜਵਾਬ ਆਉਂਦਾ ਕਿ ਮੈਂ ਸੀਨੀਅਰ ਸਿਟੀਜ਼ਨ। ਮਤਲਬ ਕਿ ਇਹ ਵੀ ਚਲੋ ਇੱਕ ਤਰੀਕੇ ਦੀ ਜੁਗਤ ਉਸਰਦੀ ਆ ਸਵਾਲ ਜਵਾਬ ਜਰੀਏ। ਇੱਕ ਦੌਰ ਨੇ, ਮੈਂ ਪਿਛਲੇ ਦਿਨ ਦੀਪਤੀ ਹੋਰਾਂ ਦੀਆਂ ਕਹਾਣੀਆਂ ਬਾਰੇ ਇੱਕ 15-16 ਪੰਨੇ ਦਾ ਪੇਪਰ ਲਿਖਿਆ। ਇੱਕ ਦੌਰ ਨੇ ਇੱਕ ਜੁਗਤ ਨੂੰ ਉਸਾਰਨਾ ਹੁੰਦਾ। ਸਾਡੇ ਇਸ ਦੌਰ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਜੁਗਤ ਪਈ ਹੋਈ ਹੈ, ਜਿਹੜੀ ਜੁਗਤ ਹੈਗੀ ਆ ਦੇਹ ਦੀ ਭਾਸ਼ਾ। ਸਾਨੂੰ ਦੇਹ ਦੀ ਭਾਸ਼ਾ ਨੂੰ ਸਮਝਣਾ ਪਊਗਾ। ਹੁਣ ਇੱਕ ਬੰਦਾ ਹੂਟਰ ਦੇ ਨਾਲ ਬਿਨਾਂ ਸਾਇਲੈਂਸ ਸਾਰਾ ਕੁਝ ਹੈਗਾ, ਆਪਣੀ ਗਲੀ ਦੇ ਵਿੱਚ ਉੱਠ ਕੇ ਘਰ ਦੇ ਵਿੱਚ ਚਲਾ ਜਾਂਦਾ। ਸਾਨੂੰ ਫੜਨ ਦੀ ਜ਼ਰੂਰਤ ਹੈ। ਫੜ ਕੇ ਸੀ ਚੁੱਪ ਦੇ ਜਰੀਏ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਗੱਲ ਹੈ ਉਹ ਸਾਹਮਣੇ ਲੈ ਕੇ ਆਵਾਂਗੇ। ਇੱਕ ਕਹਾਣੀ ਹੈਗੀ ਭੁਪਿੰਦਰ ਸਿੰਘ ਮਾਨ ਹੋਰਾਂ ਦੀ। ਉਹਨਾਂ ਨੇ ਦੋ ਪਰਿਸਥਿਤੀਆਂ ਨੂੰ ਸਮਾਨਾਂਤਰ ਰੱਖਿਆ। ਇੱਕ ਸਾਡੇ ਕੋਲੇ ਇਤਿਹਾਸ ਜਾਂ ਮਿਥਿਹਾਸ ਦੇ ਵਿੱਚ ਕਹਾਣੀ ਪਈ ਹੋਈ ਹੈ, ਇੱਕ ਸਮਕਾਲ ਦਾ ਮਸਲਾ ਹੈ। ਇਹਦੀ ਖੂਬੀ ਹੈ ਕਿ ਦੋ ਸਮਾਨਾਂਤਰ ਪ੍ਰਸੰਗ ਸਿਰਜ ਕੇ ਪਹਿਲੇ ਦਾ ਸਮਕਾਲ ਦੇ ਵਿੱਚ ਉਹਨਾਂ ਨੇ ਰੂਪਾਂਤਰਣ ਕਰਿਆ ਤੇ ਸਮਕਾਲ ਦਾ ਸੱਚ ਐਕਚੁਅਲ ਦੇ ਵਿੱਚ ਇਹੀ ਹੈ। ਇਸ ਕਹਾਣੀ ਦੇ ਵਿੱਚ ਸੂਖਮਤਾ ਹੈਗੀ, ਪਰ ਇੱਕ ਵੱਡੀ ਲੇਅਰ ਨੂੰ ਫੜਦੀ ਹੈ ਜਿਹਦੇ ਵਿੱਚ ਕਿਤੇ ਨਾ ਕਿਤੇ ਉਹੀ ਘਟਨਾ ਹੈ ਜਿਹੜੀ ਪਹਿਲਾਂ ਦੇ ਵਿੱਚ ਹੈ ਕਿ ਕਾਲੇ ਕਾਂ ਤੋਂ ਬੱਗੇ ਬਣਦੇ ਨੇ। ਇਹਦੇ ਵਿੱਚ ਵੀ ਬਿਲਕੁਲ ਉਵੇਂ ਦਾ ਹੀ ਮਸਲਾ ਹੈ ਕਿ ਸਿਰਜਕ ਨੇ, ਮੈਨੂੰ ਲੱਗਦਾ ਹੁੰਦਾ ਕਿ ਵਾਸਤਵਿਕਤਾ ਨੂੰ ਸਿਰਜਕ ਨੇ ਉਵੇਂ ਨਹੀਂ ਪੇਸ਼ ਕਰਨਾ ਜਿਵੇਂ ਦੀ ਵਾਸਤਵਿਕਤਾ ਹੁੰਦੀ ਹੈ। ਇਸ ਸੰਬੰਧ ਵਿੱਚ ਸਾਨੂੰ ਪਿਛਲੇ ਦਿਨੀ ਸਬਲਤਾ ਮੀਰਾਂ ਦੀ ਕਹਾਣੀ 2014-15-16 ਛਪੀ ਹੈ ਮੇਰੇ ਖਿਆਲ ਨਾਲ। ਇਹ ਕੋਈ ਨਾਟਕ ਨਹੀਂ ਹੈ, ਉਹ ਪੜ੍ਹਨੀ ਚਾਹੀਦੀ ਹੈ। ਉਹ ਕਰਨਾ ਪਊਗਾ, ਉਸ ਟੈਕਨੀਕ ਤੋਂ ਸ਼ੁਰੂ ਕਰਨਾ ਪਊਗਾ ਜਿਹੜੀ ਟੈਕਨੀਕ ਦੇ ਅੰਦਰ ਬਹੁਤ ਕਮਾਲ ਦੀਆਂ ਬੰਤਰਾਂ ਹੋਣ ਤੇ ਉਹ ਬੰਤਰਾਂ ਪਾਠਕ ਨੂੰ ਡਿਸਟਰਬ ਕਰਦੀਆਂ ਹੋਣ, ਦੰਗ ਮਾਰਦੀਆਂ ਹੋਣ। ਤੇ ਫਿਰ ਵੀ ਭੁਪਿੰਦਰ ਸਿੰਘ ਮਾਨ ਹੋਰਾਂ ਨੇ ਜਿਹੜੀ ਹੁਣ ਦੇ ਦੌਰ ਦੀ ਦਰਿੰਦਗੀ ਹੈ, ਖਾਸ ਕਰਕੇ ਜਿਹੜਾ ਅੱਪਰ ਵਰਗ ਹੈ, ਗੈਂਗਸਟਰਵਾਦ ਹੈ, ਜਾਂ ਨਸ਼ਾ ਵੇਚਣ ਵਾਲੇ ਲੋਕ ਨੇ, ਜਾਂ 2 ਨੰਬਰ ਦਾ ਧੰਦਾ ਕਰਨ ਵਾਲੇ ਲੋਕ ਨੇ, ਉਹ ਇਸ ਦੌਰ ਦੇ ਵਿੱਚ ਵੀ ਕਿਵੇਂ ਆਪਣੇ ਆਪ ਦੀ ਕਾਇਆ ਕਲਪ ਕਰ ਰਹੇ ਨੇ। ਇਸ ਕਹਾਣੀ ਦਾ ਜਿਹੜਾ ਨਾਮ ਹੈ ਉਹ ਬਹੁਤ ਕਮਾਲ ਦਾ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਬਹੁਤ ਹੀ ਵਿਸਤਾਰਪੂਰਵਕ ਤੇ ਡੂੰਘੇ ਅਧਿਐਨ ਦੇ ਨਾਲ 2 ਮਿੰਨੀ ਕਹਾਣੀਆਂ 'ਤੇ ਗੱਲਬਾਤ ਕੀਤੀ। ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਗੁਰਵਿੰਦਰ ਅਮਨ ਜੀ ਰਾਜਪੁਰੇ ਤੋਂ, ਡਾਕਟਰ ਸਾਧੂ ਰਾਮ ਲੰਗੇਆਣਾ ਜੀ, ਰਣਜੀਤ ਆਜ਼ਾਦ ਕਾਂਜਲਾ ਜੀ, ਸੁਖਬੀਰ ਕੌਰ ਸਰਾਂ ਜੀ, ਕਮਲਜੀਤ ਭੋਲਾ ਲੰਡੇ ਜੀ, ਜਗਦੀਸ਼ ਪ੍ਰੀਤਮ ਜੀ, ਜਸਵੀਰ ਭਲੂਰੀਆ ਜੀ, ਸੁਖਦਰਸ਼ਨ ਗਰਗ ਜੀ, ਗੁਰਸੇਵਕ ਰੋੜਕੀ ਜੀ, ਸੋਮਨਾਥ ਕਲਸਿਆਂ ਜੀ, ਐਮ ਅਨਵਰ ਅੰਜੁਮ ਜੀ, ਸਾਰੇ ਸਾਥੀ ਜੁੜ ਚੁੱਕੇ ਨੇ। ਅਸੀਂ ਇਹਨਾਂ ਦਾ ਸਵਾਗਤ ਵੀ ਕਰਦੇ ਹਾਂ ਅਤੇ ਧੰਨਵਾਦ ਵੀ ਕਰਦੇ ਹਾਂ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਇਲਾਕੇ ਦੇ ਆਲੋਚਕ ਨਰਿੰਜਨ ਬੋਹਾ ਜੀ ਨੂੰ ਕਿ ਉਹ ਵੀ 2 ਮਿੰਨੀ ਕਹਾਣੀਆਂ ਦੇ ਉੱਪਰ ਆਪਣੀ ਗੱਲਬਾਤ ਰੱਖਣਾ। ਨਰਿੰਜਨ ਬੋਹਾ ਜੀ। ਜਿਹੜੀ ਰਾਣਾ ਜੀ ਨੇ ਪੜ੍ਹੀ ਹੈ, ਰਾਣਾ ਜੀ ਵੀ ਬੜੇ ਸਮਰੱਥ ਕਹਾਣੀਕਾਰ ਨੇ ਤੇ ਪਿੱਛੇ ਜਾਏ ਉਹਨਾਂ ਨੇ ਡਾਕਟਰੇਟ ਦੀ ਡਿਗਰੀ ਵੀ ਸ਼ਾਇਦ ਹਾਸਲ ਕਰ ਲਈ ਹੈ ਮਿੰਨੀ
ਕਹਾਣੀ ਆਲੋਚਨਾ ਦੇ ਖੇਤਰ 'ਚ। ਇਸ ਲਈ ਉਹ ਮਿੰਨੀ ਕਹਾਣੀ ਦੀਆਂ ਜਿਹੜੀਆਂ ਕਲਾਤਮਕ ਜੁਗਤਾਂ ਬਾਰੇ ਬਹੁਤ ਬਰੀਕੀ ਨਾਲ ਜਾਣਦੇ ਨੇ। ਪਾਤਰ ਦੇ ਅੰਦਰ ਜਿਹੜਾ ਕਾਮ ਦਾ ਝੱਖੜ ਝੁੱਲ ਰਿਹਾ ਹੈ ਤੇ ਦੂਸਰਾ ਜਿਹੜਾ ਕੁਦਰਤ ਦਾ ਝੱਖੜ ਬਾਹਰ ਝੁੱਲ ਰਿਹਾ ਹੈ, ਇਹਨਾਂ ਦਾ ਕਿਤੇ ਤੁਲਾਤਮਕ ਮੁਕਾਬਲਾ ਕਰਨ ਦੀ ਇਹਨੇ ਕੋਸ਼ਿਸ਼ ਕੀਤੀ ਹੈ। ਪਰ ਜਿਹੜਾ ਕੁਦਰਤੀ ਝੱਖੜ ਹੈ ਉਹਦਾ ਖੁਲਾਸਾ ਮਿੰਨੀ ਕਹਾਣੀ ਦਾ ਜਿਹੜਾ ਪਹਿਲਾ ਵਾਕ ਹੈ ਵੀ ਉਹ ਫਸਲ ਦੇ ਬੜੀ ਚੁਬਾਰੇ ਚੋਂ ਵੇਖ ਰਿਹਾ ਵੀ ਬੜੀ ਵਧੀਆ ਮੇਰੀ ਫਸਲ ਹੋਈ ਹੈ, ਐਤਕੀ ਤਾਂ ਮੇਰਾ ਬਾਰੀ ਨਿਆਰੇ ਹੋ ਜਾਣਗੇ। ਦੂਸਰੇ ਪਾਸੇ ਝੱਖੜ ਦੀ ਗੱਲ ਕਰਦਾ ਪਾਠਕ ਪਹਿਲੇ ਹੀ ਸਮਝ ਜਾਂਦਾ ਹੈ ਕਿ ਇਸ ਨੂੰ ਕੁਦਰਤ ਦੀ ਮਾਰ ਪਊਗੀ। ਵਿਚਾਲੇ ਸੀਰੀ ਵੀ ਉਹਦਾ ਸਪਸ਼ਟ ਕਰ ਦਿੰਦਾ ਹੈ। ਸੋ ਇਹ ਮੈਨੂੰ ਜਿਹੜੀ ਮਿੰਨੀ ਕਹਾਣੀ ਆਪਣਾ ਅੰਤ ਦਾ ਪਹਿਲਾ ਖੁਲਾਸਾ ਕਰਦੀ ਹੈ, ਮਿੰਨੀ ਕਹਾਣੀ ਦੀ ਅੱਜ ਕਮਜ਼ੋਰੀ ਸਮਝੀ ਜਾਂਦੀ ਹੈ। ਦੂਸਰਾ, ਜਦੋਂ ਅਸੀਂ ਇਸ ਤਰ੍ਹਾਂ ਦੀਆਂ ਯਾਨੀ ਕਿ ਕੁਦਰਤ ਵੱਲੋਂ ਜਿਹੜੀ ਕਿਸਾਨੀ ਨੂੰ ਮਾਰ ਪੈਂਦੀ ਹੈ ਕਹਾਣੀਆਂ ਲਿਖਦੇ ਹਾਂ, ਸਾਡਾ ਮੰਤਵ ਇਹ ਹੁੰਦਾ ਹੈ ਕਿ ਕਿਸਾਨੀ ਪ੍ਰਤੀ ਅਸੀਂ ਹਮਦਰਦੀ ਦੀ ਭਾਵਨਾ ਜਗਾਈਏ, ਅਸੀਂ ਕਿਸਾਨੀ ਦੀ ਆਵਾਜ਼ ਸਿਸਟਮ ਤੱਕ ਲੈ ਕੇ ਜਾਈਏ, ਸਟੇਟ ਤੱਕ ਲੈ ਕੇ ਜਾਈਏ। ਪਰ ਜਿਹੜੀ ਹਮਦਰਦੀ ਪਹਿਲਾਂ ਦੀ ਮਿੰਨੀ ਕਹਾਣੀਆਂ ਪੇਸ਼ ਕਰਦੀਆਂ ਰਹੀਆਂ ਨੇ, ਪਹਿਲਾਂ ਦੀ ਕਹਾਣੀਆਂ ਪੇਸ਼ ਕਰਦੀਆਂ ਰਹੀਆਂ ਨੇ, ਮੇਰੇ ਖਿਆਲ 'ਚ ਇਹ ਜਿਹੜੇ ਦੂਰੇ ਝੱਖੜ ਦੇ ਤੁਲਾਤਮਕ ਮੁਕਾਬਲੇ ਦੇ ਚੱਕਰ 'ਚ ਉਹ ਪ੍ਰਭਾਵ ਨਹੀਂ ਸਿਰ ਸਕੀ। ਇੱਕ ਜਿਹੜਾ ਇਹਦਾ ਪਾਤਰ ਹੈ ਉਹ ਸਧਾਰਨ ਕਿਸਾਨ ਨਹੀਂ, ਉਹ ਇੱਕ ਧਨਾੜ ਕਿਸਾਨ ਹੈ, ਉਹ ਇੱਕ ਜ਼ਗੀਰਦਾਰੀ ਰੁਚੀਆਂ ਵਾਲਾ ਕਿਸਾਨ ਹੈ ਜਿਹੜਾ ਜਵਾਨ ਔਰਤਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦਾ ਹੈ। ਉਹਦੇ ਅੰਦਰ ਹਰ ਵੇਲੇ ਕੰਮ ਦਾ ਤੂਫਾਨ ਝੁੱਲਦਾ ਹੈ। ਸੋ ਜਦੋਂ ਉਹਦਾ ਰੁੱਖਾ ਮੇਰੇ ਖਿਆਲ 'ਚ ਸਮਾਂ ਪਾਠਕ ਰਾਤ ਦੀ ਸਾਂਸ ਲੈਂਦਾ ਹੈ, ਸਾਲੇ ਨੇ ਲਿਖਿਆ ਕੀ ਗੰਦ ਪਾਇਆ ਸੀ ਤੇ ਇਹਨੂੰ ਸਜ਼ਾ ਮਿਲੀ। ਸੋ ਇਸ ਕਰਕੇ ਕਹਾਣੀ ਆਪਣੇ ਆਪ ਤੋਂ ਸਪਸ਼ਟ ਨਹੀਂ ਹੈ। ਹਾਂਜੀ, ਧੰਨਵਾਦ। ਨਰਿੰਜਨ ਬੋਹਾ ਜੀ ਦੀ ਗੱਲ ਲਗਭਗ ਪੂਰੀ ਹੋ ਹੀ ਚੁੱਕੀ ਹੈ, ਪਰ ਕਿਸੇ ਕਾਰਨ ਉਹਨਾਂ ਦਾ ਸਾਡੇ ਨਾਲ ਸੰਪਰਕ ਟੁੱਟ ਗਿਆ। ਬਹੁਤ ਬਹੁਤ ਧੰਨਵਾਦ ਬੋਹਾ ਜੀ। ਇਸ ਤੋਂ ਪਹਿਲਾਂ ਕਿ ਮੈਂ ਡਾਕਟਰ ਨੈਬ ਸਿੰਘ ਮੰਡੇਰ ਹੋਰਾਂ ਨੂੰ ਸੱਦਾ ਦਿਆਂ, ਸਾਡੇ ਨਾਲ ਜੁੜੇ ਨੇ ਮੈਡਮ ਬੀਨਾ ਅਰੋੜਾ ਜੀ, ਸੁਖਦੇਵ ਸਿੰਘ ਔਲਖ ਜੀ, ਸੁਰਿੰਦਰ ਕੈਲੇ ਜੀ, ਸਭ ਦਾ ਸਵਾਗਤ ਹੈ। ਉਹਨਾਂ ਬੇਨਤੀ ਕਰਦਾ ਡਾਕਟਰ ਨੈਬ ਸਿੰਘ ਮੰਡੇਰ ਜੀ ਨੂੰ ਕਿ ਉਹ ਵੀ 2 ਮਿੰਨੀ ਕਹਾਣੀਆਂ ਦੇ ਉੱਪਰ ਆਪਣੇ ਵਿਚਾਰ ਰੱਖਣ। ਡਾਕਟਰ ਮੰਡੇਰ ਜੀ। ਬਹੁਤ ਬਹੁਤ ਸ਼ੁਕਰੀਆ ਜਗਦੀਸ਼ ਰਾਏ ਕੁਲਰੀਆਂ ਜੀ। ਤੇ ਘਰਾਂ ਦੇ ਵਿੱਚ ਬੈਠੇ ਹੀ ਅਸੀਂ ਮਿੰਨੀ ਕਹਾਣੀ ਵਿਧਾ ਦੀ ਸਫਲਤਾ ਦੇ ਲਈ, ਪ੍ਰਵਾਨਿਕਤਾ ਦੇ ਲਈ ਅਸੀਂ ਆਪਣੇ ਆਲੇ ਦੁਆਲੇ ਦੇ ਮੋਹ ਦੇ ਨਾਲ ਜੁੜੇ ਹੋਏ ਮਿੰਨੀ ਕਹਾਣੀ ਲੇਖਕਾਂ ਆਲੋਚਕਾਂ ਦੇ ਨਾਲ ਇੱਕ ਸੰਗੋਸ਼ਠੀ ਦੇ ਰੂਪ ਦੇ ਵਿੱਚ ਚਰਚਾ ਕਰ ਰਹੇ ਹਾਂ। ਅੱਜ 8 ਮਿੰਨੀ ਕਹਾਣੀਆਂ ਦਾ ਪਾਠ ਇਸ ਸੰਗੋਸ਼ਠੀ ਦੇ ਵਿੱਚ ਹੋਇਆ। ਉਹਨਾਂ ਦੇ ਵਿੱਚ ਡਾਕਟਰ ਕੌੜਾ ਜੀ, ਪ੍ਰੋਫੈਸਰ ਢਿੱਲੋਂ ਸਾਹਿਬ, ਬੋਹਾ ਸਾਹਿਬ ਨੇ ਕਾਫੀ ਗੱਲਾਂ ਤੇ ਉੱਤਰ ਕਰੋਨਾ ਕਾਲ, ਬੋਹਾ ਸਾਹਿਬ ਨੇ ਗੱਲ ਕਰੋਨਾ ਕਾਲ ਤੇ ਉੱਤਰ ਕਰੋਨਾ ਕਾਲ ਦੀ ਗੱਲ ਉਹਨਾਂ ਨੇ ਸਪਸ਼ਟ ਕੀਤੀ ਹੈ ਕਿ ਬਾਅਦ ਦੇ ਵਿੱਚ ਇਹ ਗੱਲਾਂ ਕਿਸ ਤਰ੍ਹਾਂ ਦੀਆਂ ਸਾਡੇ ਸਾਹਮਣੇ ਸਪਸ਼ਟ ਹੋਣਗੀਆਂ। ਮੇਰੇ ਕੋਲ 2 ਮਿੰਨੀ ਕਹਾਣੀਆਂ ਦੇ ਬਾਰੇ ਆਈਆਂ। ਇੱਕ ਮਾਸਟਰ ਸੁਖਵਿੰਦਰ ਸਿੰਘ, ਉਹਨਾਂ ਨੇ ਮਿੰਨੀ ਕਹਾਣੀ ਪੜ੍ਹੀ ਦੂਰ ਪੰਜਾਬ, ਤੇ ਇੱਕ ਦੂਸਰੀ ਮਿੰਨੀ ਕਹਾਣੀ ਹੋਰ ਆਈ ਹਰਜਿੰਦਰਪਾਲ ਕੰਗ ਦੀ ਮਹਿਕ ਰਿਸ਼ਤਿਆਂ ਦੀ। ਪਾਠ ਦੇ ਰੂਪ ਦੇ ਵਿੱਚ, ਸੁਣਨ ਦੇ ਰੂਪ ਦੇ ਵਿੱਚ ਮੈਂ ਬਹੁਤ ਦੂਰ ਪੰਜਾਬ ਮਾਸਟਰ ਸੁਖਵਿੰਦਰ ਦਾਨਗੜ੍ਹ ਦੀ ਮਿੰਨੀ ਕਹਾਣੀ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਦੋਵਾਂ ਕਹਾਣੀਆਂ ਨੂੰ ਪੜ੍ਹਿਆ ਵੀ। ਇਹਨਾਂ ਦੋਵਾਂ ਮਿੰਨੀ ਕਹਾਣੀਆਂ ਦੇ ਵਿੱਚ ਇਕਾਂਤ ਚਿੱਤ ਤੇ ਇਕਾਂਤਵਾਸ ਦੀ ਗੱਲ ਬੜੇ ਨਿਵੇਕਲੇ ਰੂਪ ਦੇ ਤੇ ਨਿਖੜਵੇਂ ਰੂਪ ਦੇ ਵਿੱਚ ਆਈ ਵੀ ਜਦੋਂ ਮਨੁੱਖ ਇਕਾਂਤਵਾਸ ਚ ਹੁੰਦਾ ਹੈ ਜਾਂ ਇਕਾਂਤ ਚਿੱਤ ਹੁੰਦਾ ਹੈ, ਉਦੋਂ ਆਪਣੀਆਂ ਜੜ੍ਹਾਂ ਨਾਲ ਜੁੜਦਾ ਹੈ। ਮਾਸਟਰ ਸੁਖਵਿੰਦਰ ਦਾਨਗੜ੍ਹ ਜੀ ਨੇ ਬਹੁਤ ਦੂਰ ਪੰਜਾਬ ਪ੍ਰਵਾਸ ਦੀ ਸਥਿਤੀ ਨੂੰ ਆਪਣੀ ਮਿੰਨੀ ਕਹਾਣੀ ਦੇ ਵਿੱਚ ਸਿਰਜਿਆ ਕਿ ਇੱਕ ਮਨੁੱਖ
ਆਪਣੇ ਘਰ ਤੋਂ ਦੂਰ ਹੋਰ ਥਾਂ ਤੇ, ਆਪਣੀਆਂ ਜੜ੍ਹਾਂ ਤੋਂ ਦੂਰ ਹੋਰ ਥਾਂ ਤੇ ਆਪਣਾ ਵਸੇਬਾ ਕਰਦਾ ਹੈ ਤੇ ਆਪਣੇ ਮੂਲ ਨਾਲੋਂ ਕਿਤੇ ਨਾ ਕਿਤੇ ਉਹ ਟੁੱਟ ਕੇ ਦੂਜੀ ਥਾਂ ਤੇ ਜਾ ਕੇ ਜੁੜਦਾ ਹੈ। ਭਾਵੇਂ ਕਿ ਇਸ ਮਿੰਨੀ ਕਹਾਣੀ ਦੇ ਵਿੱਚ, ਦਾਨਗੜ੍ਹ ਜੀ ਦੀ ਮਿੰਨੀ ਕਹਾਣੀ ਦੇ ਵਿੱਚ ਅੰਮ੍ਰਿਤਸਰ ਤੋਂ ਗਿਆ ਹੋਇਆ ਕਰਨੈਲ ਸਿੰਘ ਦਾ ਪਰਿਵਾਰ ਹੈ। ਉਹ ਕੈਲਗਰੀ ਦੇ ਵਿੱਚ ਚੜ੍ਹਦੇ ਸੂਰਜ ਦੀ ਲਾਲੀ ਕਹਾਣੀ ਦੇ ਵਿੱਚ ਕਿੰਨਾ ਸੋਹਣਾ ਉਹਨਾਂ ਨੇ ਇਹ ਸ਼ਬਦਾਂ ਦਾ ਜ਼ਿਕਰ ਕੀਤਾ ਹੈ। ਉਸ ਦੇ ਵਿੱਚ ਆਪਣਾ ਗੁਜ਼ਰ ਬਸਰ ਕਰ ਰਿਹਾ ਹੈ, ਲੇਕਿਨ ਜਦੋਂ ਪਾਰਕ ਦੇ ਵਿੱਚ ਘੁੰਮ ਰਿਹਾ ਹੈ ਜਾਂ ਪਾਰਕ ਦੇ ਕੋਲ ਬੈਠਾ ਹੈ, ਕਹਿੰਦਾ ਹੈ ਕਿ ਮੈਂ ਮੋਗੇ ਤੋਂ ਹਾਂ ਗੁਰਨਾਮ ਸਿੰਘ ਤੇ ਤੁਸੀਂ, ਉਹਨਾਂ ਨੇ ਕਿਹਾ ਅੰਮ੍ਰਿਤਸਰ ਤੋਂ। ਤੇ ਉਹ ਕਹਿੰਦੇ ਬੜੀ ਖੁਸ਼ੀ ਹੈ ਯਾਰ ਇਸ ਦੇਸ਼ ਦੇ ਵਿੱਚ। ਉਹ ਖੁਸ਼ੀ ਚ ਖੀਵਾ ਹੈ ਤੇ ਦੂਜੇ ਪਾਸੇ ਜਿਹੜਾ ਕਰਨੈਲ ਸਿੰਘ ਹੈ ਉਹ ਆਪਣੇ ਮੂਲ ਨਾਲ ਟੁੱਟਿਆ ਹੋਇਆ ਹੈ, ਉਹ ਅੰਦਰੋਂ ਜਕੜਿਆ ਹੋਇਆ ਹੈ। ਤੇ ਕਿ ਜਦੋਂ ਅੰਤ ਦੇ ਵਿੱਚ ਮਿੰਨੀ ਕਹਾਣੀ ਦੀ ਇਹ ਉਲਝਣ ਦੂਰ ਹੁੰਦੀ ਹੈ, ਉਹਦਾ ਇਹ ਹੈ ਕਿ ਗੁਰਨਾਮ ਸਿੰਘ ਦੇ ਕੋਲ ਜ਼ਮੀਨ ਜਾਇਦਾਦ ਪੰਜਾਬ ਦੇ ਵਿੱਚ ਵੀ ਹੈ। ਉਹ ਹਰ ਸਾਲ ਗੇੜਾ ਵੀ ਲਾ ਲੈਂਦਾ ਹੈ ਪੰਜਾਬ ਦੇ ਵਿੱਚ, ਆਪਣੇ ਮੂਲ ਨਾਲ, ਆਪਣੀ ਜੜ੍ਹਾਂ ਦੇ ਨਾਲ ਫਿਰ ਵੀ ਉਹ ਜੁੜਿਆ ਹੋਇਆ ਹੈ। ਉਸ ਦੀ ਜਿਹੜੀ ਮਨ ਦੀ ਸਥਿਤੀ ਹੈ ਉਹ ਸੰਤੁਸ਼ਟੀ ਵਾਲੀ ਹੈ। ਦੂਜੇ ਪਾਸੇ ਦਾ ਜਿਹੜਾ ਨਾਮਕਰਨ ਹੈ, ਉਹਦਾ ਸਿਰਲੇਖ ਹੈ, ਉਹ ਇੰਨਾ ਗੁਮਾਨ ਨਹੀਂ ਲੱਗਦਾ। ਆਂਤ ਅਵਸਥੇ ਵਿੱਚ ਜਦ ਕਰੋਨਾ ਦੀ ਗੱਲ ਕਰਦੇ ਆ, ਇੱਕ ਮਜ਼ਦੂਰ ਹੈ ਜਿਹੜਾ ਮਾਲਕ, ਫੈਕਟਰੀ ਦਾ ਮਾਲਕ ਹੈ, ਉਹਦੇ ਕੋਲੋਂ ਇਸ ਤਰ੍ਹਾਂ ਦੀ ਸਥਿਤੀਆਂ ਦੇ ਵਿੱਚ ਉਹ ਕੰਮ ਕਰਦੇ ਹੋਏ ਉਸ ਨੂੰ ਬਿਮਾਰੀ ਨੇ ਘੇਰ ਲਿਆ ਤੇ ਉਹ ਇਕਾਂਤਵਾਸ ਦੇ ਵਿੱਚ ਉਸਨੂੰ ਰੱਖਿਆ ਗਿਆ ਹੈ। ਜਦੋਂ ਇਕਾਂਤਵਾਸ ਚ ਲਿਜਾਇਆ ਜਾ ਰਿਹਾ ਹੈ ਤਾਂ ਉਹਦਾ ਜਿਹੜਾ ਬੇਟਾ ਹੈ, ਬੱਚਾ ਹੈ ਤੇ ਉਹਦੇ ਘਰ ਵਾਲੀ ਹੈ, ਉਹ ਜਦੋਂ ਖੜੇ ਨੇ ਉਹਨੂੰ ਵਿਦਾ ਕਰ ਰਹੇ ਨੇ, ਇਕਾਂਤਵਾਸ ਦੇ ਵਿੱਚ ਲੈ ਕੇ ਜਾ ਰਿਹਾ ਹੈ, ਤੇ ਉਹ ਫਿਰ 2 ਦਿਨਾਂ ਬਾਅਦ ਜਦੋਂ ਰੋਟੀ ਖਾ ਰਿਹਾ ਹੈ, ਉਹਨੂੰ ਆਪਦੇ ਬੇਟੇ ਦੀ ਤੋਤੀ ਜਿਹੀ ਆਵਾਜ਼ ਸੁਣਦੀ ਹੈ। ਉਹਦੇ ਘਰ ਵਾਲੀ ਜਦੋਂ ਉਹਨੂੰ ਭੇਜ ਰਹੀ ਹੁੰਦੀ ਹੈ ਕਿਹੜੀਆਂ ਸਥਿਤੀਆਂ ਦੇ ਵਿੱਚ, ਉਹ ਉਹਦੇ ਚੇਤੇ ਆਉਂਦਾ ਹੈ ਤੇ ਨਾਲ ਜਿਹੜੇ ਉਹਦੇ ਸਾਥੀ ਦੂਸਰੇ ਨੂੰ ਹੌਸਲਾ ਦੇ ਰਹੇ ਨੇ ਤੇ ਉੱਥੇ ਉਹ ਰੋਣ ਦੀ ਵੀ ਸਥਿਤੀ ਦੇ ਵਿੱਚ ਆ ਰਹੇ। ਇਕਾਂਤਵਾਸ ਦੇ ਵਿੱਚ ਉਸ ਨੂੰ ਆਪਣਾ ਮਾਲਕ ਭੁੱਲ ਗਿਆ, ਉਸ ਨਾਲ ਘਰ ਯਾਦ ਆ ਰਿਹਾ ਹੈ, ਆਪਣੇ ਬੱਚੇ ਯਾਦ ਆ ਰਹੇ ਨੇ। ਕਿਹੋ ਜਿਹੀਆਂ ਸਥਿਤੀਆਂ ਦੇ ਵਿੱਚੋਂ ਮਨੁੱਖ ਗੁਜ਼ਰੇ ਹੈ, ਉਹਨਾਂ ਨੂੰ ਸਾਹਮਣੇ ਸਥਿਤੀ ਹੈ, ਇੱਕ ਮਨੋਸਥਿਤੀ ਹੈ, ਮਨੋਸਥਿਤੀ ਵਿੱਚ ਆਪਣੇ ਆਪ ਨੂੰ ਕਰਦੇ ਨੇ। ਕਿਉਂਕਿ ਅੱਜ ਦਾ ਮਨੁੱਖ ਜਿਹੜਾ ਹੈ, ਜਿਵੇਂ ਚੇਤਨ ਤੇ ਅਵਚੇਤਨ, ਚੇਤਨਤਾ ਦੇ ਵਿੱਚ ਕਿਵੇਂ ਉਹ ਆਪਣੇ 2-4 ਹੋ ਰਿਹਾ ਤੇ ਅਵਚੇਤਨ ਦੇ ਵਿੱਚ ਉਹ ਕਿਵੇਂ ਟੁੱਟ ਰਿਹਾ ਹੈ ਜਾਂ ਅੱਗੇ ਦੀ ਸਥਿਤੀ ਨੂੰ ਵਾਚ ਰਿਹਾ ਹੈ, ਇਹ ਸਥਿਤੀਆਂ ਇਹਨਾਂ ਮਿੰਨੀ ਕਹਾਣੀਆਂ ਦੇ ਵਿੱਚ ਸ਼ਾਮਲ ਕੀਤੀਆਂ ਨੇ। ਔਰ ਬਹੁਤ ਦੂਰ ਪੰਜਾਬ ਵਿੱਚ ਇਸ ਗੱਲ ਨੂੰ ਬੜੇ ਨਿਖਲੇ ਢੰਗ ਨਾਲ ਦਾਨਗੜ੍ਹ ਜੀ ਨੇ ਸ਼ਾਮਲ ਕੀਤਾ ਹੈ। ਹਰਜਿੰਦਰਪਾਲ ਕੰਗ ਦੀ ਮਹਿਕ ਰਿਸ਼ਤਿਆਂ ਦੀ ਮੈਨੂੰ ਥੋੜਾ ਜਿਹਾ ਇਸ ਦੇ ਸਿਰਲੇਖ ਦੇ ਉੱਤੇ ਲੱਗਿਆ ਤੇ ਬਾਕੀ ਦੋਵੇਂ ਮਿੰਨੀ ਕਹਾਣੀਆਂ ਬਹੁਤ ਵਧੀਆ ਮੈਨੂੰ ਲੱਗੀਆਂ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਡਾਕਟਰ ਨੈਬ ਸਿੰਘ ਮੰਡੇਰ ਹੋਰਾਂ ਦਾ, ਜਿਨ੍ਹਾਂ ਨੇ ਬਹੁਤ ਹੀ ਵਿਸਤਾਰਪੂਰਵਕ ਤਰੀਕੇ ਦੇ ਨਾਲ ਮਿੰਨੀ ਕਹਾਣੀਆਂ ਦੇ ਉੱਪਰ ਆਪਣੀ ਗੱਲਬਾਤ ਰੱਖੀ। ਹੁਣ ਮੈਂ ਬੇਨਤੀ ਕਰਾਂਗਾ, ਸਾਡੇ ਕੋਲ ਵਿਸ਼ੇਸ਼ ਟਿੱਪਣੀਕਾਰ ਦੇ ਤੌਰ 'ਤੇ ਹਾਜ਼ਰ ਨੇ ਅਣੂ ਦੇ ਸੰਪਾਦਕ ਸੁਰਿੰਦਰ ਕੈਲੇ ਜੀ, ਕਿ ਉਹ ਸਮੁੱਚੀਆਂ ਜਿਹੜੀਆਂ 8 ਮਿੰਨੀ ਕਹਾਣੀਆਂ ਨੇ ਉਹਨਾਂ ਦੇ ਉੱਪਰ ਆਪਣੇ ਵਿਚਾਰ ਰੱਖਣ। ਸੁਰਿੰਦਰ ਕੈਲੇ ਜੀ। ਅੱਜ ਦੀਆਂ ਜਿਹੜੀਆਂ ਕਹਾਣੀਆਂ ਪੜ੍ਹੀਆਂ ਗਈਆਂ ਨੇ, ਇਹਨਾਂ ਤੇ ਚਰਚਾ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਸਪਸ਼ਟੀਕਰਨ ਦੇ ਦਿਆਂ ਕਿ ਤਕਨੀਕੀ ਤੌਰ ਤੇ ਮੈਂ ਬਹੁਤਾ ਮਾਹਰ ਨਹੀਂ ਸੀ, ਇਸ ਕਰਕੇ ਮੈਨੂੰ ਜੁੜਨ ਦੇ ਵਿੱਚ ਬਹੁਤ ਦੇਰੀ ਲੱਗ ਗਈ ਆ। ਤੇ ਕਹਾਣੀਆਂ ਵੈਸੇ ਮੈਨੂੰ ਪੜ੍ਹਨ ਵਾਸਤੇ ਮਿਲ ਗਈਆਂ ਸੀ, ਮੈਂ ਪੜ੍ਹ ਲਈਆਂ ਤੇ ਟਿੱਪਣੀਆਂ ਮੈਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੀਆਂ ਵਿਦਵਾਨਾਂ ਦੀਆਂ ਨਹੀਂ ਸੁਣ ਸਕਿਆ। ਮੈਂ ਆਪਣੇ ਤੌਰ ਤੇ ਬੜੇ ਸੰਖੇਪ ਦੇ ਵਿੱਚ 2-4 ਸ਼ਬਦ ਕਹਾਂਗਾ। ਪਹਿਲਾਂ ਤਾਂ ਇਹ ਕਿ ਆਮ ਕੁਝ ਆਲੋਚਕਾਂ ਦੀ ਧਾਰਨਾ ਹੈ ਕਿ ਮਿੰਨੀ ਕਹਾਣੀ ਜਿਹੜੀ ਹੈ ਉਹ ਸਮਾਜ ਦੇ ਤੇ ਵਿਅਕਤੀ ਦੇ ਜਿਹੜੇ ਵਿਭਿੰਨ ਪਸਾਰ ਨੇ ਉਹਨਾਂ ਦੀ ਪਕੜ ਨਹੀਂ ਕਰ ਸਕਦੀ। ਇਸ ਦੇ ਜਵਾਬ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਡੇ ਲੇਖਕ ਜਿਹੜੇ ਸ਼ੁਰੂ ਤੋਂ ਲੈ ਕੇ ਜੁੜੇ ਹੋਏ ਨੇ ਤੇ ਨਿਰੰਤਰ ਲਿਖਦੇ ਆ ਰਹੇ ਨੇ, ਅਗਰ ਉਹਨਾਂ ਦੀਆਂ ਕਹਾਣੀਆਂ ਨੂੰ ਅਸੀਂ ਇਸ ਕਸੌਟੀ ਦੇ ਉੱਤੇ ਪਰਖੀਏ ਤਾਂ ਨਿਸ਼ਚੈ ਹੀ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੀ ਅਜਿਹਾ ਵਿਸ਼ਾ ਜੋ ਸਾਡਾ ਸਮਾਜ ਦਾ ਹੈ, ਵਿਅਕਤੀ ਦਾ ਹੈ, ਉਹ ਅਣਛੋਇਆ ਨਹੀਂ ਹੈ। ਇਹਦੇ ਤੋਂ ਅਸੀਂ ਇਹ ਗੱਲ ਸਪਸ਼ਟ ਕਰ ਸਕਦੇ ਹਾਂ। ਦੂਸਰਾ ਕਿ ਅੱਜ ਜਿਹੜੀਆਂ ਕਹਾਣੀਆਂ ਪੜ੍ਹੀਆਂ ਗਈਆਂ ਨੇ ਉਹਨਾਂ ਦੇ ਵਿੱਚ
ਤਕਰੀਬਨ 40% ਕਹਾਣੀਆਂ ਨੇ ਜਿਹੜੀਆਂ ਕਰੋਨਾ ਦੇ ਮਹਾਮਾਰੀ ਦੇ ਸੰਬੰਧ ਵਿੱਚ ਹਨ। ਮੈਨੂੰ ਪਹਿਲਾਂ ਹੀ ਇਹ ਮਹਿਸੂਸ ਹੋ ਰਿਹਾ ਸੀ ਕਿ ਜਿਸ ਦੌਰ ਦੇ ਵਿੱਚ ਅਸੀਂ ਲੰਘ ਰਹੇ ਹਾਂ ਉਸ ਦੌਰ ਵਿੱਚ ਜ਼ਰੂਰੀ ਇਸ ਦੇ ਨਾਲ ਸੰਬੰਧਿਤ ਕਹਾਣੀਆਂ ਆਉਣਗੀਆਂ। ਇੱਕ ਕਹਾਣੀ ਹੈ ਆਪਣਾ ਮੂਲ ਪਛਾਣ। ਇਹ ਕਹਾਣੀ ਸੰਕਟ ਦੀ ਨਿਸ਼ਾਨਦੇਹੀ ਕਰਦੀ ਹੈ। ਦੂਸਰੀ ਕਹਾਣੀ ਬਾਬੇ ਦੀ ਕੁਰਸੀ ਸੰਕਟ ਦਾ ਜੋ ਪ੍ਰਭਾਵ ਹੈ ਬਜ਼ੁਰਗਾਂ ਦੇ ਉੱਤੇ ਉਸ ਦੀ ਹੈ। ਤੀਸਰੀ ਹੈ ਮਹਿਕ ਰਿਸ਼ਤਿਆਂ ਦੀ, ਉਹ ਕਰੋਨਾ ਦੇ ਪ੍ਰਭਾਵ ਦੇ ਨਾਲ ਜੋ ਵਿਅਕਤੀ ਪ੍ਰਭਾਵਿਤ ਹੈ ਉਸ ਦੀ ਮਾਨਸਿਕ ਸਥਿਤੀ ਦੇ ਨਾਲ ਗੱਲ ਕਰਦੀ ਹੈ। ਸੋ ਇਸ ਤਰ੍ਹਾਂ ਇਹ ਤਿੰਨੇ ਕਹਾਣੀਆਂ ਜਿਹੜੀਆਂ ਹੈਗੀਆਂ ਨੇ ਕਰੋਨਾ ਦੇ ਸੰਕਟ ਦੇ ਵਿੱਚੋਂ ਉਪਜੀਆਂ ਨੇ। ਇਹ ਸ਼ੁਰੂਆਤ ਹੈ ਕਿ ਅਸੀਂ ਉਸ ਦੇ ਜੋ ਅੱਜ ਦੀ ਸਥਿਤੀ ਹੈ ਉਸ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਸ ਦੇ ਬਹੁਤ ਸਾਰੇ ਪਸਾਰ ਹੋਰ ਵੀ ਨੇ ਜਿਨ੍ਹਾਂ ਦੀ ਅਸੀਂ ਪਕੜ ਕਰਨੀ ਹੈ। ਇਸ ਬਿਮਾਰੀ ਦੇ ਪਿੱਛੇ ਕਾਰਜਸ਼ੀਲ ਬਹੁਤ ਸਾਰੀਆਂ ਤਾਕਤਾਂ ਨੇ, ਬਹੁਤ ਸਾਰੇ ਕਾਰਨ ਨੇ। ਇਸ ਦੇ ਜੋ ਪ੍ਰਭਾਵ ਨੇ ਬੜੇ ਦੂਰ ਜਿਸੇ ਪ੍ਰਭਾਵ ਆਉਣੇ ਆ, ਉਹਨਾਂ ਪ੍ਰਭਾਵਾਂ ਦੀ ਅਸੀਂ ਨਿਸ਼ਾਨਦੇਹੀ ਵੀ ਕਰਨੀ ਆ ਤੇ ਉਹਨਾਂ ਦਾ ਪ੍ਰਗਟਾਅ ਵੀ ਕਰਨਾ ਕਿ ਅਸੀਂ ਕਿਸ ਤਰ੍ਹਾਂ ਸਮਾਜ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਣਾ ਹੈ। ਸੋ ਮੈਨੂੰ ਉਮੀਦ ਹੈ ਕਿ ਆਉਂਦੇ ਸਮੇਂ ਦੇ ਵਿੱਚ ਸਾਡੇ ਲੇਖਕ ਜਿਹੜੇ ਇਸ ਦੇ ਵਿਭਿੰਨ ਪ੍ਰਸਾਰ ਨੇ ਉਹਨਾਂ ਨੂੰ ਪਕੜਨ ਦੀ ਕੋਸ਼ਿਸ਼ ਕਰਨਗੇ। ਜਿੱਥੋਂ ਤੱਕ ਅੱਜ ਪੜ੍ਹੀਆਂ ਗਈਆਂ ਕਹਾਣੀਆਂ ਨੇ ਉਹਨਾਂ ਦੇ ਵਿੱਚੋਂ ਮੈਂ ਇੱਕ ਕਹਾਣੀ ਨੂੰ, ਅਗਰਵਾਲ ਸਾਹਿਬ ਦੀ ਕਹਾਣੀ ਹੈ, ਬਹੁਤ ਹੀ ਵਧੀਆ ਕਹਾਣੀ ਹੈ। ਇਸ ਦੇ ਉੱਤੇ ਅਗਰ ਚਰਚਾ ਕਰਨੀ ਹੋਵੇ ਤਾਂ ਬਹੁਤ ਲੰਮਾ ਸਮਾਂ ਚਾਹੀਦਾ। ਇਹ ਕਹਾਣੀ ਇੱਕ ਰਾਤ ਸਿਰਾ ਕਹਾਣੀ ਹੈ ਨਵੇਂ ਲੇਖਕਾਂ ਦੇ ਵਾਸਤੇ। ਨਵੇਂ ਲੇਖਕਾਂ ਨੂੰ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਕਿਹਾ ਹੈ ਕਿ ਸਾਡੇ ਪ੍ਰੌੜ ਲੇਖਕਾਂ ਦੀਆਂ ਜੋ ਕਹਾਣੀਆਂ ਨੇ ਉਹਨਾਂ ਨੂੰ ਪੜ੍ਹਨੀਆਂ ਚਾਹੀਦੀਆਂ ਨੇ। ਉਹ ਉਹਨਾਂ ਦੇ ਲਈ ਰਾਹ ਸਿਰਾ ਬਣਨਗੇ। ਕਿਸ ਤਰ੍ਹਾਂ ਵਿਧਾ ਨੂੰ ਉਹਨਾਂ ਨੇ ਪ੍ਰਫੁੱਲਿਤ ਕਰਨਾ ਹੈ, ਆਪਣੇ ਵਿਸ਼ਿਆਂ ਦੇ ਵਿੱਚ ਜੋ ਗੱਲਾਂ ਕਹਿਣੀਆਂ ਨੇ ਉਹ ਕਿਸ ਤਰ੍ਹਾਂ ਕਹਿਣੀਆਂ ਨੇ। ਇਹ ਕਹਾਣੀ ਜਿਹੜੀ ਹੈ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਰਾਹ ਦਸੇਰਾ ਬਣ ਸਕਦੀ ਹੈ। ਦੂਸਰੇ ਲੇਖਕ ਜਿਹੜੇ ਵੀ ਸ਼ਾਮਲ ਹੋਏ ਨੇ ਉਹਨਾਂ ਨੂੰ ਮੈਂ ਅਗਲੇ ਦੌਰ ਦੇ ਲੇਖਕ ਦੇ ਤੌਰ ਤੇ ਲੈਣਾ। ਇਹਨਾਂ ਦੇ ਵਿੱਚੋਂ ਵੀ ਵੱਖ-ਵੱਖ ਤਰ੍ਹਾਂ ਦੀਆਂ ਕਹਾਣੀਆਂ ਨੇ। ਜਿਸ ਤਰ੍ਹਾਂ ਹਰਪ੍ਰੀਤ ਰਾਣਾ ਦੀ ਕਹਾਣੀ ਹੈਗੀ ਹੈ ਚੱਕੜ, ਕਿਸਾਨੀ ਦੀ ਹੈ ਕਿ ਕਿਸਾਨੀ ਜੀਵਨ ਜੋ ਹੈ, ਕਿਸਾਨੀ ਦਾ ਜੋ ਕੰਮਕਾਰ ਹੈ ਉਹ ਸਾਰਾ ਹੀ ਕੁਦਰਤ ਦੇ ਉੱਤੇ ਨਿਰਭਰ ਹੈ। ਇਹ ਨਹੀਂ ਪਤਾ ਹੈ ਕਿ ਪੱਕੀ ਪਕਾਈ ਫਸਲ ਦੇ ਕਦੋਂ ਗੜੇਮਾਰ ਹੋ ਜਾਣੀ ਹੈ। ਇਹ ਅਕਸਰ ਹੁੰਦਾ ਆ ਰਿਹਾ ਤੇ ਜਦ ਕਿ ਇਸ ਨੂੰ ਆਪਣੇ ਤੇ ਸਹਿੰਦਾ ਵੀ ਆ ਰਿਹਾ ਤੇ ਇਸ ਦੀ ਘੜੀ ਦੇ ਵਿੱਚੋਂ ਜੋ ਸਥਿਤੀ ਪੈਦਾ ਹੁੰਦੀ ਹੈ ਉਹ ਚੋਂ ਨਿਕਲਦਾ ਵੀ ਰਿਹਾ। ਤੇ ਮੈਂ ਇਸ ਵਿੱਚ ਹਰਪ੍ਰੀਤ ਰਾਣਾ ਜੀ ਨੂੰ ਕੁਝ ਕਹਿਣਾ ਚਾਹੂੰਗਾ ਕਿ ਕੁਝ ਇਸਨੇ ਜੋ ਗੱਲਾਂ ਲਈਆਂ ਹੈਗੀਆਂ ਨੇ ਉਹ ਇਹਦੇ ਨਾਲ ਕਹਾਣੀ ਦੇ ਨਾਲ ਮੇਲ ਨਹੀਂ ਖਾਂਦੀਆਂ। ਜਿਸ ਤਰ੍ਹਾਂ ਕਿ ਉਹ ਘਰ ਦੇ ਵਿੱਚ ਔਰਤ ਨੂੰ ਬੁਲਾਉਣ ਦੀ ਗੱਲ ਕਰਦਾ ਹੈ ਜਾਂ ਝੱਖੜ ਦੀ ਗੱਲ ਕਰਦਾ ਹੈ ਕਿ ਰਾਤ ਨੂੰ ਝੱਖੜ ਆਇਆ ਤੇ ਸਵੇਰ ਨੂੰ ਸਾਰਾ ਕੁਝ ਬਰਬਾਦ ਹੋ ਗਿਆ। ਆਪਾਂ ਪਿੰਡ ਵਿੱਚ ਰਹਿਣ ਵਾਲੇ ਇਹ ਜਾਣਦੇ ਹੀ ਹਾਂ ਕਿ ਜਦੋਂ ਵੀ ਇਸ ਤਰ੍ਹਾਂ ਦਾ ਝੱਖੜ ਆਉਂਦਾ ਤਾਂ ਉਸ ਦੇ ਝੱਖੜ ਦੀ ਵਿਨਾਸ਼ਤਾ ਜੋ ਹੈ, ਜੋ ਉਸਦੀ ਆਵਾਜ਼ ਹੈ, ਜੋ ਉਸਦਾ ਪ੍ਰਭਾਵ ਪੈਂਦਾ ਹੈ, ਉਸਦੇ ਨਾਲ ਸਾਡੀ ਨੀਂਦ ਟੁੱਟ ਜਾਂਦੀ ਹੈ। ਅਸੀਂ ਸੁੱਤੇ ਨਹੀਂ ਰਹਿ ਸਕਦੇ। ਇਹਨਾਂ ਦੋਨਾਂ ਨੂੰ ਜੋੜਨ ਦੇ ਲਈ ਥੋੜ੍ਹੀ ਜਿਹੀ ਕੋਈ ਅਦਲਾ ਬਦਲੀ ਕਰਨ ਦੀ ਲੋੜ ਹੈਗੀ ਆ। ਇਸ ਤਰ੍ਹਾਂ ਹੀ ਭਗਤ ਕੁਲਜਿੰਦਰ ਉਹਨਾਂ ਦੀ ਕਹਾਣੀ ਹੈ ਬਾਬੇ ਦੀ ਕੁਰਸੀ। ਬੜੀ ਵਧੀਆ ਮਾਨਸਿਕ ਸਥਿਤੀ ਨੂੰ ਲੈ ਕੇ ਕਹਾਣੀ ਲਿਖੀ ਗਈ ਆ ਕਿ ਇੱਕ ਬਜ਼ੁਰਗ ਦੀ ਸਥਿਤੀ ਕੀ ਹੈ ਜਿਹੜਾ ਕਿ ਹਰ ਵੇਲੇ ਅੰਦਰ ਰਹਿਣਾ ਔਖਾ, ਉਸ ਨੂੰ ਬਾਹਰ ਆਉਂਦਾ ਲੇਕਿਨ ਬਾਹਰ ਰਹਿਣਾ ਵੀ ਉਹਦੇ ਲਈ ਮੁਸ਼ਕਿਲ ਹੋ ਜਾਂਦਾ। ਇਸ ਦੇ ਵਿੱਚ ਥੋੜ੍ਹਾ ਜਿਹਾ ਹੋਰ ਸੁਧਾਰ ਦੀ ਮੈਨੂੰ ਲੱਗਦਾ ਕਿ ਲੋੜ ਹੈਗੀ ਆ। ਜਿਸ ਤਰ੍ਹਾਂ ਹੈ ਆਪਣੇ ਨਾਇਕ ਵੀਰਿੰਦਰ ਸਿੰਘ ਬਨਵਾਰੀ ਉਹਨਾਂ ਦੀ ਕਹਾਣੀ ਟੀਵੀ ਪ੍ਰੋਗਰਾਮ ਦੀ। ਇਹਦੇ ਵਿੱਚ ਜਿਹੜਾ ਨਾਇਕ ਹੈ ਉੱਭਰ ਕੇ ਸਾਹਮਣੇ ਨਹੀਂ ਆਉਂਦਾ। ਨਾਇਕ ਨੂੰ ਜਿਹੜਾ ਹੈ ਉਹਦੀ ਪ੍ਰਗਟਾਅ ਦੇ ਲਈ, ਉਸ ਨੂੰ ਉਭਾਰਨ ਦੇ ਲਈ ਹੋਰ ਲੋੜ ਹੈਗੀ ਆ। ਵੈਸੇ ਇਹ ਵਧੀਆ ਗੱਲ ਹੈਗੀ ਕਿ ਅਸੀਂ ਇੱਕ ਸੀਰੀਜ਼ ਨੂੰ ਲੈ ਕੇ, ਰਿਸ਼ਤਿਆਂ ਨੂੰ ਲੈ ਕੇ ਤੇ ਉਹਨਾਂ ਨੂੰ ਰਿਸ਼ਤਿਆਂ ਦੇ ਭੰਬਲ ਭੁੱਸਾਂ ਦੇ ਵਿੱਚੋਂ ਕਿਵੇਂ ਕੱਢਣਾ ਹੈ, ਕਿਵੇਂ ਮੋੜਨਾ ਹੈ, ਇਹ ਜਿਹੜੀ ਹੈਗੀ ਆ ਮੀਡੀਆ ਦੇ ਨਕਾਰਾਤਮਕ ਜੋ ਰੋਲ ਆ ਉਹਦੀ ਕਹਾਣੀ ਹੈ। ਮੀਡੀਆ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਜੋ ਮੀਡੀਆ ਦਾ ਰੋਲ ਹੈ
बहुत ही नकारात्मक है, ਸਰਕਾਰੀ ਪੱਖੀ ਹੈ, ਉਹ ਆਪਣੇ ਜੋ ਉਸਦਾ ਬਣਦਾ ਫਰਜ਼ ਹੈ ਉਸ ਨੂੰ ਨਹੀਂ ਨਿਭਾ ਰਿਹਾ, ਉਸਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਥੋੜੀ ਕਿਤੇ ਨਾ ਕਿਤੇ ਇਹਦੇ ਵਿੱਚ ਕਮੀ ਰਹਿ ਗਈ ਹੈ। ਬਹੁਤ ਦੂਰ ਪੰਜਾਬ ਮਾਸਟਰ ਸੁਖਵਿੰਦਰ ਸਿੰਘ ਦਾਨਗੜ੍ਹ ਦੀ ਕਹਾਣੀ ਬਹੁਤ ਵਧੀਆ ਕਹਾਣੀ ਹੈ। ਇਹਦੇ ਵਿੱਚ ਉਸ ਵਿਅਕਤੀ ਦੀ ਮਾਨਸਿਕਤਾ ਦੀ ਕਹਾਣੀ ਹੈ ਜਿਹੜਾ ਪ੍ਰਵਾਸ ਕਰ ਗਿਆ। ਪ੍ਰਵਾਸ ਨੇ ਉਸਨੂੰ ਬਹੁਤ ਸੁੱਖ ਦਿੱਤਾ ਹੈ, ਆਰਥਿਕ ਨਿਰਭਰਤਾ ਜੋ ਦਿੱਤੀ ਹੈ, ਉਸ ਕੋਲੇ ਪੈਸਾ ਵੀ ਹੈ, ਸਭ ਕੁਛ ਹੈ, ਘਰ ਵੀ ਹੈ, ਮਾਹੌਲ ਵੀ ਹੈ, ਪਰਿਵਾਰ ਵੀ ਹੈ, ਪਰ ਉਸਦੀ ਜੋ ਮਾਨਸਿਕ ਸਥਿਤੀ ਹੈ, ਉਸਦਾ ਜੋ ਆਪਣੇ ਪਿੱਛੇ ਨਾਲ ਜੁੜਨ ਦੀ ਜੋ ਭਾਵਨਾ ਹੈ, ਜੜ੍ਹਾਂ ਦੀ ਹੈ, ਉਹ ਉਸ ਸਥਿਤੀ ਦੇ ਵਿੱਚੋਂ ਲੰਘ ਰਿਹਾ, ਜਿਹੜੀ ਕਿ ਬਹੁਤ ਹੀ ਉਸਨੂੰ ਦੁਖਦਾਇਕ ਹੈ। ਬੜੀ ਵਧੀਆ ਮੈਨੂੰ ਕਹਾਣੀ ਲੱਗੀ ਹੈ, ਬਹੁਤ ਹੀ ਅੱਛੀ ਕਹਾਣੀ ਹੈ ਦਾਨਗੜ੍ਹ ਦੀ। ਸੁਰਿੰਦਰ ਉਹਨਾਂ ਦੀ ਕਾਇਆ ਕਲਪ ਕਹਾਣੀ ਜਿਹੜੀ ਹੈ, ਵਿਸ਼ਾ ਬਹੁਤ ਭਾਵੇਂ ਇਹ ਦੁਹਰਾਉਣ ਵਾਲਾ ਹੈ, ਇਸ ਤਰ੍ਹਾਂ ਆ ਰਿਹਾ ਤੇ ਕਾਫੀ ਕਹਾਣੀਆਂ ਵੀ ਇਸ ਵਿਸ਼ੇ ਤੇ ਲਿਖੀਆਂ ਗਈਆਂ ਨੇ ਕਿ ਬਹੁਤ ਸਾਰੇ ਲੋਕ ਪੈਸੇ ਦੀ ਹੋੜ ਦੇ ਵਿੱਚ ਗਲਤ ਕੰਮ ਕਰਦੇ ਨੇ, ਪੈਸਾ ਇਕੱਠਾ ਕਰਦੇ ਆ, ਜਾਇਦਾਦਾਂ ਬਣਾਉਂਦੇ ਨੇ, ਪਰ ਉਹਨਾਂ ਦੇ ਕਿਸੇ ਕੰਮ ਨਹੀਂ ਆਉਂਦੀਆਂ। ਜਦੋਂ ਕੋਈ ਮੌਕਾ ਮਿਲਦਾ ਹੈ ਲੋਕ ਸੇਵਾ ਦੇ ਵਿੱਚ, ਉਹ ਉਸਦਾ ਦਿਖਾਵਾ ਕਰਦੇ ਨੇ ਤਾਂ ਕਿ ਉਸ ਦਿਖਾਵੇ ਦੇ ਨਾਲ ਥੋੜਾ ਬਹੁਤਾ ਉਹ ਆਪਣਾ ਰਾਸ਼ਟਰੀ ਭਵਿੱਖ ਜਿਹੜਾ ਹੈ ਉਸਨੂੰ ਸੰਵਾਰਨ ਦੀ ਕੋਸ਼ਿਸ਼ ਕਰਦੇ ਨੇ। ਉਹ ਉਹਨਾਂ ਦੇ ਵਿੱਚ ਕੋਈ ਕਾਇਆ ਕਲਪ ਨਹੀਂ ਹੁੰਦੀ, ਲੇਕਿਨ ਉਹ ਕਾਇਆ ਕਲਪ ਕਰਨ ਦਾ ਉਹ ਡਰਾਮਾ ਕਰਦੇ ਆ। ਇਸ ਤੋਂ ਬਾਅਦ ਕਹਾਣੀ ਆਉਂਦੀ ਹੈ ਆਪਣਾ ਮੂਲ ਪਛਾਣ ਦਰਸ਼ਨ ਸਿੰਘ ਉਹਨਾਂ ਦੀ। ਅੱਜ ਜੋ ਕਰੋਨਾ ਦਾ ਸੰਕਟ ਹੈ, ਇਹ ਉਸਨੂੰ ਪ੍ਰਗਟ ਕਰਨ ਦੇ ਲਈ ਉਹਦੀ ਨਿਸ਼ਾਨਦੇਹੀ ਕਰਦੀ ਹੈ। ਇਹ ਜੋ ਸੰਕਟ ਹੈ, ਇਹ ਮਨੁੱਖ ਨੂੰ ਸੋਚਣ ਲਈ ਮਜਬੂਰ ਕਰਦਾ, ਵਿਨਾਸ਼ ਵੱਲ ਲੈ ਕੇ ਜਾ ਰਿਹਾ। ਇਹ ਇੱਕ ਨਿਸ਼ਾਨਦੇਹੀ ਹੈ। ਮੈਨੂੰ ਲੱਗਦਾ ਹੈ ਕਿ ਇਹ ਬਰੇਟਾ ਜੀ ਇਸ ਤੋਂ ਅੱਗੇ ਇਸਦੇ ਜਿਹੜੇ ਪ੍ਰਭਾਵ ਨੇ ਉਹਨਾਂ ਦੇ ਬਾਰੇ ਵੀ ਗੱਲ ਕਰਨਗੇ। ਡਾਕਟਰ ਹਰਜਿੰਦਰ ਕੌਰ ਉਹਨਾਂ ਦੀ ਕਹਾਣੀ ਮਹਿਕ ਰਿਸ਼ਤੇ ਦੀ। ਇਹ ਉਹਨਾਂ ਦੇ ਪ੍ਰਭਾਵ ਤੋਂ ਜੋ ਸੰਕਟ ਹੈ ਉਸ ਵਿੱਚੋਂ ਪੈਦਾ ਹੁੰਦੀ ਹੈ। ਕਰੋਨਾ ਦਾ ਪੋਜ਼ੀਟਿਵ ਆਉਣ ਦੇ ਨਾਲ ਵਿਅਕਤੀ ਜਦੋਂ ਘਰੋਂ ਬਾਹਰ ਜਾਂਦਾ ਦੇ ਵਿੱਚ ਤਾਂ ਜੋ ਘਰ ਦੇ ਸਾਹਮਣੇ ਉਸਦਾ ਮਾਹੌਲ ਹੁੰਦਾ ਹੈ, ਉਸਦੇ ਟੀਵੀ ਦਾ, ਉਹ ਉਸਦੇ ਮੰਦੇ ਚਿੱਤਰ ਪੜਦੇ ਉੱਤੇ ਉਕਰਿਆ ਜਾਂਦਾ। ਦੁਕਾਨ ਵਾਸਤੇ ਵਿੱਚ ਬੈਠਾ ਉਸਨੂੰ ਯਾਦ ਕਰਦਾ, ਯਾਦ ਆਉਂਦੀ ਹੈ ਤਾਂ ਉਸਨੂੰ ਉਹ ਸਥਿਤੀ ਜਿਹੜੀ ਹੈਗੀ ਹੈ ਇੱਕ ਦਰਦਨਾਕ ਯਾਦ ਵਿੱਚ ਦੇ ਰੂਪ ਦੇ ਵਿੱਚ ਆਉਂਦੀ ਹੈ। ਇਹ ਲੱਗਦਾ ਹੈ ਕਿ ਕਹਾਣੀ ਜਿਹੜੀ ਹੈ ਇੱਥੇ ਤੱਕ ਕੋਈ ਖਾਸ ਕਹਾਣੀ ਨਹੀਂ ਬਣਦੀ। ਇੱਕ ਵਿਅਕਤੀ ਦਾ ਉੱਥੇ ਜਾਣਾ ਤੇ ਇਸ ਦਾ ਸੋਚਣਾ, ਲੇਕਿਨ ਜਦੋਂ ਕਹਾਣੀ ਦਾ ਅੰਤ ਆਉਂਦਾ ਹੈ, ਅੰਤਲਾ ਵਾਕ ਜੋ ਹੈ, ਫੈਕਟਰੀ ਦਾ ਮਾਲਕ ਜਿਸ ਨਾਲ ਉਹ ਹਫ਼ਤੇ ਦੇ 5 ਦਿਨ ਕੰਮ ਕਰਦਾ ਰਹਿੰਦਾ ਸੀ, ਉਸਦੇ ਚੇਤੇ ਤੋਂ ਬਾਹਰ ਹੈ। ਕਹਾਣੀ ਇੱਕਦਮ ਮੋੜ ਲੈ ਕੇ ਪਿਛੋਕੜ ਦੇ ਵਿੱਚ ਚਲੀ ਜਾਂਦੀ ਹੈ ਕਿ ਉਸਨੂੰ ਉਸ ਮਾਲਕ ਦੀ ਯਾਦ ਨਹੀਂ ਆਉਂਦੀ ਜਿਹਦੇ ਨਾਲ ਉਹ ਵੱਧ ਸਮਾਂ ਰਹਿੰਦਾ, ਲੇਕਿਨ ਆਪਣੇ ਪਰਿਵਾਰ ਦੇ ਰਿਸ਼ਤਿਆਂ ਦੀ ਉਸਨੂੰ ਯਾਦ ਆਉਂਦੀ ਹੈਗੀ ਆ। ਇਹ ਕਹਾਣੀ ਜਦੋਂ ਪਿੱਛੇ ਨੂੰ ਮੁੜਦੀ ਆ ਤਾਂ ਇੱਕ ਹੋਰ ਇਹ ਸਵਾਲ ਪਾਠਕਾਂ ਦੇ ਵਿੱਚ ਪੈਦਾ ਕਰਦੀ ਆ, ਜਿਹਦਾ ਜਵਾਬ ਪਾਠਕਾਂ ਨੇ ਲੱਭਣਾ ਹੈ। ਇਹ ਇੱਕ ਪਿਛਲੇ ਇੱਕ ਲਾਈਨ ਦੇ ਨਾਲ ਕਹਾਣੀ ਨੂੰ ਨਵਾਂ ਮੋੜ ਆਉਣ ਦੇ ਨਾਲ ਇਹ ਕਹਾਣੀ ਇੱਕ ਵਧੀਆ ਕਹਾਣੀ ਬਣ ਗਈ ਹੈ। ਜੇ ਜਿਸ ਤਰ੍ਹਾਂ ਕਿ ਇਸਦਾ ਨਾਂ ਹੈ ਮਹਿਕ ਰਿਸ਼ਤਿਆਂ ਦੀ, ਅਸਲ ਵਿੱਚ ਇਹ ਜਿਹੜੀ ਮਹਿਕ ਹੈ, ਮਹਿਕ ਹੁੰਦੀ ਆ ਖੁਸ਼ੀ ਦੇ ਪਲਾਂ ਦੀ। ਇੱਥੇ ਖੁਸ਼ੀ ਦੇ ਪਲ ਨਹੀਂ ਹੈਗੇ, ਇਹ ਦਰਦ ਦੇ ਨੇ, ਵਿਛੋੜੇ ਦੇ ਨੇ ਤੇ ਯਾਦਾਂ ਦੇ ਨੇ ਜਿਹੜੀਆਂ ਕਿ ਉਸਨੂੰ ਦਿਖਾਉਂਦੀਆਂ ਨੇ, ਉਸਨੂੰ ਦਰਦ ਮਹਿਸੂਸ ਸਮਝਦਾ। ਇਸ ਕਰਕੇ ਥੋੜਾ ਜਿਹਾ ਇਸਨੂੰ, ਇਹਦਾ ਜੋ ਸਿਰਲੇਖ ਹੈ, ਇਸਨੂੰ ਚੇਂਜ ਕਰਨ ਦੀ ਲੋੜ ਹੈ। ਕਹਾਣੀ ਇਹ ਆਪਣੇ ਅਖੀਰ ਤੇ ਜਾ ਕੇ ਨਵਾਂ ਪ੍ਰਭਾਵ ਸਿੱਝਦੀ ਹੈ, ਬਹੁਤ ਵਧੀਆ ਹੈ। ਕੁੱਲ ਮਿਲਾ ਕੇ ਮੈਂ ਇਹ ਕਹਿਣਾ ਕਿ ਇਹ ਕਹਾਣੀਆਂ
ਲਈ ਦਿਸ਼ਾ ਕੀ ਹੋਵੇਗੀ, ਉਹਦਾ ਸਾਨੂੰ ਇਹ ਇੱਕ ਪ੍ਰਗਟਾਵਾ ਕਰਦੀਆਂ ਨੇ। ਇੰਨੇ ਕੁ ਸ਼ਬਦਾਂ ਲਈ ਤੁਹਾਡਾ ਧੰਨਵਾਦ ਤੇ ਮਾਜਾ। ਹਾਂਜੀ, ਬਹੁਤ ਬਹੁਤ ਧੰਨਵਾਦ ਸੁਰਿੰਦਰ ਕੈਲੇ ਜੀ, ਜਿਨ੍ਹਾਂ ਨੇ ਵਿਸਤਾਰਪੂਰਵਕ ਤਰੀਕੇ ਦੇ ਨਾਲ ਇਕੱਠੇ ਮਿੰਨੀ ਕਹਾਣੀਆਂ ਦੇ ਉੱਪਰ ਚਾਨਣਾ ਪਾਇਆ, ਆਪਣੀ ਗੱਲਬਾਤ ਰੱਖੀ। ਬਹੁਤ ਬਹੁਤ ਸ਼ੁਕਰੀਆ। ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਸ਼ਾਮ ਸੁੰਦਰ ਚੀਰਾਂ ਨੂੰ ਕਿ ਉਹ ਵੀ ਆਪਣੇ ਵਿਚਾਰ ਰੱਖਣ। ਡਾਕਟਰ ਸ਼ਾਮ ਸੁੰਦਰ ਦੀਪਤੀ ਜੀ। ਤੋ ਸਾਥੀਓ, ਇਹ ਆਪਾਂ ਦਾ ਦੂਸਰਾ ਜਿਹੜਾ ਮੌਕਾ ਬਣਿਆ ਹੈ ਇਸ ਤਰੀਕੇ ਨਾਲ, ਤੇ ਆਪਾਂ ਤਾਂ ਸੋਚਦੇ ਸੀਗੇ ਕਿ ਵੀ ਇਹ ਸਮਾਂ ਹੌਲੀ ਹੌਲੀ ਮਤਲਬ ਕਿ ਜਿਹੜਾ ਹੈ ਇਹ ਖਤਮ ਹੋ ਜਾਏਗਾ ਤੇ ਅਸੀਂ ਇਸ ਕਾਲਪਨਿਕ ਜਿਹੜਾ ਦੁਨੀਆ ਹੈ, ਸੋਸ਼ਲ ਦੂਰੀ ਵਾਲਾ ਜਿਹੜਾ ਸਮਾਂ ਹੈ, ਉਸ ਤੋਂ ਬਾਹਰ ਨਿਕਲਾਂਗੇ। ਪਰ ਇਹ ਸਮਾਂ ਲੰਬਾ ਹੁੰਦਾ ਜਾ ਰਿਹਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਸਮਾਂ ਸਰਕਾਰਾਂ ਇਸ ਨੂੰ ਹੋਰ ਵਧਾਉਣਗੀਆਂ, ਕਿਉਂਕਿ ਉਹ ਨਹੀਂ ਚਾਹੁੰਦੀਆਂ ਕਿ ਇਹੋ ਜਿਹੇ ਕੋਈ ਸਮਾਗਮ ਲੋਕੀ ਘੱਟ ਕਰਨ। ਖੈਰ ਚਲੋ, ਆਪਾਂ ਪਰ ਇੱਕ ਜਰੀਆ ਲੱਭਿਆ ਹੈ ਇਸ ਜਰੀਏ ਨਾਲ ਜਿੰਨੀ ਕੁ ਵੀ ਅਸੀਂ ਆਪਣੀ ਖੁਸ਼ੀ ਜਾਂ ਸੰਤੁਸ਼ਟੀ ਹਾਸਲ ਕਰ ਸਕਦੇ ਹਾਂ, ਉਨੀ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਚਾਹੇ ਇਹ ਢੰਗ ਜੁੜਨ ਦਾ ਬਹੁਤਾ ਵਧੀਆ ਨਹੀਂ ਹੁੰਦਾ, ਸਿਹਤ ਪੱਖੋਂ ਵੀ ਵਧੀਆ ਨਹੀਂ ਹੁੰਦਾ, ਕਿਉਂਕਿ ਜੋ ਆਪਣੇ ਸਾਹਮਣੇ ਬੈਠ ਕੇ ਇੱਕ ਦੂਜੇ ਨੂੰ ਹੱਥ ਮਿਲਾ ਕੇ ਜਿਹੜਾ ਕਿ ਭਾਵੇਂ ਮਨਾ ਕੀਤਾ ਜਾ ਰਿਹਾ ਹੈ, ਉਹ ਜਿਹੜਾ ਆਨੰਦ ਹੈਗਾ ਉਹ ਇਸ ਤਰ੍ਹਾਂ ਨਹੀਂ ਹੁੰਦਾ। ਪਰ ਫਿਰ ਵੀ ਜਿੰਨਾ ਕੋਈ ਵੀ ਆਨੰਦ ਆਪਾਂ ਇਸ 'ਚ ਮਾਣ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਸਭ ਦਾ ਬਹੁਤ ਬਹੁਤ ਧੰਨਵਾਦ, ਤੇ ਬਹੁਤ ਵਧੀਆ ਇਹ ਸਫਲ ਉਦਮ ਰਿਹਾ ਜੋ ਕੁਲਰੀਆਂ ਦੇ ਸਹਿਯੋਗ ਨਾਲ ਆਪਾਂ ਇੱਥੇ ਦੁਬਾਰਾ ਮਤਲਬ ਕਿ ਮਿਲ ਰਹੇ ਹਾਂ। 8 ਕਹਾਣੀਆਂ ਜਿਹੜੀਆਂ ਪੜ੍ਹੀਆਂ ਗਈਆਂ, ਮਿੰਨੀ ਕਹਾਣੀਆਂ, ਉਹਨਾਂ ਦੇ ਅਲੱਗ-ਅਲੱਗ ਆਯਾਮ ਸੀਗੇ। ਭਾਵੇਂ ਆਪਾਂ ਕਹਿ ਰਹੇ ਕਿ 4 ਕਰੋਨਾ ਨਾਲ ਸੰਬੰਧਿਤ ਸੀਗੇ। ਪ੍ਰੋਫੈਸਰ ਕੁਲਦੀਪ ਢਿੱਲੋਂ ਨੇ ਬਿਲਕੁਲ ਸਹੀ ਗੱਲ ਕਹੀ, ਮੈਂ ਉਸ ਨਾਲ ਇਤਫਾਕ ਰੱਖਦਾ ਕਿ ਆਮ ਤੌਰ ਤੇ ਕਿਸੇ ਵੀ ਫੌਰੀ ਸੰਕਟ ਦੇ ਵਿੱਚ ਤੇ ਫੌਰੀ ਜੋ ਪ੍ਰਤੀਕਰਮ ਆਉਂਦੇ ਆ ਉਹ ਕਵਿਤਾਵਾਂ ਵਿੱਚ ਵੱਧ ਆਉਂਦੇ ਆ। ਆਪਾਂ ਦੇਖ ਸਕਦੇ ਹਾਂ ਫੇਸਬੁੱਕ ਤੇ ਬਹੁਤ ਕੁਝ ਕਵਿਤਾਵਾਂ ਦੇ ਰੂਪ ਵਿੱਚ ਆ ਰਿਹਾ ਹੈਗਾ। ਕਹਾਣੀ ਜਿਹੜੀ ਹੈਗੀ ਹੈ ਉਹਦੇ ਵਿੱਚ ਕੋਈ ਕਵਿਤਾ ਜਿਹੜੀ ਹੈ ਉਹਦੇ ਤੇ ਜਜ਼ਬਾਤ ਭਾਰੂ ਹੁੰਦੇ ਆ, ਤੇ ਕਹਾਣੀ ਦੇ ਵਿੱਚ ਜਜ਼ਬਾਤ ਦੇ ਨਾਲ ਸਿਆਣਪ ਦੀ ਲੋੜ ਵੀ ਹੁੰਦੀ ਹੈ। ਤਾਂ ਉਹ ਸਿਆਣਪ ਮਤਲਬ ਵੀ ਹਾਸਲ ਕਰਨ ਵਾਸਤੇ ਕੁਝ ਸਮਾਂ ਲੱਗਦਾ ਹੈਗਾ। ਉਹਨੂੰ ਹਾਸਲ ਕਰਨ ਦੇ ਵਾਸਤੇ ਵੀ, ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਵਾਸਤੇ ਵੀ, ਜਿਹਦੇ ਆਪਾਂ ਕਹਿੰਦੇ ਉਹ ਤਹਿ ਤੱਕ ਪਹੁੰਚਣ ਵਾਸਤੇ ਵੀ ਉਹ ਵੀ ਸਮਾਂ ਲੱਗਦਾ ਹੈ, ਤੇ ਉਹਨੂੰ ਲਿਖਣ ਦੇ ਵਾਸਤੇ ਵੀ, ਉਹਦੀ ਜਿਹੜੀ ਹੈਗੀ ਹੈ ਪੇਸ਼ਕਾਰੀ ਦੇ ਵਾਸਤੇ ਵੀ ਸਮਾਂ ਲੱਗਦਾ ਹੈਗਾ। ਉਹ ਸਮਾਂ ਲੱਗੂਗਾ ਤੇ ਉਸ ਤਰੀਕੇ ਨਾਲ ਅਸੀਂ ਹੋਰ ਵਧੀਆ ਤਰੀਕੇ ਦੇ ਨਾਲ ਆਪਣੀਆਂ ਜਿਹੜੀਆਂ ਨੇ ਇਸ ਕਰੋਨਾ ਕਾਲ ਦੀਆਂ ਜਿਹੜੀਆਂ ਨੇ ਗੱਲਾਂ ਸਮੱਸਿਆਵਾਂ, ਕਿਉਂਕਿ ਭਾਵੇਂ ਤੁਸੀਂ ਦੇਖ ਲਈਏ ਕਿ ਸਾਡੇ ਕੋਲ ਇੱਕ ਐਗਜ਼ਾਮਪਲ ਹੈ ਵੀ 1886 ਦੇ ਕਰੀਬ ਪਲੇਗ ਨਾਵਲ ਲਿਖਿਆ ਗਿਆ, ਅਲਬਰਟ ਕਾਮੂ ਨੇ ਲਿਖਿਆ। ਅੱਜ ਜੇ ਉਹ ਨਾਵਲ ਦੇ ਉੱਤੇ ਪਲੇਗ ਦੀ ਥਾਂ ਤੇ ਅਸੀਂ ਕਰੋਨਾ ਲਿਖਦੇ ਹੀ ਹੈ ਨਾ, ਤਾਂ ਉਹ ਮਤਲਬ ਕਿ ਅੱਜ ਵੀ ਕਹਿ ਕੇ ਪੜ੍ਹ ਸਕਦੇ ਹੋ ਤੁਹਾਨੂੰ ਕਿ ਇਹ ਮਤਲਬ ਕਿ ਇੰਨੇ ਸਾਲ ਪਹਿਲਾਂ ਕਰੋਨਾ ਦਾ ਮਤਲਬ ਕਿ ਉੱਪਰ ਇਹ ਨਾਵਲ ਲਿਖਿਆ ਗਿਆ ਹੈਗਾ। ਕਹਿੰਦਾ ਕਿ ਉਹਦੇ ਜਿਹੜੀਆਂ ਪਰਤਾਂ ਉਹਨਾਂ ਨੇ ਖੋਲੀਆਂ ਨੇ, ਉਹ ਸਾਰੀਆਂ ਪਰਤਾਂ ਹਜੇ ਸਾਨੂੰ ਸਮਝਣ ਦੀ ਤੇ ਖੋਲਣ ਦੀ ਲੋੜ ਹੈਗੀ ਹੈ। ਜਿਨ੍ਹਾਂ ਵੱਲ ਇਸ਼ਾਰਾ ਪ੍ਰੋਫੈਸਰ ਢਿੱਲੋਂ ਨੇ ਕੀਤਾ ਹੈਗਾ, ਉਸ ਤਰੀਕੇ ਦੇ ਨਾਲ ਮਤਲਬ ਕਿ ਜਿਹੜੀਆਂ ਬਾਕੀ ਜਿਹੜੀਆਂ ਰਚਨਾਵਾਂ ਹੈਗੀਆਂ ਨੇ 8 ਜੇ ਮੈਂ ਕਹਾਂ ਤਾਂ ਹਰੇਕ ਲੇਖਕ ਕੋਲੋਂ ਕੋਈ ਨਾ ਕੋਈ ਇੱਕ ਵਧੀਆ ਆਯਾਮ ਹੁੰਦਾ ਹੈਗਾ, ਉਹਦੀ ਦੀ ਖੂਬਸੂਰਤੀ ਹੁੰਦੀ ਹੈ, ਉਹਦੀ ਖਾਸੀਅਤ ਹੁੰਦੀ ਹੈ, ਤੇ ਨਾਲ ਹੀ ਹਰੇਕ ਦੇ ਕੋਲੋਂ ਕੁਝ ਨਾ ਕੁਝ ਸਿੱਖਣ ਦੀ ਮਤਲਬ ਕਿ ਕਲਾ ਵੀ ਹੁੰਦੀ ਹੈਗੀ ਹੈ। ਅਸੀਂ ਸਿੱਖਣਾ ਜੇ ਚਾਹੀਏ ਤਾਂ ਅਸੀਂ ਹੁਣ ਇਹ ਕਰਨਾ ਚਾਹੀਦਾ ਹੈਗਾ, ਜੋ ਮੈਂ ਸਮਝਦਾ ਕਿ ਲਿਖਣ ਤੋਂ ਬਾਅਦ ਲੇਖਕ ਨੂੰ ਪਾਸੇ ਰੱਖ ਦੇਣਾ ਚਾਹੀਦਾ ਹੈਗਾ ਤੇ ਉਸ ਨੂੰ ਆਪਣੇ ਆਲੋਚਕ ਨੂੰ ਅੱਗੇ ਲਿਆਉਣਾ ਚਾਹੀਦਾ ਹੈਗਾ। ਅੰਦਰ ਸਾਡੇ ਆਲੋਚਕ ਬੈਠਾ ਹੈ। ਮੈਂ ਕਹਿੰਦਾ ਕਿ ਡਾਕਟਰ ਪ੍ਰਦੀਪ ਕੋੜਾ ਨੇ ਜਾਂ ਮਤਲਬ ਕਿ ਢਿੱਲੋਂ ਹੋਰਾਂ ਨੇ ਜਾਂ ਬੋਹਾ ਸਾਹਿਬ ਤੇ ਮਲੇਰ ਹੋਰਾਂ ਨੇ ਆਲੋਚਕ ਦੇ ਤੌਰ ਤੇ ਕੁਝ ਗੱਲਾਂ ਕਹੀਆਂ ਹੈਗੀਆਂ ਨੇ, ਪਰ ਹਜੇ ਵੀ ਬਹੁਤ ਸਾਰੀਆਂ ਗੱਲਾਂ ਹੋਰ ਹਰੇਕ ਰਚਨਾ ਬਾਰੇ ਕਹੀਆਂ ਜਾ ਸਕਦੀਆਂ ਨੇ, ਜਿਹੜੀਆਂ ਕਿ ਅਸੀਂ ਜੇ 8 ਰਚਨਾਵਾਂ ਨੂੰ ਆਪਾਂ ਸੁਣੀਏ ਦੁਬਾਰਾ, ਜੇ ਅਸੀਂ ਇਹਦੇ ਵਿੱਚ ਆਪ ਇੱਕ ਰਚਨਾਕਾਰ ਹੋਈਏ ਤਾਂ 7 ਜਿਹੜੀਆਂ ਬਾਕੀ ਰਚਨਾਵਾਂ ਤੋਂ ਵੀ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਕਿਸੇ ਵਿੱਚ ਪੇਸ਼ਕਾਰੀ ਵਧੀਆ ਹੈਗੀ ਹੈ, ਕਿਸੇ ਵਿੱਚ ਜੁਗਤਾਂ ਵਧੀਆ ਹੈਗੀਆਂ ਨੇ, ਕਿਸੇ ਦੇ ਵਿੱਚ ਜਿਹੜੇ ਨੇ ਸੰਕੇਤ ਬੜੇ ਵਧੀਆ ਮਤਲਬ ਕਿ ਲਏ ਗਏ ਨੇ। ਤਾਂ ਇਹ ਸਾਰੀਆਂ ਜੁਗਤਾਂ ਅਸੀਂ ਸਿੱਖ ਕੇ ਆਪਣੀ ਮਤਲਬ ਕਿ ਫਿਰ ਰਚਨਾ ਨੂੰ ਦੇ ਸਾਹਮਣੇ ਰੱਖ ਕੇ ਉਸ ਆਲੋਚਨਾ ਤੋਂ ਸਿੱਖਣ ਦੀ ਕੋਸ਼ਿਸ਼ ਕਰੀਏ। ਸਭ ਤੋਂ ਵੱਡਾ ਆਲੋਚਕ ਜੇ ਲੇਖਕ ਖਾਸ ਤੌਰ ਤੇ ਨਵਾਂ ਨਹੀਂ ਹੈਗਾ ਤੇ ਉਹ ਲਿਖਦਾ ਰਿਹਾ ਲਗਾਤਾਰ। ਮੈਂ ਕਹਿੰਦਾ ਵੀ ਜਿੰਨੇ ਵੀ ਇੱਥੇ ਸਾਰੇ ਅੱਜ ਜੁੜੇ ਹੈਗੇ ਆਪਾਂ 50 ਦੇ ਕਰੀਬ ਲੋਕ, ਕੋਈ ਇਹੋ ਜਿਹੇ ਨਹੀਂ ਹੈ ਜਿਨ੍ਹਾਂ ਨੇ ਅੱਜ ਪਹਿਲੀ ਵਾਰੀ ਕੋਈ ਇੱਕ ਅੱਧੀ ਮਿੰਨੀ ਕਹਾਣੀ ਲਿਖੀ ਹੋਏ। ਰਚਨਾਵਾਂ ਪੜ੍ਹਨ ਵਾਲੇ ਤਾਂ ਸਾਰੇ ਹੀ ਸੀਗੇ, ਜੇ ਆਪਾਂ ਕਹੀਏ ਸਾਰਿਆਂ ਦੇ ਕੋਲੋਂ ਮਤਲਬ ਮਿੰਨੀ ਕਹਾਣੀਆਂ
ਲਿਖਣ ਦਾ ਛਪਣ ਦਾ ਵੀ ਤਜਰਬਾ ਹੈਗਾ। ਤਾਂ ਇਸ ਕਰਕੇ ਸਾਰਿਆਂ ਦੇ ਕੋਲ ਹੁਣ ਇੱਕ ਆਲੋਚਕ ਦ੍ਰਿਸ਼ਟੀ ਆਪਣੀ ਹੈਗੀ ਹੈ, ਉਹ ਹੋਣੀ ਚਾਹੀਦੀ ਹੈ। ਜੇ ਨਹੀਂ ਹੈਗੀ ਤਾਂ ਉਹ ਵਿਕਸਿਤ ਕਰਨੀ ਚਾਹੀਦੀ ਹੈ। ਇਸ ਕਰਕੇ ਉਹਦਾ ਤਰੀਕਾ ਹੀ ਹੈ ਕਿ ਲੇਖਕ ਨੂੰ ਕੁਝ ਦਿਨਾਂ ਦੇ ਵਾਸਤੇ ਲਿਖਣ ਤੋਂ ਬਾਅਦ ਉਹਨੂੰ ਕਿਹਾ ਵੀ ਹੁਣ ਤੇਰਾ ਕੰਮ ਹੋ ਗਿਆ, ਹੁਣ ਤੂੰ ਥੋੜਾ ਜਿਹਾ ਆਰਾਮ ਕਰ, ਹੁਣ ਤੇਰਾ ਰੈਸਟਿੰਗ ਟਾਈਮ ਹੈਗਾ, ਹੁਣ ਤੂੰ ਆਰਾਮ ਕਰ। ਹੁਣ ਫਿਰ ਆਲੋਚਕ ਨੂੰ ਕਿਹਾ ਵੀ ਹੁਣ ਤੇਰਾ ਸਮਾਂ ਹੈਗਾ ਵੱਖਰਾ ਸੀਗਾ। ਇਹੀ ਗੱਲ ਹੁੰਦੀ ਹੈ ਵੀ ਜੇ ਸਾਰੇ ਅਸੀਂ ਗੱਲ ਕਰਾਂਗੇ, ਸਾਰੇ ਵੱਖ-ਵੱਖ ਮਤਲਬ ਕਿ ਨਤੀਜੇ ਤੋਂ ਗੱਲ ਕਰ ਸਕਦੇ ਹਾਂ ਆਪਾਂ। ਮਤਲਬ ਕਿ ਬਹੁਤ ਵਿਸਤਾਰ ਵਿੱਚ ਗੱਲ ਹੋਈ ਹੈ, ਇੱਕ ਇੱਕ ਰਚਨਾ ਦੇ ਉੱਤੇ ਮੈਂ ਗੱਲ ਨਹੀਂ ਕਰੂੰਗਾ ਤੇ ਨਾਲੇ ਸਮਾਂ ਵੀ ਜਿੰਨਾ ਆਪਾਂ ਨੂੰ ਮਿਲਿਆ ਸੀ ਉਸ ਤੋਂ ਅਸੀਂ ਵੱਧ ਲੈ ਲਿਆ ਹੈਗਾ। ਤੇ ਮਤਲਬ ਕਿ ਇਹ ਨਾ ਹੋਵੇ ਕਿ ਜੂਮ ਵਾਲੇ ਪਿੱਛੋਂ ਬੰਦ ਕਰ ਦੇਣ ਤੇ ਆਪਾਂ ਆਪਣੀ ਗੋਸ਼ਟੀ ਜਿਹੜੀ ਹੈ ਸਹੀ ਤਰੀਕੇ ਨਾਲ ਸਮੇਟ ਨਾ ਸਕੀਏ। ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਤੇ ਸ਼ਾਮਲ ਹੋਏ। ਗੁਫ਼ਤਗੂ ਦੇ ਲਈ, ਉਹਦੇ ਰਿਲੀਜ਼ ਦੇ ਲਈ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਵਿਸ਼ੇਸ਼ ਤੌਰ ਤੇ ਧੰਨਵਾਦ। ਜਿਹੜੇ ਵੀ ਉਸਨੂੰ ਪੜ੍ਹਨਾ ਚਾਹਣ ਉਹ ਮਤਲਬ ਕਿ ਮੇਰੇ WhatsApp ਤੇ ਕਿਸੇ ਵੀ ਤਰੀਕੇ ਨਾਲ ਤੁਸੀਂ ਆਪਣਾ ਨੰਬਰ ਜਾਂ ਹੋਰ ਜੇ ਤੁਹਾਡੇ ਕੋਲ ਹੈਗਾ ਤਾਂ ਮੈਂ ਭੇਜ ਦੂੰਗਾ, ਜਾਂ ਕਿਸੇ ਕੋਲੋਂ ਵੱਖਰਾ WhatsApp ਨੰਬਰ ਹੈਗਾ ਉਹ ਮਤਲਬ ਕਿ ਭੇਜ ਦੇਣਗੇ ਨੰਬਰ ਆਪਣਾ, ਤਾਂ ਮੈਂ ਉਹਨਾਂ ਨੂੰ ਉੱਥੇ ਸਿੱਧਾ ਵੀ ਭੇਜ ਦੂੰਗਾ। ਕੁੜੀਆਂ ਹੋਰਾਂ ਨੂੰ ਵੀ ਕਿਹਾ ਜਾ ਸਕਦਾ ਹੈ, ਉਹ ਵੀ ਭੇਜ ਸਕਦੇ ਹੈਗੇ ਨੇ। ਤਾਂ ਇਸ ਤਰੀਕੇ ਨਾਲ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਸਮਝਦਾ ਕਿ ਹੁਣ ਜਗਦੀਸ਼ ਕੁਲਰੀਆ ਹੈਗਾ ਉਹ ਹੁਣ ਉਸ ਗੱਲ ਨੂੰ ਸਾਰੀ ਨੂੰ ਸਮੇਟਣਗੇ ਤੇ ਅਗਲਾ ਕੋਈ ਪ੍ਰੋਗਰਾਮ ਹੈਗਾ ਸਾਰਾ ਦੱਸਣਗੇ। ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ, ਜਿਨ੍ਹਾਂ ਨੇ ਬਹੁਤ ਹੀ ਭਾਵਪੂਰਤ ਟਿੱਪਣੀ ਕੀਤੀ। ਸਾਥੀਓ, ਜੋ ਸਾਡਾ ਅੱਜ ਦਾ ਪ੍ਰੋਗਰਾਮ ਸੀ, ਜਿਸ ਮਕਸਦ ਨੂੰ ਲੈ ਕੇ ਆਪਾਂ ਤੁਰੇ ਸੀ, ਉਹ ਲਗਭਗ ਅਸੀਂ ਉਹਦੀ ਸਮਾਪਤੀ ਵੱਲ ਵਧ ਰਹੇ ਹਾਂ। 8 ਮਿੰਨੀ ਕਹਾਣੀ ਲੇਖਕਾਂ ਵੱਲੋਂ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ ਗਿਆ ਹੈ, ਜਿਹਦੇ ਉੱਪਰ 4 ਵਿਦਵਾਨ ਆਲੋਚਕਾਂ ਵੱਲੋਂ ਗੱਲਬਾਤ ਕੀਤੀ ਗਈ ਹੈ। ਉਸ ਤੋਂ ਬਾਅਦ 2 ਵਿਸ਼ੇਸ਼ ਟਿੱਪਣੀਆਂ ਸੁਰਿੰਦਰ ਕੈਲੇ ਜੀ ਦੀ ਅਤੇ ਡਾਕਟਰ ਦੀਪਤੀ ਹੋਰਾਂ ਦੀਆਂ ਆਪਾਂ ਨੂੰ ਸੁਣਨ ਨੂੰ ਮਿਲੀਆਂ। ਬੇਸ਼ੱਕ ਮੌਸਮ ਦੀ ਖਰਾਬੀ ਕਾਰਨ ਅੱਜ ਕੁਝ ਤਕਨੀਕੀ ਤੌਰ 'ਤੇ ਆਪਾਂ ਨੂੰ ਪਰੇਸ਼ਾਨੀ ਹੋਈ ਹੈ, ਪਰ ਫਿਰ ਵੀ 50 ਤੋਂ ਵੱਧ ਲੇਖਕ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਥਾਵਾਂ ਤੋਂ ਸਾਡੇ ਨਾਲ ਜੁੜੇ ਨੇ। ਉਹਨਾਂ ਨੇ ਗੱਲਬਾਤ ਕੀਤੀ ਹੈ, ਮਿੰਨੀ ਕਹਾਣੀ ਬਾਰੇ ਸੁਣਿਆ, ਮਿੰਨੀ ਕਹਾਣੀਆਂ ਸੁਣੀਆਂ ਨੇ। ਅਤੇ ਇਹ ਸੰਵਾਦ ਜੋ ਅੱਜ ਛੇੜਿਆ ਗਿਆ ਮਿੰਨੀ ਕਹਾਣੀ ਦੇ ਉੱਪਰ, ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹੋ ਜਿਹੇ ਸੰਵਾਦ ਜਿਹੜੇ ਉਹ ਰਚਾਉਂਦੇ ਰਹਾਂਗੇ। ਅਗਲੇ ਪ੍ਰੋਗਰਾਮ ਬਾਰੇ ਡਾਕਟਰ ਦੀਪਤੀ ਹੋਰਾਂ ਨੇ ਗੱਲਬਾਤ ਕੀਤੀ ਹੈ ਵੀ ਅਗਲਾ ਸਾਡੀ ਕੀ ਰੂਪ ਰੇਖਾ ਹੋਏਗੀ। ਤਾਂ ਜਿਸ ਤਰ੍ਹਾਂ ਅੱਜ ਅਸੀਂ 8 ਮਿੰਨੀ ਕਹਾਣੀ ਲੇਖਕ ਲਏ ਨੇ, ਇਹ ਲੜੀ ਅਸੀਂ ਹਰ 15 ਦਿਨਾਂ ਬਾਅਦ ਸ਼ੁਰੂ ਕੀਤੀ ਹੈ। ਹਰ 15ਵਾੜੇ ਅਸੀਂ ਇਸ ਤਰ੍ਹਾਂ ਦਾ ਸਮਾਗਮ ਕਰਾਂਗੇ। ਜਿਹੜੇ ਅੱਜ 8 ਲੇਖਕ ਆਪਣੀਆਂ ਰਚਨਾਵਾਂ ਪੜ੍ਹ ਚੁੱਕੇ ਨੇ, ਇਹਨਾਂ ਨੂੰ ਛੱਡ ਕੇ ਅਗਲੇ ਪ੍ਰੋਗਰਾਮ 'ਚ ਹੋਰ 8 ਵੱਖਰੇ ਜਿਹੜੇ ਲੇਖਕ ਨੇ ਉਹਨਾਂ ਨੂੰ ਸ਼ਾਮਲ ਕਰਾਂਗੇ, ਉਹਨਾਂ ਦੀਆਂ ਰਚਨਾਵਾਂ ਸੁਣਾਂਗੇ, ਉਹਨਾਂ ਦੀਆਂ ਮਿੰਨੀ ਕਹਾਣੀਆਂ ਸੁਣਾਂਗੇ ਅਤੇ ਉਹਨਾਂ ਦੇ ਉੱਪਰ ਵੱਖ-ਵੱਖ ਆਲੋਚਕਾਂ ਵੱਲੋਂ ਸੰਵਾਦ ਰਚਾਇਆ ਜਾਵੇਗਾ। ਬੇਸ਼ੱਕ ਅਸੀਂ ਜਿੰਨਾ ਸਾਡਾ ਅੱਜ ਦਾ ਮਕਸਦ ਸੀ ਜਿਹੜੇ ਪ੍ਰੋਗਰਾਮ ਦਾ, ਉਹ ਪੂਰਾ ਕਰ ਲਿਆ ਗਿਆ ਹੈ। ਫਿਰ ਵੀ ਸਾਡੇ ਨਾਲ ਜਿਹੜੇ ਲੇਖਕ ਜੁੜੇ ਹੋਏ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਉਹ ਵੀ 1-1 ਮਿੰਟ ਦੇ ਲਈ ਆਪਣੇ ਵਿਚਾਰ ਰੱਖ ਸਕਦੇ ਨੇ ਸਾਡੇ ਨਾਲ, ਤਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਕਿਵੇਂ ਬਿਹਤਰ ਬਣਾਇਆ ਜਾ ਸਕੇ, ਇਸ ਦੇ ਵਿੱਚ ਕੀ ਸੁਧਾਰ ਕੀਤੇ ਜਾ ਸਕਦੇ ਨੇ, ਆਪਣੀ ਰਾਏ ਬਾਰੇ ਆਪਣੇ ਸੁਝਾਅ ਸਾਨੂੰ ਦੇ ਸਕਦੇ ਨੇ। ਸਭ ਤੋਂ ਪਹਿਲਾਂ ਮੈਂ ਸੱਦਾ ਦਿਆਂਗਾ ਸਾਡੇ ਕੋਲ ਸੈਟਲ ਅਮਰੀਕਾ ਤੋਂ ਅੱਜ ਪਹਿਲੀ ਵਾਰ ਜੁੜੇ ਨੇ ਬਲਿਹਾਰ ਸਿੰਘ ਜੀ, ਕਿ ਉਹ ਇਸ ਪ੍ਰੋਗਰਾਮ ਬਾਰੇ ਆਪਣੀ ਪ੍ਰਤੀਕਿਰਿਆ ਦੇਣ। ਬਲਿਹਾਰ ਸਿੰਘ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜਗਦੀਸ਼ ਕੁਲਰੀਆ ਜੀ, ਮੰਗਤ ਕੁਲਜਿੰਦ ਜੀ ਤੇ ਸੁਖਦਰਸ਼ਨ ਗਰਗ ਜੀ। ਅੱਜ 2 ਵਾਰ ਦਰਸ਼ਨ ਹੋ ਗਏ ਤੁਹਾਡੇ, ਥੈਂਕ ਯੂ ਜੀ। ਤੇ ਬਾਕੀਆਂ ਨੂੰ ਸਾਰਿਆਂ ਨੂੰ ਮੈਂ ਪਹਿਲੀ ਵਾਰ ਦੇਖ ਰਿਹਾ ਤੇ ਬਹੁਤ ਵਧੀਆ ਲੱਗਾ ਸੁਣ ਕੇ ਜੀ। ਤੇ ਜਿਹੜੇ ਢੰਗ ਨਾਲ ਤੁਸੀਂ ਇਹ ਕਰ ਰਹੇ ਸੀਗੇ, ਤੇ ਹੋ ਸਕਿਆ ਅਗਲੀ ਵਾਰੀ ਮੈਂ ਵੀ ਕੋਈ ਸੁਣਾਵਾਂਗਾ। ਮੈਂ ਵੈਸੇ ਬਹੁਤਾ ਤਾਂ ਨਹੀਂ ਮਿੰਨੀ ਕਹਾਣੀਆਂ ਲਿਖੀਆਂ, 1-2 ਕੀ ਲਿਖੀਆਂ, ਸਿੱਖਦਾ ਹੀ ਅਜੇ। ਤੇ ਬਹੁਤ ਵਧੀਆ ਲੱਗਿਆ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਮੈਨੂੰ ਲੈਣ ਲਈ। ਤੇ ਅਸੀਂ ਵੀ ਜਿਹੜਾ ਆ ਉਹ ਕਵੀ ਦਰਬਾਰ ਕਰੀਦਾ ਹਰੇਕ ਮਹੀਨੇ ਜ਼ੂਮ ਦੇ ਉੱਤੇ, ਤੇ ਉਹਦੇ ਵਿੱਚ ਵੀ ਕਦੀ ਪਾਰਟਿਸਿਪੇਟ ਕਰਿਓ। ਮੰਗਤ ਕੁਲਜਿੰਦ ਹੋਣਾ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਆ। ਤੇ ਬਹੁਤ ਵਧੀਆ ਲੱਗਾ ਜੀ ਸਾਰਿਆਂ ਨੂੰ ਦੇਖ ਕੇ, ਪੰਜਾਬ ਦੇ ਦਰਸ਼ਨ ਹੋ ਗਏ ਘਰ ਬੈਠਿਆਂ। ਧੰਨਵਾਦ ਜੀ ਸਾਰਿਆਂ ਦਾ। ਹਾਂਜੀ, ਸ਼ੁਕਰੀਆ ਜੀ ਬਲਿਹਾਰ ਸਿੰਘ ਜੀ। ਹਾਂਜੀ ਕੁਲਰੀਆ ਜੀ, ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਦਾ, ਕਿਉਂਕਿ ਸ਼ੁਰੂ ਦੇ ਵਿੱਚ ਕਹਾਣੀ ਤਾਂ ਮੈਂ ਕੋਈ ਵੀ ਨਹੀਂ ਸੁਣ ਸਕਿਆ, ਕਿਉਂਕਿ ਪਤਾ ਹੀ ਨਹੀਂ ਲੱਗਿਆ ਸੀ ਤੇ ਆਵਾਜ਼ ਮਿਊਟ ਤੇ ਸਾਰੇ, ਕੋਈ ਆਵਾਜ਼ ਨਹੀਂ ਆਈ। ਲੇਕਿਨ ਇਹ ਹੈ ਕਿ ਬਾਅਦ ਚ ਵਿਚਾਰ ਸਭ ਦੇ ਤਕਰੀਬਨ ਸੁਣਿਆ, ਆਲੋਚਕ ਜਿੰਨੇ ਵੀ ਬੋਲੇ ਹਨ, ਤੇ ਕਹਾਣੀਆਂ ਦਾ ਉਸ ਤੋਂ ਪਤਾ ਲੱਗਿਆ, ਆਲੋਚਕਾਂ ਦੀ ਗੱਲਬਾਤ ਤੋਂ ਪਤਾ ਲੱਗਿਆ। ਤੇ ਬਹੁਤ ਖੁਸ਼ੀ ਹੋਈ ਕਿ ਇਸ ਤਰ੍ਹਾਂ ਦਾ ਮੈਂ ਪਹਿਲਾ ਜਿਹੜਾ ਹੈ ਇਹ ਪ੍ਰੋਗਰਾਮ
ਅਟੈਂਡ ਕਰ ਰਹੇ ਹਾਂ ਜ਼ੂਮ ਐਪ ਦੇ ਰਾਹੀਂ। ਹਾਲਾਂਕਿ ਬਹੁਤ ਸਮਾਂ ਹੋ ਗਿਆ ਕਿ ਜੁਗਨੂਆਂ ਦੇ ਅੰਗ ਸੰਗ ਦੇ ਵਿੱਚ ਭਾਗ ਲਏ ਹੋਏ। ਚਲੋ ਤੁਸੀਂ ਇਸ ਹੀਲੇ ਨਾਲ ਮਤਲਬ ਜਿਹੜਾ ਹੈ ਸਾਨੂੰ ਲੇਖਕਾਂ ਦੇ ਰੂਬਰੂ ਕਰਾਇਆ ਹੈ। ਬਹੁਤ ਕੁਝ ਸੁਣਨ ਨੂੰ ਮਿਲਿਆ, ਨਵੇਂ ਵਿਚਾਰ ਸੁਣਨ ਨੂੰ ਮਿਲੇ। ਤੇ ਬਰੇਟਾ ਸਾਹਿਬ ਜਿਹੜੇ ਕਿ ਮੇਰੇ ਕਲਾਸਮੇਟ ਵੀ ਹਨ, ਉਹਨਾਂ ਦੀ ਕਹਾਣੀ ਦੇ ਬਾਰੇ ਵਿਚਾਰ ਸੁਣਨ ਨੂੰ ਮਿਲੇ। ਹਰਪ੍ਰੀਤ ਰਾਣਾ ਜੀ ਤੇ ਹੋਰ ਸਾਰੇ ਜਿਹੜੇ ਪੁਰਾਣੇ ਸਾਥੀ, ਤੇ ਇਸ ਦੇ ਨਾਲ ਨਾਲ ਕਈ ਨਵੇਂ ਸਾਥੀ ਵੀ ਜਿਹੜੇ ਹਨ, ਉਹਨਾਂ ਦੇ ਦਰਸ਼ਨ ਹੋਏ। ਮੈਂ ਇਸ ਲਈ ਮੁਬਾਰਕਬਾਦ ਦਿੰਦਾ। ਤੇ ਫੇਰ ਕਦੀ ਜਦੋਂ ਵੀ ਇਹ ਪ੍ਰੋਗਰਾਮ ਰੱਖੋਗੇ ਤਾਂ ਜ਼ਰੂਰ ਕਹਾਣੀ ਲੈ ਕੇ, ਜੇ ਆਪ ਜੀ ਦਾ ਹੁਕਮ ਹੋਇਆ ਤਾਂ ਪੇਸ਼ ਹੋਵਾਂਗੇ। ਇੱਕ ਵਾਰੀ ਫੇਰ ਸਾਰਿਆਂ ਦਾ, ਖਾਸ ਤੌਰ ਤੇ ਆਪ ਜੀ ਦਾ ਤੇ ਜਿਹੜਾ ਵੀ ਇਹ ਮਿੰਨੀ ਕਹਾਣੀ ਗਰੁੱਪ ਹੈ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਐਮਨ ਵਾਰੰਜਮ ਜੀ, ਤੁਸੀਂ ਸਾਡੇ ਨਾਲ ਜੁੜੇ। ਜਿਨ੍ਹਾਂ ਵੀ ਸਾਥੀਆਂ ਨੂੰ ਅੱਜ ਦੀਆਂ ਮਿੰਨੀ ਕਹਾਣੀਆਂ ਤਕਨੀਕੀ ਕਾਰਨ ਕਰਕੇ ਨਹੀਂ ਸੁਣ ਸਕੀਆਂ, ਉਹਨਾਂ ਵਾਸਤੇ ਅਸੀਂ ਜੋ ਸਾਡਾ ਗਰੁੱਪ ਹੈ, ਇਹਨਾਂ ਕਹਾਣੀਆਂ ਦੀ PDF ਅਸੀਂ ਉਹਦੇ ਵਿੱਚ ਪਾ ਦਾਂਗੇ, ਤੁਸੀਂ ਉਹਦੇ ਵਿੱਚ ਪੜ੍ਹ ਸਕਦੇ ਹੈਗੇ ਹੋ। ਹੁਣ ਮੈਂ ਬੇਨਤੀ ਕਰਾਂਗਾ, ਸਾਡੇ ਨਾਲ ਪਹਿਲੀ ਵਾਰ ਜੁੜੇ ਨੇ ਲੁਧਿਆਣੇ ਤੋਂ ਮੈਡਮ ਸੀਮਾ ਵਰਮਾ ਜੀ, ਉਹ ਆਪਣੀ ਗੱਲਬਾਤ ਰੱਖਣ। ਮੈਡਮ ਸੀਮਾ ਵਰਮਾ। ਨਮਸਕਾਰ ਸਾਰਿਆਂ ਨੂੰ, ਮੈਂ ਸੀਮਾ ਵਰਮਾ ਬੋਲ ਰਹੀ ਹਾਂ। ਬਹੁਤ ਵਧੀਆ ਲੱਗਿਆ, ਮੇਰਾ ਵੀ ਇਹ ਪਹਿਲਾ ਪ੍ਰੋਗਰਾਮ ਸੀ ਜੋ ਮੈਂ ਤੁਹਾਡੇ ਨਾਲ ਪੰਜਾਬੀ ਮਿੰਨੀ ਪੰਜਾਬੀ ਦੇ ਵਿੱਚ ਮਤਲਬ ਮੈਂ ਅਟੈਂਡ ਕੀਤਾ ਹੈ। ਦੀਪਤੀ ਸਰ ਨੂੰ ਵੀ ਸੁਣਿਆ, ਮੈਂ ਜ਼ਿਆਦਾ ਪਹਿਲਾਂ ਸਟਾਰਟਿੰਗ ਤਾਂ ਨਹੀਂ ਸੁਣ ਸਕੀ ਸੀ ਸਾਰਿਆਂ ਨੂੰ, ਬਟ ਲਾਸਟ ਵਿੱਚ ਮੈਂ ਕੁਝ ਕਹਾਣੀਆਂ ਵੀ ਸੁਣੀਆਂ ਔਰ ਆਲੋਚਨਾ ਵੀ ਸੁਣੀ ਹੈ। ਬਹੁਤ ਵਧੀਆ ਲੱਗਿਆ, ਤੁਹਾਡਾ ਸਭ ਦਾ ਧੰਨਵਾਦ। ਔਰ ਮੈਨੂੰ ਨਾਲ ਵਿੱਚ ਐਡ ਕਰਨ ਲਈ ਜਗਦੀਸ਼ ਕਿਲਰੀ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਹਾਂਜੀ, ਸ਼ੁਕਰੀਆ ਮੈਡਮ ਜੀ, ਤੁਸੀਂ ਸਾਡੇ ਨਾਲ ਜੁੜੇ। ਮੈਂ ਹੁਣ ਬੇਨਤੀ ਕਰਦਾ ਪ੍ਰਗਟ ਸਿੰਘ ਜੰਬਰ ਜੀ, ਸਾਡੇ ਨਾਲ ਜੁੜ ਚੁੱਕੇ ਨੇ, ਉਹ ਵੀ ਆਪਣੇ ਵਿਚਾਰ ਰੱਖਣ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਨੇ ਅੱਜ ਲਾਕਡਾਊਨ ਦੇ ਸਮੇਂ ਦਰਮਿਆਨ ਇਹ ਜਿਹੜਾ ਅੱਜ ਦਾ ਮਿੰਨੀ ਕਹਾਣੀ ਸਮਾਗਮ ਰੱਖਿਆ। ਜਿਹੜੀਆਂ 8 ਮਿੰਨੀ ਕਹਾਣੀਆਂ ਦੇ ਚਰਚਾ ਕੀਤੀ ਗਈ ਹੈ, ਵਧੀਆ ਮਤਲਬ ਉਹਨਾਂ ਤੇ ਆਲੋਚਨਾਤਮਕ, ਤੇ ਸਾਨੂੰ ਹੁਣ ਨਵੇਂ ਸਿਰਿਓਂ ਮਤਲਬ ਆਪਦੇ ਨੂੰ ਰੀਚਾਰਜ ਮਹਿਸੂਸ ਕਰਦੇ ਹਾਂ ਵੀ ਜਿਵੇਂ ਅਸੀਂ ਇੱਕ ਸਾਹਿਤਕ ਸਮਾਗਮ ਅਟੈਂਡ ਕਰਨ ਤੋਂ ਬਾਅਦ ਆਪਦੇ ਨੂੰ ਰੀਚਾਰਜ ਮਹਿਸੂਸ ਕਰ ਰਹੇ ਹਾਂ ਵੀ ਅਸੀਂ ਹੋਰ ਨਵਾਂ ਵਧੀਆ ਲਿਖ ਸਕਾਂਗੇ। ਇਹ ਬਹੁਤ ਵਧੀਆ ਉਪਰਾਲਾ ਜੀ। ਤੇ ਰਾਤ ਵੀ ਆਪ ਸਾਡੇ ਜਿਹੜੇ ਬਾਹਰਲੇ ਮੁਲਕ ਵਾਲਿਆਂ ਨੇ ਤੇ ਕੁਲਰਿਆ ਜੀ ਦੇ ਸਹਿਯੋਗ ਸਦਕਾ ਰਾਤ ਨੂੰ 12 12:30 ਤੱਕ ਵੀ ਇੱਕ ਕਵੀ ਦਰਬਾਰ ਸੁਣਨ ਦਾ ਮੌਕਾ ਮਿਲਿਆ। ਤੇ ਜਦੋਂ ਦਾ ਲਾਕਡਾਊਨ ਸ਼ੁਰੂ ਹੋਇਆ ਤੇ ਜ਼ੂਮ ਐਪ ਨੇ ਆਪਦਾ ਰੰਗ ਵਿਖਾਉਣਾ ਸ਼ੁਰੂ ਕੀਤਾ, ਉਸ ਤੋਂ ਬਾਅਦ ਹੁਣ ਲਗਭਗ ਇੱਕ ਦਿਨ ਛੱਡ ਕੇ ਹੀ ਕੋਈ ਨਾ ਕੋਈ ਸਾਹਿਤਕ ਸਮਾਗਮ ਅਟੈਂਡ ਕਰਨ ਦਾ ਮੌਕਾ ਮਿਲ ਰਿਹਾ ਹੈ। ਇਹ ਲਾਕਡਾਊਨ ਸਾਡੇ ਸਾਹਿਤਕਾਰਾਂ ਵਾਸਤੇ ਬੜਾ ਵਰਦਾਨ ਸਿੱਧ ਹੋ ਰਿਹਾ। ਤੁਹਾਡਾ ਸਾਰਿਆਂ ਦਾ ਤਕਨੀਕ ਦੇ ਪੱਖੋਂ ਮੈਂ ਦੋਨੇ ਹੀ ਪ੍ਰੋਗਰਾਮ ਅਟੈਂਡ ਕਰਕੇ ਵੇਖੇ, ਪਿਛਲਾ ਵੀ ਫਸਟ ਸੀ ਆਪਣਾ, ਅੱਜ ਦਾ ਸੈਕੰਡ ਸੀ ਸਾਰੇ ਸਾਥੀਆਂ ਦਾ। ਪਰ ਹੁਣ ਤਕਨੀਕੀ ਮੌਸਮ ਦੀ ਖਰਾਬੀ ਵੀ ਹੈ ਤੇ ਪ੍ਰੋਗਰਾਮ ਦੀ ਸਮਾਪਤੀ ਵੀ ਹੈ, ਤੇ ਬਹੁਤ ਸਾਰੇ ਸਾਥੀਆਂ ਦੇ ਅਸੀਂ ਵਿਚਾਰ ਨਹੀਂ ਸੁਣ ਸਕਦੇ, ਉਸ ਦੇ ਲਈ ਮਾਫੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਦੇ ਲਈ ਖਾਸ ਤੌਰ 'ਤੇ ਮਹਿੰਦਰਪਾਲ ਮਹਿੰਦਾ ਜੀ ਦਾ ਮੈਂ ਬਹੁਤ ਧੰਨਵਾਦੀ ਹਾਂ। ਕੁਲਵਿੰਦਰ ਕੌਸ਼ਲ, ਡਾਕਟਰ ਦੀਪਤੀ ਜੀ, ਸਾਡੇ ਨਾਲ ਜਿੰਨੇ ਵੀ ਵਿਦਵਾਨ ਆਲੋਚਕ ਜੁੜੇ, ਸਾਥੀ ਜੁੜੇ, ਸਭ ਦਾ ਬਹੁਤ ਬਹੁਤ ਧੰਨਵਾਦ। 15 ਦਿਨਾਂ ਬਾਅਦ ਫਿਰ ਮਿਲਾਂਗੇ, ਉਦੋਂ ਤੱਕ ਅਲਵਿਦਾ। ਧੰਨਵਾਦ ਸਾਥੀਓ।